ਬਲਵੀਰ ਸਿੰਘ ਰਾਜੇਵਾਲ ਵੱਲੋਂ ਜਿਹੜਾ ਅੱਜ ਬਿਆਨ ਸਟੇਜ ਦੇ ਉੱਤੇ ਦਿੱਤਾ ਗਿਆ, ਉਹ ਬਿਆਨ ਮੈਂ ਵੀ ਸੁਣਿਆ। ਸੁਣ ਕੇ ਉਸ ਬਿਆਨ ਨੂੰ ਦੁੱਖ ਲੱਗਿਆ ਕਿ ਜੋ ਰਾਜੇਵਾਲ ਸਾਹਿਬ ਨੇ ਕਿਹਾ ਉਹ ਨਹੀਂ ਕਹਿਣਾ ਬਣਦਾ ਸੀ। ਇੱਕ ਗੱਲ ਤਾਂ ਆਪਾਂ ਉਹਦੇ ਬਾਰੇ ਕਰ ਲਈਏ ਕਿ ਰਾਜੇਵਾਲ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ, ਤਾਂ ਰਾਜੇਵਾਲ ਸਾਹਿਬ ਇੱਕ ਗੱਲ ਤੁਸੀਂ ਖੁਦ ਬੋਲ ਰਹੇ ਹੋ ਕਿ ਮੈਂ ਰੋਜ਼ ਪਾਠ ਕਰਦਾ, ਅਰਦਾਸ ਕਰਦਾ, ਨਿਤਨੇਮੀ ਆ। ਤੇ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਇਹ ਤੁਸੀਂ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਆ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਆ, ਤਾਂ ਉਹ ਇਹ ਹੈ ਕਿ ਨਿਸ਼ਾਨ ਸਾਹਿਬ ਤਾਂ ਜਿੱਥੇ ਹੱਦ ਦੇ ਉੱਤੇ ਸਾਡੇ ਸਿੱਖ ਰੈਜੀਮੈਂਟ ਖੜੀਆਂ ਨੇ, ਫੌਜਾਂ ਖੜੀਆਂ ਨੇ, ਨਿਸ਼ਾਨ ਸਾਹਿਬ ਉੱਥੇ ਵੀ ਲੱਗੇ ਹੋਏ ਨੇ। ਜਦੋਂ ਸਿੱਖ ਰੈਜੀਮੈਂਟ ਦੀਆਂ ਜਿਹੜੀਆਂ ਗੱਡੀਆਂ ਨੇ ਕਿਸੇ ਵੀ ਹੱਦ ਵੱਲ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਵੀ ਨਿਸ਼ਾਨ ਸਾਹਿਬ ਝੂਲਦੇ ਨੇ। ਰਾਜਨਾਥ ਵਰਗੇ ਜਾ ਕੇ ਜਿਹੜਾ ਉੱਥੇ ਹੱਦ ਦੇ ਉੱਤੇ ਚੀਨ ਦੇ ਉੱਤੇ ਬੋਲੇ ਸੋ ਨਿਹਾਲ ਦੇ ਜਿਹੜੇ ਜੈਕਾਰੇ ਲਵਾਉਂਦੇ ਨੇ, ਤਾਂ ਇਹ ਕੋਈ ਬਹੁਤੀ ਵੱਡੀ ਗੱਲ ਮੈਨੂੰ ਲੱਗਦਾ ਨਹੀਂ ਸੀ ਕਿ ਤੁਹਾਨੂੰ ਕਰਨ ਵਾਲੀ ਬਣਦੀ ਹੈ। ਤੁਸੀਂ ਸਿਆਣੇ ਹੋ, ਸੁਲਝੇ ਹੋਏ ਹੋ, ਪਰ ਮਸਲਾ ਤੁਸੀਂ ਖਾਮਖਾ ਜਿਹੜਾ ਉਹ ਮੁੱਦਾ ਜਿਹਾ ਬਣਾਤਾ। ਇੱਕ ਜੇ ਆਪਾਂ ਇਹ ਗੱਲ ਕਰਦੇ ਹਾਂ ਕਿ ਗੋਦੀ ਮੀਡੀਆ ਇਹ ਕਰਦਾ ਹੈ ਕਿ ਇਹਨੂੰ ਖਾਲਿਸਤਾਨੀ ਰੰਗਤ ਦੇ ਰਿਹਾ, ਨਿਸ਼ਾਨ ਸਾਹਿਬ ਲੱਗੇ ਹੋਏ ਆ, ਉੱਥੇ ਪਾਠ ਚੱਲ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਤਾਂ ਇਹ ਤਾਂ ਗੱਲ ਕੋਈ ਨਵੀਂ ਨਹੀਂ ਹੈਗੀ। ਇਹ ਤਾਂ ਆਪਾਂ ਜਿੱਦੇ 26 ਤਰੀਕ ਦੇ ਆਏ ਆ ਨਾ, ਤਾਂ ਉਸ ਦਿਨ ਤੋਂ ਹੀ ਲੈ ਕੇ ਜਿਹੜਾ ਇਹ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀਗਾ, ਦੇਖੋ ਜੀ ਇਹ ਤਾਂ ਖਾਲਿਸਤਾਨੀ ਆ ਗਏ ਆ, ਇਹ ਅੱਤਵਾਦੀ ਆ ਗਏ ਆ, ਇਹਨਾਂ ਨੂੰ ਪਾਕਿਸਤਾਨ ਦੀ ਸ਼ਹਿ ਹੈ, ਇਹਨਾਂ ਨੂੰ ਚੀਨ ਤੋਂ ਫੰਡ ਆਉਂਦਾ, ਇਹਨਾਂ ਨੂੰ ਕੈਨੇਡਾ ਤੋਂ ਫੰਡ ਆਉਂਦਾ, ਉਹਨੇ ਬੜਾ ਕੁਛ ਉਹ ਪ੍ਰਾਪੇਗੰਡਾ ਤਾਂ ਉਹ ਕਰ ਰਹੇ ਨੇ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਗੋਦੀ ਮੀਡੀਆ ਦੇ ਆਖੇ ਲੱਗ ਕੇ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਹੈ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਹੈ, ਤਾਂ ਫਿਰ ਗੋਦੀ ਮੀਡੀਆ ਤਾਂ ਉਹਦੇ ਲਈ ਕਹਿ ਰਿਹਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਗਲਤ ਹੈ, ਇਹ ਨਹੀਂ ਕਿਸਾਨਾਂ ਨੂੰ ਸੜਕਾਂ ਰੋਕਣੀਆਂ ਚਾਹੀਦੀਆਂ, ਫਿਰ ਆਪਾਂ ਨੂੰ ਸੜਕਾਂ ਤੋਂ ਵੀ ਉੱਠ ਜਾਣਾ ਚਾਹੀਦਾ। ਸੋ ਇਸ ਕਰਕੇ ਇਹ ਜੋ ਤੁਹਾਡਾ ਬਿਆਨ ਆਇਆ ਇਹ ਠੀਕ ਨਹੀਂ ਮੈਨੂੰ ਲੱਗਿਆ, ਕਿਸੇ ਨੂੰ ਵੀ ਠੀਕ ਨਹੀਂ ਲੱਗਿਆ। ਮੈਨੂੰ ਲੱਗਦਾ ਕਿ ਦੇਖੋ, ਤੁਸੀਂ ਜੇ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹੋ, ਪੰਜਾਬ ਤੋਂ ਆਪਾਂ ਇਹ ਜ਼ਮੀਨਾਂ ਦੀਆਂ ਗੱਲਾਂ ਕਰਦੇ ਹਾਂ, ਤਾਂ ਤੁਸੀਂ ਅੱਜ ਜਿਹੜਾ ਉੱਥੇ ਸਾਰਾ ਉਹ ਆਪਾਂ ਜਾਹੋ ਜਲਾਲ ਦੇਖਣ ਨੂੰ ਮਿਲਦਾ, ਸਾਰਾ ਮਾਹੌਲ ਦੇਖਣ ਨੂੰ ਮਿਲਦਾ, ਤਾਂ ਉਹ ਸਾਰਾ ਉਹ ਸਾਡੀਆਂ ਰਵਾਇਤਾਂ ਨੇ, ਉਹ ਵਿਰਾਸਤ ਦੇ ਵਿੱਚ ਮਿਲੀਆਂ ਹੋਈਆਂ ਸਾਨੂੰ ਚੀਜ਼ਾਂ ਨੇ। ਜੇ ਉਹ ਲੰਗਰ ਪ੍ਰਥਾ ਵੀ ਹੈਗੀ ਉੱਥੇ ਚੱਲ ਰਹੀ, ਜਾਂ ਜੋ ਵੀ ਉੱਥੇ ਅੱਜ ਵਾਪਰ ਰਿਹਾ, ਪੂਰੀ ਦੁਨੀਆ ਦੀ ਨਜ਼ਰ ਅੱਜ ਜੇ ਉਸ ਅੰਦੋਲਨ ਦੇ ਉੱਤੇ ਆ, ਤਾਂ ਇਹ ਸਾਨੂੰ ਉਸ ਵਿਰਾਸਤ, ਉਸ ਵਿਰਸੇ ਦੇ ਵਿੱਚੋਂ ਮਿਲਿਆ ਹੋਇਆ। ਸਾਡੀਆਂ ਤਾਂ ਉੱਥੇ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕਿਸੇ ਚੈਨਲ ਦੀ, ਹਿੰਦੀ ਕੋਈ ਚੈਨਲ ਸੀਗਾ ਜਿਹੜਾ ਨੈਸ਼ਨਲ ਚੈਨਲ ਸੀ, ਉਹਦੇ ਉੱਤੇ ਇੱਕ ਬੈਠਾ ਐਂਕਰ ਨੂੰ ਕੋਈ ਬੰਦਾ ਸਵਾਲ ਕਰਦਾ ਹੈ ਕਿ ਉੱਥੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ, ਉੱਥੇ ਦਾ ਪਾਠ ਪ੍ਰਕਾਸ਼ ਹੋ ਗਏ ਜੀ, ਉੱਥੇ ਤਾਂ ਆਹ ਹੋ ਗਿਆ ਜੀ, ਵਾਹ ਹੋ ਗਿਆ। ਤਾਂ ਉਹਨੇ ਬੜੀ ਕਮਾਲ ਦੀ ਗੱਲ ਕਹੀ ਸੀ। ਉਹ ਕਹਿੰਦਾ ਅਸਲ ਜੇ ਤੁਸੀਂ ਸਿੱਖ ਵਿਰਸਾ ਦੇਖਣਾ, ਸਿੱਖੀ ਫਲਸਫਾ ਦੇਖਣਾ, ਕਹਿੰਦਾ ਅਸਲ ਇਹ ਰੰਗ ਹੈ, ਅਸਲ ਇਹ ਰੰਗ ਹੈ ਸਾਡਾ, ਜੋ ਸਾਨੂੰ ਇਤਿਹਾਸ ਚੋਂ ਮਿਲਿਆ, ਜੋ ਸਾਨੂੰ ਵਿਰਾਸਤ ਚੋਂ ਮਿਲਿਆ, ਸਾਡੇ ਗੁਰੂ ਸਾਹਿਬਾਨਾਂ ਵੱਲੋਂ ਮਿਲਿਆ। ਤਾਂ ਇਸ ਕਰਕੇ ਨਾ ਸਾਨੂੰ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਤੇ ਤੁਸੀਂ ਆਪ ਬੋਲ ਰਹੇ ਹੋ ਕਿ IT ਸੈੱਲ ਬਹੁਤ ਗੱਲ ਨੂੰ ਵਧਾ ਘਟਾ ਕੇ ਪੇਸ਼ ਕਰਦਾ, ਆਪਾਂ ਤਾਂ ਖੁਦ ਮੌਕਾ ਦੇ ਰਹੇ ਹਾਂ। ਇੱਕ ਸ਼ਬਦ ਬੋਲਣ ਤੋਂ ਪਹਿਲਾਂ ਰਾਜੇਵਾਲ ਸਾਹਿਬ ਸਾਨੂੰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, 1000 ਵਾਰ ਸੋਚਣਾ ਚਾਹੀਦਾ, 1000 ਵਾਰ ਸੋਚਣਾ ਚਾਹੀਦਾ ਕਿ ਇੱਕ ਸ਼ਬਦ ਸਾਡਾ ਬੋਲਿਆ ਸਾਡੇ ਅੰਦੋਲਨ ਨੂੰ ਕਿੱਧਰ ਨੂੰ ਲਿਜਾ ਸਕਦਾ, ਕਿਹੜੀ ਦਿਸ਼ਾ ਵੱਲ ਇਹ ਲਿਜਾ ਸਕਦਾ। ਦੇਖੋ, ਇਹ ਤਾਂ ਸਾਰੇ ਤਰ੍ਹਾਂ ਦੇ, ਮੈਂ ਉਸ ਦਿਨ ਸਟੇਜ ਤੇ ਹੀ ਬੋਲਿਆ ਸੀ ਕਿ ਇੱਥੇ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਨੇ, ਕਾਮਰੇਡ ਵਿਚਾਰਧਾਰਾ ਦੇ ਵੀ ਨੇ, ਸਿੱਖੀ ਵਿਚਾਰਧਾਰਾ ਦੀ ਨੇ, ਹਿੰਦੂ ਵਿਚਾਰਧਾਰਾ ਵਾਲੇ ਲੋਕ ਵੀ ਨੇ, ਮੁਸਲਮਾਨ ਵੀ ਨੇ, ਈਸਾਈ ਵੀ ਨੇ, ਸਾਰੀਆਂ ਧਰਾਵਾਂ ਦੇ ਲੋਕ ਇੱਥੇ ਆਏ ਹੋਏ ਨੇ। ਅਸੀਂ ਕੋਈ ਵੀ ਇੱਕ ਤਰ੍ਹਾਂ ਦੀ ਉਹਨੂੰ ਰੰਗਤ ਦੇ ਕੇ ਅਸੀਂ ਘੋਲ ਨੂੰ ਗਲਤ ਦਿਸ਼ਾ ਵੱਲ ਲੈ ਜਾਵਾਂਗੇ। ਲਾਡਲੀਆਂ ਫੌਜਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਤਾਂ ਬੜੇ ਵਾਰੀ ਸਾਨੂੰ ਕਹਿੰਦੇ ਰਹੇ ਕਿ ਲਾਡਲੀਆਂ ਫੌਜਾਂ ਨੂੰ ਆਉਣਾ ਚਾਹੀਦਾ, ਤਾਂ ਉਹ ਵਿਚਾਰੇ ਆਏ ਨੇ, ਬੈਠੇ ਆਪਣੇ ਮੋਰਚੇ ਲਾਏ ਹੋਏ ਨੇ। ਕੋਈ ਉਹ, ਮੈਂ ਉੱਥੇ ਰੋਜ਼ ਦੇਖਦਾ
ਕੋਈ ਹੁੱਲੜਬਾਜੀ ਨਹੀਂ ਉਹ ਕਰਦੇ। ਹਾਂ, ਤੀਜੀ ਗੱਲ ਜਿਹੜੀ ਤੁਸੀਂ ਕਹੀ, ਨੌਜਵਾਨਾਂ ਨੂੰ ਅਪੀਲ ਕੀਤੀ, ਉਹ ਮੈਂ ਸਟੇਜ ਤੋਂ ਕੱਲ ਵੀ ਕੀਤੀ ਸੀ ਕਿ ਯਾਰ ਜਿਹੜੀ ਠੀਕ ਹੈ ਤੁਸੀਂ ਮਾੜਾ ਮੋਟਾ ਮਨੋਰੰਜਨ ਕਰਨਾ ਹੁੰਦਾ ਉਨਾ ਕੁ ਵਾਜਬ ਹੈ, ਪਰ ਜੇ ਆਪਾਂ ਸਾਰੀ ਰਾਤ ਇਸ ਤਰ੍ਹਾਂ ਉੱਥੇ ਕੋਈ ਦਾਰੂ ਪਿਆਲਾ ਪੀ ਕੇ ਡੈਕ ਡੁੱਕ ਲਾ ਕੇ ਨੱਚੀ ਜਾਵਾਂਗੇ, ਉਹਨੂੰ ਉਹ ਜਿਹੜਾ ਹੈਗਾ ਜ਼ਿਆਦਾ ਵਧਾ ਚੜਾ ਕੇ ਪੇਸ਼ ਕਰਕੇ, ਤੇ ਜਾਂ ਮੰਨ ਲਓ ਕਈ ਵਾਰੀ ਐਂ ਹੁੰਦਾ ਰਾਤ ਨੂੰ ਦਾਰੂ ਪੀਤੀ ਹੁੰਦੀ ਹੈ, ਖਾਧੀ ਪੀਤੀ ਦੇ ਵਿੱਚ ਕੋਈ ਆਪਸ ਵਿੱਚ ਲੜ ਪਓ, ਤਾਂ ਉਹ ਫਿਰ ਉਹਦਾ ਅਸਰ ਜਿਹੜਾ ਉਹ ਨੋਰਨ ਤੇ ਮਾੜਾ ਚਲਾ ਜਾਂਦਾ। ਇਹ ਗੱਲ ਠੀਕ ਹੈ ਤੁਹਾਡੀ। ਪਰ ਦੂਜੀ ਗੱਲ ਮੈਂ ਨਾਲ ਨਾ ਮੈਨੂੰ ਇੱਕ ਹੋਰ ਬੜਾ ਦੁੱਖ ਹੋਇਆ ਯਾਰ, ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ, ਉਹ ਭਰਾਵੋ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਆ, ਇਹ ਅੰਦੋਲਨ ਬਿਲਕੁਲ ਸਿਖਰ ਤੇ ਆ, ਬਿਲਕੁਲ ਪੀਕ ਤੇ ਆ, ਐ ਨਤੀਜੇ ਦੇ ਨੇੜੇ ਆ ਅਸੀਂ ਜਮਾ, ਤਾਂ ਯਾਰ ਤੁਸੀਂ ਪਤੰਦਰੋ ਮਾੜੀ ਜੀ ਗੱਲ ਨੂੰ ਏਡੀ ਤੂਲ ਦਿੰਦੇ ਹੋ ਨਾਲ ਦੀ ਨਾਲ। ਆ ਮੈਂ ਹੁਣ ਜਿਹੜਾ ਦੂਜਾ ਕਹਿਣਾ ਚਾਹੁੰਦਾ ਕਿ ਦੇਖੋ ਇਹ ਜਿਹੜੀਆਂ ਲਹਿਰਾਂ ਨੇ ਇਹ ਲੋਕ ਰੋਹ ਹੈ, ਰੋਜ਼ ਰੋਜ਼ ਨਹੀਂ ਭਰਾਵੋ ਉੱਠਦੇ, ਦਹਾਕੇ ਲੱਗ ਜਾਂਦੇ ਨੇ, ਸਦੀਆਂ ਲੱਗ ਜਾਂਦੀਆਂ ਨੇ, ਕਈ ਵਾਰੀ ਤਾਂ ਇਹੋ ਜਿਹੇ ਲੋਕ ਰੋਹਾਂ ਦੇ ਮਸਾਂ ਇਹਦਾ ਖੁਸ਼ੀ ਮਨਾਉਂਦੇ ਕੋ ਮਸਾਂ ਪੰਜਾਬ ਉੱਠਿਆ, ਬੌਂਦਲਿਆ ਹੋਇਆ ਸੀ ਪੰਜਾਬ, ਸੁੰਨਾ ਹੋਇਆ ਪਿਆ ਸੀ ਪੰਜਾਬ, ਤਾਂ ਸੁੱਤੀ ਹੋਈ ਸੀ ਪੰਜਾਬੀਅਤ ਸਾਡੀ ਕੌਮ, ਜਗਾਤਾ ਸਾਨੂੰ ਤਾਂ। ਤੇ ਆਹ ਤੁਸੀਂ ਨਾਲ ਦੀ ਨਾਲ ਮੇਰਾ ਵੀਰ ਉਦੋਂ ਬਾਅਦ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ, ਆਹ ਦੇਖੋ ਜੀ ਫਲਾਨਾ ਢਿਮਕਾ, ਆ ਜਿਹੜੇ ਆ ਫੇਸਬੁੱਕਾਂ ਦੇ ਬੈਠੇ ਹੁੰਦੇ ਨਾ, ਇਹਨਾਂ ਦਾ ਇਹੀ ਕੰਮ ਹੁੰਦਾ, ਇਹਨਾਂ ਨੂੰ ਹੁਣ ਚਰੂਣੇ ਵੀ ਲੜਨਗੇ ਮੇਰੀ ਗੱਲ ਤੋਂ, ਮਾੜੀ ਜੀ ਗੱਲ ਉੱਠਣ ਦੀ ਨਾਲ ਦੀ ਨਾਲ ਹੀ ਫਲਾਨਾ ਇਹਨੇ ਆਹ ਬੋਲਤਾ, ਧਮਕੇ ਨੇ ਆਹ ਬੋਲਤਾ, ਨਾਲ ਦੀ ਨਾਲ ਲੱਗ ਜਾਂਦੇ ਹੋ। ਦੀਪ ਸਿੱਧੂ ਨੇ ਇੱਕ ਬਿਆਨ ਦਿੱਤਾ ਸੀ, ਉਹਨੇ ਆਪਣਾ ਸਪਸ਼ਟੀਕਰਨ ਦੇ ਕੇ ਗੱਲ ਖਤਮ ਹੋ ਗਈ। ਰਾਜੇਵਾਲ ਨੇ ਆਪਣਾ ਬਿਆਨ ਦਿੱਤਾ, ਕੱਲ ਨੂੰ ਉਹ ਆਪਣੀ ਮਾਫੀ ਮੰਗ ਕੇ ਆਪਣਾ ਸਪਸ਼ਟੀਕਰਨ ਦੇਣਗੇ, ਗੱਲ ਖਤਮ ਹੋ ਜਾਣੀ ਹੈ। ਉਹ ਨਾ ਭਰਾਵੋ ਹੱਥ ਬੰਨੇ ਤੁਹਾਡੇ ਮੂਹਰੇ ਰੋਜ਼ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤੁਸੀਂ ਬਣਾ ਦਿੰਦੇ ਹੋ ਕਿ ਆਹ ਦੇਖੋ ਜੀ ਆਹ ਹੋ ਗਿਆ ਉਹ ਹੋ ਗਿਆ। ਔਰ ਦੂਜਾ ਜਿਹੜਾ ਕੰਮ ਕਰ ਰਿਹਾ ਜਿਹੜਾ ਪੰਜਾਬ ਦਾ ਮੀਡੀਆ, ਮੈਂ ਕਹੂੰਗਾ ਇੱਥੇ ਹੁਣ ਗੋਦੀ ਮੀਡੀਆ ਦੀ ਗੱਲ ਨਹੀਂ ਹੋਈ, ਪੰਜਾਬ ਦੇ ਮੀਡੀਆ ਦੀ ਮੈਂ ਗੱਲ ਕਰਦਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ, ਅਸੀਂ ਪੰਜਾਬ ਲਈ ਕੰਮ ਕਰ ਰਹੇ ਹਾਂ, ਅਸੀਂ ਤੁਹਾਡੀਆਂ ਖਬਰਾਂ ਪਹੁੰਚਾ ਰਹੇ ਹਾਂ, ਬਹੁਤ ਪਹੁੰਚਾ ਰਹੇ ਹਾਂ, ਨਾਲ ਦੀ ਨਾਲ ਤੁਸੀਂ TRP ਲੈਣ ਦੇ ਮਾਰੇ, ਨਾਲ ਦੀ ਨਾਲ ਤੁਸੀਂ ਵਿਊ ਬਹੁ ਲੈਣ ਦੇ ਮਾਰੇ ਉਹਦੀ ਮਹਿਕ ਜਾ ਡਾ ਦਿੰਦੇ ਹਰ ਇੱਕ ਦੇ ਮੂਹਰੇ ਜਾ ਕੇ। ਹਾਂਜੀ ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਆਹ ਬਿਆਨ ਤੇ ਤੁਹਾਡੀ ਕੀ ਪ੍ਰਤੀਕਿਰਿਆ? ਕੀ ਟੱਟੂ ਹੈ ਪ੍ਰਤੀਕਿਰਿਆ ਯਾਰ? ਇਹ ਮਿੰਟ 'ਚ ਤੁਸੀਂ ਅੰਦਰੋਂ 1 ਮਿੰਟ 'ਚ ਤੁਸੀਂ ਲਾਉਂਦੇ ਹੋ ਕਿਸੇ ਨੂੰ ਗਦਾਰ ਬਣਾ ਦਿੰਦੇ ਹੋ, ਮਿੰਟ 'ਚ ਹੀਰੋ ਬਣਾ ਦਿੰਦੇ ਹੋ। ਇੱਥੇ ਜਿਹੜੀ ਸਥਿਤੀ ਆ, ਇੱਥੇ ਬੈਠੇ ਆ, ਸਾਨੂੰ ਪਤਾ ਕੀ ਆ, ਸਮਝੋ। ਮਿੰਟ ਨਾ ਲਾਇਆ ਕਰੋ ਇਹਦੀਆਂ ਗੱਲਾਂ ਨੂੰ ਚੱਕਣ ਲੱਗਿਆ ਨੂੰ। ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਗੱਲਾਂ ਤੋਂ ਗਰੇਜ਼ ਕਰੋ। ਇਹ ਸਰਕਾਰਾਂ ਚਾਹੁੰਦੀਆਂ ਨੇ, ਇਹ ਉਹਨਾਂ ਦਾ IT ਸੈੱਲ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆ ਨਾ, IT ਵਿੰਗ ਬਣਿਆ ਹੋਇਆ ਬੜਾ ਮਜ਼ਬੂਤ ਹੈ, ਉਹ ਨਾਲ ਦੀ ਨਾਲ ਜਿਹੜੀਆਂ ਖਬਰਾਂ ਨੂੰ ਚੱਲ ਕੇ ਉਹਨਾਂ ਦੇ ਫਿਰ ਟਿੱਪਣੀਆਂ ਕਰਦਾ ਹੈ। ਫਿਰ ਉਹਨਾਂ ਦੀਆਂ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਮੇਰੀ ਗੱਲ ਸੁਣ ਲਓ, ਮੈਂ ਅੱਗੇ ਵੀ ਪਹਿਲਾਂ ਤੁਹਾਨੂੰ ਦੱਸਿਆ ਸੀਗਾ, ਉਹਨਾਂ ਦੀਆਂ ਜਿਹੜੀਆਂ ਆਈਡੀਆਂ ਬਣੀਆਂ ਹੋਈਆਂ ਨੇ ਉਹ ਸਿੱਖਾਂ ਦੇ ਨਾਂ ਤੇ ਬਣੀਆਂ ਹੋਈਆਂ ਨੇ। ਕਿਸੇ ਦੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਹੈ, ਕਿਸੇ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਆ, ਕਿਸੇ ਤੇ ਦਰਬਾਰ ਸਾਹਿਬ ਦੀ ਫੋਟੋ ਆ, ਢਾਹੇ ਹੋਏ ਦਰਬਾਰ ਸਾਹਿਬ ਦੀ ਫੋਟੋ ਆ, ਕਿਸੇ ਦੇ ਭਗਤ ਸਿੰਘ ਦੀ ਫੋਟੋ ਹੈ, ਕਿਸੇ ਦੇ ਸਰਾਭੇ ਦੀ ਫੋਟੋ ਆ। ਨਾਂ ਪਤਾ ਕੀ ਹੈ? ਕਿਸੇ ਦਾ ਬਲਵੀਰ ਸਿੰਘ, ਕਿਸੇ ਦਾ ਹਰਪ੍ਰੀਤ ਸਿੰਘ, ਕਿਸੇ ਦਾ ਗੁਰਦੀਪ ਸਿੰਘ, ਕਿਸੇ ਦਾ ਸਿੰਘ ਸਾਹਿਬ। ਇਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੇ ਹੈਗੇ ਨੇ ਨਾਂ ਰੱਖੇ ਹੋਏ ਨੇ ਆਪਣੇ IT। ਉਹ ਸਾਨੂੰ ਲੱਗਦਾ ਹੁੰਦਾ ਹੁਣ ਜੋ ਉਹੋ ਜਿਹੇ ਪੇਜ ਬਣਾਏ ਹੋਏ ਨੇ ਉਹਨਾਂ ਦੇ, ਉਹ ਜਿਹੇ ਪੇਜਾਂ ਦੇ ਉੱਤੋਂ ਪਤਾ ਆ ਗੱਲਾਂ ਪਾ ਕੇ ਸਾਨੂੰ ਲੱਗਦਾ ਹੁੰਦਾ, ਫਿਰ ਥੱਲੇ ਅਸੀਂ ਦੇਖਦੇ ਨਹੀਂ ਹੁੰਦੇ ਕੀ ਗੱਲਬਾਤ ਆ, ਦੱਬੀ ਤੁਰੇ ਜਾਂਦੇ ਹੁਣ ਤੇਰੀ ਮਾਂ ਨੂੰ, ਤੇਰੀ ਭੈਣ ਨੂੰ, ਜਾਂ ਜਿਹਦੇ ਹੱਕ ਚੰਗਾ ਲਿਖਣਾ ਦਾ ਸਿਰਾ ਪਤਾ ਹੁੰਦਾ ਨਹੀਂ ਗੱਲ ਦਾ ਵਿੱਚੋਂ ਵੀ ਗੱਲਬਾਤ ਹੈ ਕੀ ਆ। ਸੋ ਤੁਹਾਨੂੰ ਬੇਨਤੀ ਕਰਦੇ ਆ ਵੀ ਇਹ ਗੱਲਾਂ ਤੋਂ ਮੇਰਾ ਵੀਰ ਬਹੁਤ ਸੁਚੇਤ ਰਹਿਣ ਦੀ ਲੋੜ ਆ। ਜਿਹੜਾ ਬੰਦਾ ਜਿਹੜਾ ਪੇਜ ਵਾਲਾ ਇਹੋ ਜਿਹੀ ਗੱਲਬਾਤ ਕੋਈ ਕਰੂਗਾ ਅੱਜ ਦੇ ਸਮੇਂ ਦੇ ਵਿੱਚ, ਜਿਹੜਾ ਬੰਦਾ ਭੜਕਾਹਟ ਵਾਲੀ ਗੱਲ ਕਰਦਾ, ਆ ਜਿਹੜੇ ਜਾਵਾਂ ਦੁਬਾਰੇ ਫੇਰਾ ਚੈਨਲ ਵਾਲਿਆਂ ਤੇ ਆਉਣਾ ਵੀ ਸੋਡੇ ਨਾਲ ਜੁੱਤੀ ਫੇਰਨੀ ਪਏ, ਸਾਨੂੰ ਕਿਤੇ ਲੋੜ ਨਹੀਂ, ਜੇ ਤੁਸੀਂ ਇਹੋ ਜਿਹੀ ਕਵਰੇਜ ਕਰਨੀ ਆ, ਸਾਨੂੰ ਦਿਫਾੜ ਕਰਨਾ, ਸਾਡੇ ਘੋਲ ਨੂੰ ਤਾਰ ਪਿੰਡੋ ਤੁਸੀਂ ਵੀ ਕਰਨ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਹੋ। ਮਾੜੀ ਜੀ ਗੱਲ ਹੁੰਦੀ ਹੈ ਜਾ ਕੇ ਮੈਂ ਖੜਾ ਦਿੰਦੇ ਅਗਲੇ ਦੇ ਮੂੰਹ 'ਚ, ਜਾ ਵੜੋ ਫਿਰ ਪੰਜਾਬ ਜਾ ਕੇ ਬਹਿ ਜਾਓ, ਕੋਈ ਗੱਲ ਨਹੀਂ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਗੱਲ ਪਹੁੰਚਾ ਦਿਆਂਗੇ। ਸੋ ਇਸ ਕਰਕੇ ਸਾਰੇ ਮੇਰਾ ਵੀਰ ਮੈਂ ਫੇਰ ਬੇਨਤੀ ਕਰਦਾ, ਰਾਜੇਵਾਲ ਨੇ ਜੋ ਕਿਹਾ ਕੋਈ ਗੱਲ ਨਹੀਂ, ਉਹਨੂੰ ਕੱਲ ਨੂੰ ਆ ਕੇ ਸਪਸ਼ਟੀਕਰਨ ਦੇਣਾ ਚਾਹੀਦਾ, ਬਣਦਾ। ਜੇ ਉਹਨੇ ਕਹੀ ਹੈ ਇਹ ਗੱਲ ਤਾਂ ਉਹ ਸਟੇਜ ਦੇ ਉੱਤੇ ਆ ਕੇ ਆਪਣੀ ਮਾਫੀ ਮੰਗਣ,
ਆਪਣੀ ਗੱਲ ਦਾ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਕਿਹਾ ਕਿਉਂ ਆ ਇਹ। ਠੀਕ ਆ, ਕੋਈ ਇੱਥੇ ਦਫਾੜ ਨਹੀਂ ਹੈਗਾ, ਸਾਰੇ ਇੱਕ ਆ। ਕਿਸਾਨ ਜਥੇਬੰਦੀਆਂ ਵੀ ਸਾਰੀਆਂ ਨਾਲ ਨੇ, ਦੂਜੇ ਤੀਜੇ ਸਾਰੇ ਨਾਲ ਨੇ, ਸਾਰੇ ਇੱਥੇ ਧਰਮਾਂ ਜਾਤਾਂ ਮਜ਼ਹਬਾਂ ਦੇ ਸਾਰੇ ਨਾਲ ਨੇ। ਅਸੀਂ ਜਿੱਤ ਕੇ ਜਾਣਾ, ਸਾਡਾ ਹੋਰ ਕੋਈ ਇੱਧਰ ਉੱਧਰ ਪਤਾ ਨਹੀਂ। ਪਤੰਦਰੋ ਜਦੋਂ ਮੈਂ ਇੱਥੇ ਐ ਦੁੱਖ ਆਉਂਦਾ, ਇੱਥੇ ਆਉਣ ਨੂੰ ਤਾਂ ਤੁਹਾਡੇ ਸੂਲ ਲੜਦਾ ਇੱਥੇ ਹੁੰਦਾ ਵੀ ਇੱਥੇ ਆ ਕੇ ਬਹਿ ਗਏ ਅਸੀਂ 10 ਦਿਨ ਬੈਠ ਕੇ ਦੇਖੋ, ਦਿੱਲੀ ਆ ਕੇ ਆ ਜਾਓ, ਬੈਠੋ 4 ਦਿਨ ਆ ਕੇ ਤੁਹਾਨੂੰ ਪਤਾ ਲੱਗ ਜੂਗਾ ਕੀ ਕਹਾਣੀ ਹੈ। ਬੈਠੇ ਰਜਾਈ ਚ ਕਈ ਤਾਂ ਮੈਂ ਇਹੋ ਜਿਹੇ ਦੇਖੇ ਆ, ਜਾਂ ਉਹਨਾਂ ਨੇ ਇਕੱਲਾ ਬਸ ਟਿੱਪਣੀ ਕਰਨ ਦੀ ਖਾਤਰ ਹੀ ਆਪਣਾ ਨੈਟ ਜਾਂ ਖੋਲਣਾ ਹੁੰਦਾ, ਫਿਰ ਬੰਦ ਕਰ ਲੈਂਦੇ, ਟਿੱਪਣੀ ਕਰਕੇ ਫਿਰ ਬੰਦ ਕਰ ਲੈਂਦੇ ਆ। ਲਾਈ ਚਲੋ ਅੱਗ ਤੁਰੇ ਫਿਰੋ। ਕਬੀਰ ਲਿਖਦਾ, ਇੱਕ ਭੈਣ ਲਿਖਦੀ ਹੈ ਰਿੰਪੀ ਕੌਰ, ਕਹਿੰਦੀ ਚਲੋ ਮੰਨ ਲੈਨੇ ਆ ਤੁਹਾਡੀ ਗੱਲ ਬਟ ਇੱਕ ਟਿੱਪਣੀ ਕਰਨ ਦਾ ਮੀਨਿੰਗ ਕੀ ਆ? ਇਸ ਚੀਜ਼ ਨੂੰ ਕਿਹਾ ਕਿਹਨੇ ਆ? ਇਹ ਆਪਣੇ ਆਗੂਆਂ ਨੂੰ ਵੀ ਕਹੋ। ਸੋ ਮੇਰਾ ਵੀਰ ਚਲੋ ਇਹ ਪਤਾ ਨਹੀਂ ਕੀ ਕਿਹਾ ਭੈਣ ਨੇ। ਚਲੋ ਟਿੱਪਣੀਆਂ ਜਿਹੜੀਆਂ ਮੈਂ ਗੱਲ ਕਰਦਾ ਭੈਣੇ, ਉਹ ਵੀ ਕਰਦਾ ਕਿ ਟਿੱਪਣੀਆਂ ਛੇਤੀ ਰਾਏ ਨਾ ਬਣਾਇਆ ਕਰੋ, ਤੁਹਾਨੂੰ ਮੈਂ ਫੇਰ ਵਾਰੀ ਵੱਲ ਕਹਿਣਾ ਕਿ ਜਿਹੜੀਆਂ ਸਾਡੇ 'ਚ ਜੇ ਕੋਈ ਅੱਜ ਦਫਾੜ ਪਾਊਗਾ, ਸਾਡੇ 'ਚ ਜਿਹੜਾ ਵੀ ਬੰਦਾ ਫੁੱਟ ਪਾਉਣ ਵਾਲੀ ਗੱਲ ਕਰਦਾ, ਤਾਂ ਉਹ ਸਮਝ ਲਓ ਸਾਡੇ ਘੋਲ ਦਾ ਦੁਸ਼ਮਣ ਆ। ਉਹ ਸਾਨੂੰ ਹਰਾਉਣਾ ਚਾਹੁੰਦਾ, ਜਿਤਾਉਣਾ ਨਹੀਂ ਚਾਹੁੰਦਾ। ਅੱਜ ਮੈਨੂੰ ਪਤਾ ਇੱਥੇ ਬਹੁਤ ਕੁਛ ਹੁੰਦਾ, ਬੜਾ ਕੁਛ ਹੁੰਦਾ, ਬੜੀਆਂ ਗੱਲਾਂ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ, ਬੜਾ ਕੁਛ ਝੱਲਣਾ ਪੈਂਦਾ, ਸਹਿਣਾ ਪੈਂਦਾ। ਕੋਈ ਗੱਲ ਨਹੀਂ, ਆਵਾਂਗੇ ਪੰਜਾਬ ਜਿੱਤ ਕੇ, ਗੱਲਾਂ ਸਾਰੀਆਂ ਤੁਹਾਨੂੰ ਕੱਲੀ ਗੱਲ ਮੈਂ ਦੱਸੂਗਾ। ਪਰਮਾਤਮਾ ਕਰੇ ਕਿ ਅਸੀਂ ਪੰਜਾਬ ਜਿੱਤ ਕੇ ਆਈਏ, ਤੁਹਾਨੂੰ ਮੈਂ ਕੱਲੀ ਗੱਲ ਦੱਸ ਦੂੰਗਾ, ਕਿਹੜਾ ਕੀ ਹੈ, ਕਿਹੜਾ ਕਿਵੇਂ ਹੈ, ਕਿਹੜਾ ਕਦੋਂ ਕੀ ਸੀ, ਕਿਹਦੇ ਨਾਲ ਗੱਲ ਹੁੰਦੀ, ਕੀ ਹੁੰਦਾ, ਸਾਰੀ ਗੱਲ ਦਾ ਸਪਸ਼ਟੀਕਰਨ ਦੇ ਦਾਂਗੇ। ਪਰ ਅੱਜ ਸਮਾਂ ਨਹੀਂ ਹੈਗਾ ਯਾਰ, ਅੱਜ ਸਮਾਂ ਨਹੀਂ ਹੈਗਾ ਮੇਰਾ ਵੀਰ। ਕੋਈ ਗੱਲ ਨਹੀਂ, ਜੇ ਇੰਨੀ ਤੂਲ ਆਪਾਂ ਜਦੋਂ ਦਿੰਨੇ ਆ ਮਸਲੇ ਨੂੰ, ਮੈਂ ਫੇਰ ਕਹਿਣਾ ਕਬੀਰ ਪੁੱਛਦਾ ਕਿ ਕੀ ਉਹਨਾਂ ਨੇ, ਮੈਂ ਉਹ ਗੱਲ ਨਾਲ ਸਹਿਮਤ ਨਹੀਂ ਆ ਭਰਾਵਾ। ਰਾਜਾ ਸਾਹਿਬ ਨੇ ਜੋ ਬੋਲਿਆ ਉਹ ਗਲਤ ਬੋਲਿਆ, ਨਹੀਂ ਬੋਲਣਾ ਚਾਹੀਦਾ ਸੀ ਉਹਨੂੰ। ਆਪਣੀ ਉਹਨਾਂ ਨੂੰ ਆਪਣੀ ਗੱਲ ਦਾ ਸਪਸ਼ਟੀਕਰਨ ਕੱਲ ਨੂੰ ਦੇਣਾ ਬਣਦਾ। ਤੇ ਬਸ ਮੈਂ ਇੰਨੀ ਤੁਹਾਡੇ ਕੋਲ ਬੇਨਤੀ ਕਰਨੀ ਸੀ, ਕੋਈ ਵੀ ਗੱਲ ਆਉਂਦੀ ਆ ਨਾਲ ਦੀ ਨਾਲ ਫਿਰ ਪੋਸਟਾਂ ਪਾ ਕੇ ਨਿਰਾਸ਼ਤਾ ਨਾ ਲੈ ਕੇ ਆਓ। ਰੋਜ਼ 1000 1500 ਟਰਾਲੀ ਆਉਂਦੀ ਆ ਇੱਥੇ, ਰੋਜ਼ ਸਾਰਾ ਪੰਜਾਬ ਨੂੰ ਐਡਾ ਚਾਅ ਚੜਿਆ ਹੋਇਆ। ਇੱਥੋਂ ਮਾੜੀ ਜੀ ਗੱਲ ਨੂੰ ਤੁਸੀਂ ਲੈ ਕੇ ਜਦੋਂ ਜਾਂਦੇ ਆ ਨਾ, ਤੇ ਉਦੋਂ ਨਾਲ ਦੀ ਨਾਲ ਹੀ ਇਹ ਇੱਕ ਗੱਲ ਲਿਖਦਾ, ਵੀਰੇ ਕਾਮਰੇਡ ਲੀਡਰ ਜਾਣ ਬੁੱਝ ਕੇ ਛੇੜਦੇ ਨੇ। ਕੋਈ ਗੱਲ ਨਹੀਂ ਵੀਰੇ, ਆਪਾਂ ਇਹ ਗੱਲਾਂ ਸਾਰੀਆਂ ਕਰਾਂਗੇ, ਕੋਈ ਗੱਲ ਨਹੀਂ। ਤਾਂ ਇਹ ਇਸ ਕਰਕੇ ਨਾ ਇਸ ਤਰ੍ਹਾਂ ਦਾ ਨਾ ਮਾਹੌਲ ਕਰੋ। ਮਾੜੀ ਜੀ ਸਾਡੇ 'ਚ ਫੁੱਟ ਪਈ ਨਹੀਂ ਤੇ ਸਾਡਾ ਘੋਲ ਖਤਮ ਹੋਇਆ ਨਹੀਂ, ਗੱਲ ਯਾਦ ਰੱਖ ਲਓ। ਮੈਂ ਤੁਹਾਨੂੰ ਦੱਸਦਾ, ਹਿੱਲੀ ਪਈ ਆ ਸਰਕਾਰ, ਹਿੱਲੀ ਪਈ ਹੈ। ਸਾਨੂੰ ਪਤਾ ਲੱਗਦਾ ਕਿਵੇਂ ਹਿੱਲੀ ਹੈ ਇੱਥੇ ਸਰਕਾਰ। ਬੁਰਾ ਹਾਲ ਆ ਸਰਕਾਰ ਦਾ। ਜਿਹੜੇ ਕਹਿੰਦੇ ਸੀ ਇਹ ਤਾਂ ਢਾਉਣ 'ਚ ਕੱਲਾ ਪਿੱਛੇ ਨਹੀਂ ਮੁੜਦੇ, ਇਹ ਨਹੀਂ, ਇਹਦਾ ਝੁਕਦੇ ਨਹੀਂ। ਸੋ ਇਸ ਕਰਕੇ ਮੇਰਾ ਵੀਰ ਦੇਖਿਓ ਕਿ ਇਹ ਜੀ ਸਾਡੀ ਇੱਕ ਗਲਤੀ, ਕਹਿੰਦੇ ਹੁੰਦੇ ਆ ਲਮਹੋਂ ਨੇ ਖਤਾ ਕੀ ਤੇ ਸਦੀਆਂ ਨੇ ਸਜ਼ਾ ਪਾਈ। ਸਾਡੀ ਇੱਕ ਥੋੜੀ ਜਿਹੀ ਗਲਤੀ, ਥੋੜੀ ਜਿਹੀ ਗੱਲਬਾਤ ਭੜਕਾਹਟ ਪੈਦਾ ਕਰਨ ਵਾਲੀ ਜਾਂ ਇਸ ਤਰ੍ਹਾਂ ਦੀ ਇੱਧਰ ਉੱਧਰਲੀ ਗੱਲ ਕਰਨ ਵਾਲੀ ਸੰਘਰਸ਼ ਨੂੰ ਤੁਸੀਂ ਹਿਸਾਬ ਲਾ ਲਓ ਕਿੱਥੇ ਲੈ ਕੇ ਜਾ ਵੜੂਗੀ। ਕਿੱਥੇ 40 ਸਾਲ 50 ਸਾਲ ਪਿੱਛੇ ਚਲੇ ਜਾਵਾਂਗੇ ਅਸੀਂ। ਅੱਜ ਪੂਰੀ ਦੁਨੀਆ ਸਾਡੀ ਗੱਲ ਹੋ ਰਹੀ ਆ, ਪੂਰੀ ਦੁਨੀਆ ਸਾਨੂੰ ਸੁਣਦੀ ਹੈ, ਦੇਖ ਰਹੀ ਹੈ, ਨਜ਼ਰ ਆ ਪੂਰੀ ਦੁਨੀਆ ਦੀ ਇਸ ਮੋਰਚੇ ਦੇ ਉੱਤੇ। ਸੋ ਤੁਹਾਡੇ ਮੂਹਰੇ ਹੱਥ ਬੰਨ੍ਹਦਾ ਕਿ ਦੇਖਿਓ ਇਹੋ ਜਿਹੀ ਕੋਈ ਗੱਲਬਾਤ ਨਹੀਂ ਕਰਨੀ। ਕੱਲ ਨੂੰ ਰਾਜਾ ਸਾਹਿਬ ਸਟੇਜ ਤੇ ਆਉਣ, ਆਪਣਾ ਸਪਸ਼ਟੀਕਰਨ ਦੇਣ, ਗੱਲ ਖਤਮ ਕਰ ਦਿਆ ਕਰੋ। ਮੀਡੀਆ ਵਾਲਿਆਂ ਨੂੰ ਮੈਂ ਫੇਰ ਕਹਿਣਾ, ਜਿਹੜੇ ਬਣਾਏ ਫਿਰਦੇ ਚੈਨਲ ਜੇ, ਕਿ ਇਹੋ ਜਿਹੀ ਅੱਗ ਨਾ ਲਾਓ, ਨਾ ਅੱਗ ਲਾ ਕੇ ਲੋਕਾਂ ਨੂੰ ਤੁਸੀਂ ਇਹੋ ਜਿਹਾ ਗਲਤ ਸੁਨੇਹਾ ਇੱਥੋਂ ਪਹੁੰਚਾਓ। ਫਲਾਣੇ ਨੇ ਆਹ ਬੋਲਤਾ, ਢਿਮਕਿਆਂ ਨੇ ਆਹ ਬੋਲਤਾ, ਠੀਕ ਹੈ ਗਲਤ ਬੋਲਿਆ, ਉਹ ਸਪਸ਼ਟੀਕਰਨ ਦੇਣਗੇ ਆ ਕੇ। ਉਹਨੂੰ ਤੁਸੀਂ ਉਹਦੇ ਮੂਹਰੇ ਜਾ ਕੇ ਮੈਕ ਦਿੰਦੇ ਹੋ ਕਿ ਤੁਸੀਂ ਕੀ। ਹੁਣ ਮੈਂ ਬਲਦੇਵ ਸਿੰਘ ਸਿਰਸਾ ਦਾ ਵੀ ਸੁਣਿਆ, ਮੈਂ ਇੱਕ ਦੋ ਬੰਦਿਆਂ ਦਾ ਹੋਰ ਵੀ ਸੁਣਿਆ, ਮੈਨੂੰ ਵੀ ਫੋਨ ਆਈ ਗਏ, ਬਾਈ ਇਹਦੇ ਬਾਰੇ ਕੀ ਬਿਆਨ ਦੇਣਾ। ਮੈਂ ਕੋਈ ਬਿਆਨ ਨਹੀਂ ਦੇਣਾ, ਜਿਹੜਾ ਮੈਂ ਦੇਣਾ ਯਾਰ ਮੈਂ ਲੁੱਟ ਬਰੂ ਹੋ ਕੇ ਦੇ ਦੂੰਗਾ। ਹਰ ਇੱਕ ਗੱਲ ਤੇ ਬਿਆਨ ਦੇਣਾ। 15 ਸ਼ਰਮ ਕਰ ਲਓ ਮਾੜੀ ਮੋਟੀ।
ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਤੁਹਾਡੇ ਦਰ ਦਾ ਸੇਵਾ ਕਰ ਰਹੇ ਹਾਂ, ਤੁਹਾਡੇ ਨਾਲ ਆ, ਅਸੀਂ ਵੀ ਪੰਜਾਬ ਦੇ ਜਾਏ, ਅਸੀਂ ਵੀ ਪੰਜਾਬ ਦੇ ਪੁੱਤ ਹਾਂ। ਇੱਕ ਵੀਰ ਕਹਿੰਦਾ ਸੇਰੀ ਸਰਟੀਫਿਕੇਟ ਬਣ ਦਿੰਦੇ, ਬਿਲਕੁਲ ਭਰਾਵਾ ਸਰਟੀਫਿਕੇਟ ਬਣਨ ਲੱਗੇ ਤਾਂ ਮਿੰਟ ਲਾਉਂਦੇ ਆ। ਸੋ ਭਰਾਵੋ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਾ ਕੀਤੀ ਜਾਵੇ ਕਿ ਅੰਦੋਲਨ ਜਿਹੜਾ ਫੇਲ ਹੋਵੇ। ਭਾਈ ਜਿਹੜਾ ਭਖਿਆ ਹੋਇਆ ਮੁੱਦਾ ਹੈਗਾ ਅੱਜ ਕਿ ਬਲਵੀਰ ਸਿੰਘ ਰਾਜੇਵਾਲ ਵੱਲੋਂ ਜਿਹੜਾ ਅੱਜ ਬਿਆਨ ਸਟੇਜ ਦੇ ਉੱਤੇ ਦਿੱਤਾ ਗਿਆ, ਉਹ ਬਿਆਨ ਮੈਂ ਵੀ ਸੁਣਿਆ, ਸੁਣ ਕੇ ਉਸ ਬਿਆਨ ਨੂੰ ਦੁੱਖ ਲੱਗਿਆ ਕਿ ਜੋ ਰਾਜੇਵਾਲ ਸਾਹਿਬ ਨੇ ਕਿਹਾ ਉਹ ਨਹੀਂ ਕਹਿਣਾ ਬਣਦਾ ਸੀ। ਇੱਕ ਗੱਲ ਤਾਂ ਆਪਾਂ ਉਹਦੇ ਬਾਰੇ ਕਰ ਲਈਏ ਕਿ ਰਾਜੇਵਾਲ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ, ਤਾਂ ਰਾਜੇਵਾਲ ਸਾਹਿਬ ਇੱਕ ਗੱਲ ਤੁਸੀਂ ਖੁਦ ਬੋਲ ਰਹੇ ਹੋ ਕਿ ਮੈਂ ਰੋਜ਼ ਪਾਠ ਕਰਦਾ, ਅਰਦਾਸ ਕਰਦਾ, ਨਿਤਨੇਮੀ ਆ। ਤੇ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਇਹ ਤੁਸੀਂ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਆ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਆ, ਤਾਂ ਉਹ ਇਹ ਹੈ ਕਿ ਨਿਸ਼ਾਨ ਸਾਹਿਬ ਤਾਂ ਜਿੱਥੇ ਹੱਦ ਦੇ ਉੱਤੇ ਸਾਡੇ ਸਿੱਖ ਰੈਜੀਮੈਂਟ ਖੜੀਆਂ ਨੇ, ਫੌਜਾਂ ਖੜੀਆਂ ਨੇ, ਨਿਸ਼ਾਨ ਸਾਹਿਬ ਉੱਥੇ ਵੀ ਲੱਗੇ ਹੋਏ ਨੇ। ਜਦੋਂ ਸਿੱਖ ਰੈਜੀਮੈਂਟ ਦੀਆਂ ਜਿਹੜੀਆਂ ਗੱਡੀਆਂ ਨੇ ਕਿਸੇ ਵੀ ਹੱਦ ਵੱਲ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਵੀ ਨਿਸ਼ਾਨ ਸਾਹਿਬ ਝੂਲਦੇ ਨੇ। ਰਾਜਨਾਥ ਵਰਗੇ ਜਾ ਕੇ ਜਿਹੜਾ ਉੱਥੇ ਹੱਦ ਦੇ ਉੱਤੇ ਚੀਨ ਦੇ ਉੱਤੇ ਬੋਲੇ ਸੋ ਨਿਹਾਲ ਦੇ ਜਿਹੜੇ ਜੈਕਾਰੇ ਲਵਾਉਂਦੇ ਨੇ, ਤਾਂ ਇਹ ਕੋਈ ਬਹੁਤੀ ਵੱਡੀ ਗੱਲ ਮੈਨੂੰ ਲੱਗਦਾ ਨਹੀਂ ਸੀ ਕਿ ਤੁਹਾਨੂੰ ਕਰਨ ਵਾਲੀ ਬਣਦੀ ਹੈ। ਤੁਸੀਂ ਸਿਆਣੇ ਹੋ, ਸੁਲਝੇ ਹੋਏ ਹੋ, ਪਰ ਮਸਲਾ ਤੁਸੀਂ ਖਾਮਖਾ ਜਿਹੜਾ ਉਹ ਮੁੱਦਾ ਜਿਹਾ ਬਣਾਤਾ। ਇੱਕ ਜੇ ਆਪਾਂ ਇਹ ਗੱਲ ਕਰਦੇ ਹਾਂ ਕਿ ਗੋਦੀ ਮੀਡੀਆ ਇਹ ਕਰਦਾ ਹੈ ਕਿ ਇਹਨੂੰ ਖਾਲਿਸਤਾਨੀ ਰੰਗਤ ਦੇ ਰਿਹਾ, ਨਿਸ਼ਾਨ ਸਾਹਿਬ ਲੱਗੇ ਹੋਏ ਆ, ਉੱਥੇ ਪਾਠ ਚੱਲ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਤਾਂ ਇਹ ਤਾਂ ਗੱਲ ਕੋਈ ਨਵੀਂ ਨਹੀਂ ਹੈਗੀ। ਇਹ ਤਾਂ ਆਪਾਂ ਜਿੱਦੇ 26 ਤਰੀਕ ਦੇ ਆਏ ਆ ਨਾ, ਤਾਂ ਉਸ ਦਿਨ ਤੋਂ ਹੀ ਲੈ ਕੇ ਜਿਹੜਾ ਇਹ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀਗਾ, ਦੇਖੋ ਜੀ ਇਹ ਤਾਂ ਖਾਲਿਸਤਾਨੀ ਆ ਗਏ ਆ, ਇਹ ਅੱਤਵਾਦੀ ਆ ਗਏ ਆ, ਇਹਨਾਂ ਨੂੰ ਪਾਕਿਸਤਾਨ ਦੀ ਸ਼ਹਿ ਹੈ, ਇਹਨਾਂ ਨੂੰ ਚੀਨ ਤੋਂ ਫੰਡ ਆਉਂਦਾ, ਇਹਨਾਂ ਨੂੰ ਕੈਨੇਡਾ ਤੋਂ ਫੰਡ ਆਉਂਦਾ, ਨੇ ਬੜਾ ਕੁਛ ਉਹ ਪ੍ਰਾਪੇਗੰਡਾ ਤਾਂ ਉਹ ਕਰ ਰਹੇ ਨੇ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਗੋਦੀ ਮੀਡੀਆ ਦੇ ਆਖੇ ਲੱਗ ਕੇ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਹੈ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਹੈ, ਤਾਂ ਫਿਰ ਗੋਦੀ ਮੀਡੀਆ ਤਾਂ ਉਹਦੇ ਲਈ ਕਹਿ ਰਿਹਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਗਲਤ ਹੈ, ਇਹ ਨਹੀਂ ਕਿਸਾਨਾਂ ਨੂੰ ਸੜਕਾਂ ਰੋਕਣੀਆਂ ਚਾਹੀਦੀਆਂ, ਫਿਰ ਆਪਾਂ ਨੂੰ ਸੜਕਾਂ ਤੋਂ ਵੀ ਉੱਠ ਜਾਣਾ ਚਾਹੀਦਾ। ਸੋ ਇਸ ਕਰਕੇ ਇਹ ਜੋ ਤੁਹਾਡਾ ਬਿਆਨ ਆਇਆ ਇਹ ਠੀਕ ਨਹੀਂ ਮੈਨੂੰ ਲੱਗਿਆ, ਕਿਸੇ ਨੂੰ ਵੀ ਠੀਕ ਨਹੀਂ ਲੱਗਿਆ। ਮੈਨੂੰ ਲੱਗਦਾ ਕਿ ਦੇਖੋ ਤੁਸੀਂ ਜੇ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹੋ, ਪੰਜਾਬ ਤੋਂ ਆਪਾਂ ਇਹ ਜ਼ਮੀਨਾਂ ਦੀਆਂ ਗੱਲਾਂ ਕਰਦੇ ਹਾਂ, ਤਾਂ ਤੁਸੀਂ ਅੱਜ ਜਿਹੜਾ ਉੱਥੇ ਸਾਰਾ ਉਹ ਆਪਾਂ ਜਾਹੋ ਜਲਾਲ ਦੇਖਣ ਨੂੰ ਮਿਲਦਾ ਹੈ, ਸਾਰਾ ਮਾਹੌਲ ਦੇਖਣ ਨੂੰ ਮਿਲਦਾ ਹੈ, ਤਾਂ ਉਹ ਸਾਰਾ ਉਹ ਸਾਡੀਆਂ ਰਵਾਇਤਾਂ ਨੇ, ਉਹ ਵਿਰਾਸਤ ਦੇ ਵਿੱਚ ਮਿਲੀਆਂ ਹੋਈਆਂ ਸਾਨੂੰ ਚੀਜ਼ਾਂ ਨੇ। ਜੇ ਉਹ ਲੰਗਰ ਪ੍ਰਥਾ ਵੀ ਹੈਗੀ ਉੱਥੇ ਚੱਲ ਰਹੀ, ਜਾਂ ਜੋ ਵੀ ਉੱਥੇ ਅੱਜ ਵਾਪਰ ਰਿਹਾ ਹੈ, ਪੂਰੀ ਦੁਨੀਆ ਦੀ ਨਜ਼ਰ ਅੱਜ ਜੇ ਉਸ ਅੰਦੋਲਨ ਦੇ ਉੱਤੇ ਆ, ਤਾਂ ਇਹ ਸਾਨੂੰ ਉਸ ਵਿਰਾਸਤ, ਉਸ ਵਿਰਸੇ ਦੇ ਵਿੱਚੋਂ ਮਿਲਿਆ ਹੋਇਆ। ਸਾਡੀਆਂ ਤਾਂ ਉੱਥੇ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕਿਸੇ ਚੈਨਲ ਦੀ ਹਿੰਦੀ ਕੋਈ ਚੈਨਲ ਸੀਗਾ ਜਿਹੜਾ ਨੈਸ਼ਨਲ ਚੈਨਲ ਸੀ, ਉਹਦੇ ਉੱਤੇ ਇੱਕ ਬੈਠਾ ਐਂਕਰ ਨੂੰ ਕੋਈ ਬੰਦਾ ਸਵਾਲ ਕਰਦਾ ਹੈ ਕਿ ਉੱਥੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ, ਉੱਥੇ ਦਾ ਪਾਠ ਪ੍ਰਕਾਸ਼ ਹੋ ਗਏ ਜੀ, ਉੱਥੇ ਤਾਂ ਆਹ ਹੋ ਗਿਆ ਜੀ, ਵਾਹ ਹੋ ਗਿਆ। ਤਾਂ ਉਹਨੇ ਬੜੀ ਕਮਾਲ ਦੀ ਗੱਲ ਕਹੀ ਸੀ। ਉਹ ਕਹਿੰਦਾ ਅਸਲ ਜੇ ਤੁਸੀਂ ਸਿੱਖ ਵਿਰਸਾ ਦੇਖਣਾ ਹੈ, ਸਿੱਖੀ ਫਲਸਫਾ ਦੇਖਣਾ ਹੈ, ਕਹਿੰਦਾ ਅਸਲ ਇਹ ਰੰਗ ਹੈ, ਅਸਲ ਇਹ ਰੰਗ ਹੈ ਸਾਡਾ, ਜੋ ਸਾਨੂੰ ਇਤਿਹਾਸ ਚੋਂ ਮਿਲਿਆ, ਜੋ ਸਾਨੂੰ ਵਿਰਾਸਤ ਚੋਂ ਮਿਲਿਆ, ਸਾਡੇ ਗੁਰੂ ਸਾਹਿਬਾਨਾਂ ਵੱਲੋਂ ਮਿਲਿਆ। ਤਾਂ ਇਸ ਕਰਕੇ ਨਾ ਸਾਨੂੰ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਤੇ ਤੁਸੀਂ ਆਪ ਬੋਲ ਰਹੇ ਹੋ ਕਿ IT ਸੈੱਲ ਬਹੁਤ ਗੱਲ ਨੂੰ ਵਧਾ ਘਟਾ ਕੇ ਪੇਸ਼ ਕਰਦਾ, ਆਪਾਂ ਤਾਂ ਖੁਦ ਮੌਕਾ ਦੇ ਰਹੇ ਹਾਂ। ਇੱਕ ਸ਼ਬਦ ਬੋਲਣ ਤੋਂ ਪਹਿਲਾਂ ਰਾਜੇਵਾਲ ਸਾਹਿਬ ਸਾਨੂੰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, 1000 ਵਾਰ ਸੋਚਣਾ ਚਾਹੀਦਾ, 1000 ਵਾਰ ਸੋਚਣਾ ਚਾਹੀਦਾ ਕਿ ਇੱਕ ਸ਼ਬਦ ਸਾਡਾ ਬੋਲਿਆ ਸਾਡੇ ਅੰਦੋਲਨ ਨੂੰ ਕਿੱਧਰ ਨੂੰ ਲਿਜਾ ਸਕਦਾ, ਕਿਹੜੀ ਦਿਸ਼ਾ ਵੱਲ ਇਹ ਲਿਜਾ ਸਕਦਾ। ਦੇਖੋ ਇਹ ਤਾਂ ਸਾਰੇ ਤਰ੍ਹਾਂ ਦੇ, ਮੈਂ ਉਸ ਦਿਨ ਸਟੇਜ ਤੇ ਹੀ ਬੋਲਿਆ ਸੀ ਕਿ ਇੱਥੇ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਨੇ, ਕਾਮਰੇਡ ਵਿਚਾਰਧਾਰਾ ਦੇ ਵੀ ਨੇ, ਸਿੱਖੀ ਵਿਚਾਰਧਾਰਾ ਦੀ ਨੇ,
हिंदू विचारधारा वाले लोग भी ने, मुसलमान भी ने, ईसाई भी ने, सारियां धरावां दे लोग इत्थे आए हुए ने। असीं कोई भी एक तरह की उन्होंने रंगत दे के असीं घोल नूं गलत दिशा वल ले जांगे। लाडलियां फौजां की जिहड़ी तुसीं गल कीती, तां बड़े वारी सानूं कहंदे रहे कि लाडलियां फौजां नूं आउणा चाहीदा, तां ओह बेचारे आए ने, बैठे अपने मोर्चे लाए हुए ने। कोई वो मैं उत्थे रोज़ देखदा, कोई हुल्लड़बाजी नहीं वो करते। हाँ, तीजी गल जिहड़ी तुसीं कही, नौजवानों नूं अपील कीती, मैं स्टेज तो कल भी कीती सी कि यार जिहड़ी ठीक है तुसीं माड़ा मोटा मनोरंजन करना हुंदा उन्ना क वाजिब है, पर जे आपां सारी रात इस तरह उत्थे कोई दारू प्याला पी के डिक डुक ला के नच्ची जावांगे, ਉਹਨੂੰ ਉਹ ਜਿਹੜਾ ਹੈਗਾ ਜ਼ਿਆਦਾ ਵਧਾ ਚੜਾ ਕੇ ਪੇਸ਼ ਕਰਕੇ, ਤੇ ਜਾਂ ਮੰਨ ਲਓ ਕਈ ਵਾਰੀ ਐ ਹੁੰਦਾ ਰਾਤ ਨੂੰ दारू ਪੀਤੀ ਹੁੰਦੀ ਹੈ, ਖਾਧੀ ਪੀਤੀ ਦੇ ਵਿੱਚ ਕੋਈ ਆਪਸ ਵਿੱਚ ਲੜ ਪਓ, ਤਾਂ ਉਹ ਫਿਰ ਉਹਦਾ ਅਸਰ ਜਿਹੜਾ ਉਹ ਨੋਰਨ ਤੇ ਮਾੜਾ ਚਲਾ ਜਾਂਦਾ। ਇਹ ਗੱਲ ਠੀਕ ਹੈ ਤੁਹਾਡੀ। ਪਰ ਦੂਜੀ ਗੱਲ ਮੈਂ ਨਾਲ ਨਾ ਮੈਨੂੰ ਇੱਕ ਹੋਰ ਬੜਾ ਦੁੱਖ ਹੋਇਆ ਯਾਰ, ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ, ਉਹ ਭਰਾਵੋ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਆ, ਇਹ ਅੰਦੋਲਨ ਬਿਲਕੁਲ ਸਿਖਰ ਤੇ ਹੈ, ਬਿਲਕੁਲ ਪੀਕ ਤੇ ਹੈ, ਐ ਨਤੀਜੇ ਦੇ ਨੇੜੇ ਆ ਅਸੀਂ ਜਮਾ। ਤਾਂ ਯਾਰ ਤੁਸੀਂ ਪਤੰਦਰੋ ਮਾੜੀ ਜੀ ਗੱਲ ਨੂੰ ਏਡੀ ਤੂਲ ਦਿੰਦੇ ਹੋ ਨਾਲ ਦੀ ਨਾਲ। ਆ ਮੈਂ ਹੁਣ ਜਿਹੜਾ ਦੂਜਾ ਕਹਿਣਾ ਚਾਹੁੰਦਾ ਕਿ ਦੇਖੋ ਇਹ ਜਿਹੜੀਆਂ ਲਹਿਰਾਂ ਨੇ ਇਹ ਲੋਕ ਰੋਹ ਹੈ, ਰੋਜ਼ ਰੋਜ਼ ਨਹੀਂ ਭਰਾਵੋ ਉੱਠਦੇ, ਦਹਾਕੇ ਲੱਗ ਜਾਂਦੇ ਨੇ, ਸਦੀਆਂ ਲੱਗ ਜਾਂਦੀਆਂ ਨੇ। ਕਈ ਵਾਰੀ ਤਾਂ ਇਹੋ ਜਿਹੇ ਲੋਕ ਰੋਹਾਂ ਦੇ ਮਸਾਂ ਇਹਦਾ ਖੁਸ਼ੀ ਮਨਾਉਂਦੇ ਕੋ ਮਸਾਂ ਪੰਜਾਬ ਉੱਠਿਆ, ਬੌਂਦਲਿਆ ਹੋਇਆ ਸੀ ਪੰਜਾਬ, ਸੁੰਨਾ ਹੋਇਆ ਪਿਆ ਸੀ ਪੰਜਾਬ, ਤਾਂ ਸੁੱਤੀ ਹੋਈ ਸੀ ਪੰਜਾਬੀਅਤ ਸਾਡੀ ਕੌਮ, ਜਗਾਤਾ ਸਾਨੂੰ ਤਾਂ। ਤੇ ਆਹ ਤੁਸੀਂ ਨਾਲ ਦੀ ਨਾਲ ਮੇਰਾ ਵੀਰ ਉਦੋਂ ਬਾਅਦ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ, ਆਹ ਦੇਖੋ ਜੀ ਫਲਾਨਾ ਟਿਮਕਾ, ਆ ਜਿਹੜੇ ਆ ਫੇਸਬੁੱਕਾਂ ਦੇ ਬੈਠੇ ਹੁੰਦੇ ਨਾ, ਇਹਨਾਂ ਦਾ ਇਹੀ ਕੰਮ ਹੁੰਦਾ ਇਹਨਾਂ ਨੂੰ ਚਲੂਣੇ ਵੀ ਲੜਨਗੇ ਮੇਰੀ ਗੱਲ ਤੋਂ। ਮਾੜੀ ਜੀ ਗੱਲ ਉੱਠਣ ਨਹੀਂ ਦਿੰਦੇ, ਨਾਲ ਦੀ ਨਾਲ ਹੀ ਫਲਾਨਾ ਇਹਨੇ ਆਹ ਬੋਲਤਾ, ਧਮਕੇ ਨੇ ਆਹ ਬੋਲਤਾ, ਨਾਲ ਦੀ ਨਾਲ ਲੱਗ ਜਾਂਦੇ ਹੋ। ਦੀਪ ਸਿੱਧੂ ਨੇ ਇੱਕ ਬਿਆਨ ਦਿੱਤਾ ਸੀ, ਉਹਨੇ ਆਪਣਾ ਸਪਸ਼ਟੀਕਰਨ ਦੇ ਕੇ ਗੱਲ ਖਤਮ ਹੋ ਗਈ। ਰਾਜੇਵਾਲ ਨੇ ਆਪਣਾ ਬਿਆਨ ਦਿੱਤਾ, ਕੱਲ ਨੂੰ ਆਪਣੀ ਮਾਫੀ ਮੰਗ ਕੇ ਆਪਣਾ ਸਪਸ਼ਟੀਕਰਨ ਦੇਣਗੇ, ਗੱਲ ਖਤਮ ਹੋ ਜਾਣੀ ਹੈ। ਉਹ ਨਾ ਭਰਾਵੋ ਹੱਥ ਬੰਨੇ ਤੁਹਾਡੇ ਮੂਹਰੇ ਰੋਜ਼ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤੁਸੀਂ ਬਣਾ ਦਿੰਦੇ ਹੋ ਕਿ ਆਹ ਦੇਖੋ ਜੀ ਆਹ ਹੋ ਗਿਆ ਉਹ ਹੋ ਗਿਆ। ਔਰ ਦੂਜਾ ਜਿਹੜਾ ਕੰਮ ਕਰ ਰਿਹਾ ਜਿਹੜਾ ਪੰਜਾਬ ਦਾ ਮੀਡੀਆ, ਮੈਂ ਕਹੂੰਗਾ ਇੱਥੇ ਹੁਣ ਗੋਦੀ ਮੀਡੀਆ ਦੀ ਗੱਲ ਨਹੀਂ ਹੋਈ, ਪੰਜਾਬ ਦੇ ਮੀਡੀਆ ਦੀ ਮੈਂ ਗੱਲ ਕਰਦਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ, ਅਸੀਂ ਪੰਜਾਬ ਲਈ ਕੰਮ ਕਰ ਰਹੇ ਹਾਂ, ਅਸੀਂ ਤੁਹਾਡੀਆਂ ਖਬਰਾਂ ਐ ਪਹੁੰਚਾ ਰਹੇ ਹਾਂ, ਬਹੁਤ ਪਹੁੰਚਾ ਰਹੇ ਹਾਂ, ਨਾਲ ਦੀ ਨਾਲ ਤੁਸੀਂ TRP ਲੈਣ ਦੇ ਮਾਰੇ, ਨਾਲ ਦੀ ਨਾਲ ਤੁਸੀਂ ਵਿਊ ਬਹੁ ਲੈਣ ਦੇ ਮਾਰੇ ਉਹਦੀ ਮਹਿਕ ਜਾ ਡਾ ਦਿੰਦੇ ਹਰ ਇੱਕ ਦੇ ਮੂਹਰੇ ਜਾ ਕੇ। ਹਾਂਜੀ ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਆਹ ਬਿਆਨ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੀ ਟੱਟੂ ਹੈ ਪ੍ਰਤੀਕਿਰਿਆ ਯਾਰ? ਇਹ ਮਿੰਟ 'ਚ ਤੁਸੀਂ ਅੰਦਰੋਂ 1 ਮਿੰਟ 'ਚ ਤੁਸੀਂ ਲਾਉਂਦੇ ਹੋ ਕਿਸੇ ਨੂੰ ਗਦਾਰ ਬਣਾ ਦਿੰਦੇ ਹੋ, ਮਿੰਟ 'ਚ ਹੀਰੋ ਬਣਾ ਦਿੰਦੇ ਹੋ। ਇੱਥੇ ਜਿਹੜੀ ਸਥਿਤੀ ਆ, ਇੱਥੇ ਬੈਠੇ ਆ, ਸਾਨੂੰ ਪਤਾ ਕੀ ਆ, ਸਮਝੋ। ਮਿੰਟ ਨਾ ਲਾਇਆ ਕਰੋ ਇਹ ਜਿਹੀਆਂ ਗੱਲਾਂ ਨੂੰ ਚੱਕਣ ਲੱਗਿਆਂ ਨੂੰ। ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਗੱਲਾਂ ਤੋਂ ਗੁਰੇਜ਼ ਕਰੋ। ਇਹ ਸਰਕਾਰਾਂ ਚਾਹੁੰਦੀਆਂ ਨੇ, ਇਹ ਉਹਨਾਂ ਦਾ IT ਸੈੱਲ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਹਾਂ, ਉਹਨਾਂ IT ਵਿੰਗ ਬਣਿਆ ਹੋਇਆ ਬੜਾ ਮਜ਼ਬੂਤ ਹੈ, ਉਹ ਨਾਲ ਦੀ ਨਾਲ ਇਹ ਜਿਹੀਆਂ ਖਬਰਾਂ ਨੂੰ ਚੱਲ ਕੇ ਉਹਨਾਂ ਦੇ ਫਿਰ ਟਿੱਪਣੀਆਂ ਕਰਦਾ ਹੈ। ਫਿਰ ਉਹਨਾਂ ਦੀਆਂ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਮੇਰੀ ਗੱਲ ਸੁਣ ਲਓ, ਮੈਂ ਅੱਗੇ ਵੀ ਪਹਿਲਾਂ ਤੁਹਾਨੂੰ ਦੱਸਿਆ ਸੀਗਾ, ਉਹਨਾਂ ਦੀਆਂ ਜਿਹੜੀਆਂ ਆਈਡੀਆਂ ਬਣੀਆਂ ਹੋਈਆਂ ਨੇ ਉਹ ਸਿੱਖਾਂ ਦੇ ਨਾਂ ਤੇ ਬਣੀਆਂ ਹੋਈਆਂ ਨੇ। ਕਿਸੇ ਦੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਹੈ, ਕਿਸੇ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਆ, ਕਿਸੇ ਤੇ ਦਰਬਾਰ ਸਾਹਿਬ ਦੀ ਫੋਟੋ ਆ, ਢਾਹੇ ਹੋਏ ਦਰਬਾਰ ਸਾਹਿਬ ਦੀ ਫੋਟੋ ਆ, ਕਿਸੇ ਦੇ ਭਗਤ ਸਿੰਘ ਦੀ ਫੋਟੋ ਹੈ, ਕਿਸੇ ਦੇ ਸਰਾਭੇ ਦੀ ਫੋਟੋ ਆ। ਨਾਂ ਪਤਾ ਕੀ ਹੈ? ਕਿਸੇ ਦਾ ਬਲਵੀਰ ਸਿੰਘ, ਕਿਸੇ ਦਾ ਹਰਪ੍ਰੀਤ ਸਿੰਘ, ਕਿਸੇ ਦਾ ਗੁਰਦੀਪ ਸਿੰਘ, ਕਿਸੇ ਦਾ ਸਿੰਘ ਸਾਹਿਬ। ਇਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੇ ਹੈਗੇ ਨੇ ਨਾਂ ਰੱਖੇ ਹੋਏ ਨੇ ਆਪਣੇ IT। ਉਹ ਸਾਨੂੰ ਲੱਗਦਾ ਹੁੰਦਾ ਹੈ ਹੁਣ ਜੋ ਉਹੋ ਜਿਹੇ ਪੇਜ ਬਣਾਏ ਹੋਏ ਨੇ ਉਹਨਾਂ ਦੇ, ਉਹ ਜਿਹੇ ਪੇਜਾਂ ਦੇ ਉੱਤੋਂ ਪਤਾ ਆ ਗੱਲਾਂ ਪਾ ਕੇ ਸਾਨੂੰ ਲੱਗਦਾ ਹੁੰਦਾ, ਫਿਰ ਥੱਲੇ ਅਸੀਂ ਦੇਖਦੇ ਨਹੀਂ ਹੁੰਦੇ ਕੀ ਗੱਲਬਾਤ ਆ, ਦੱਬੀ ਤੁਰੇ ਜਾਂਦੇ ਹੁੰਦੇ, ਤੇਰੀ ਮਾਂ ਨੂੰ, ਤੇਰੀ ਭੈਣ ਨੂੰ, ਜਾਂ ਜਿਹਦੇ ਹੱਕ ਚੰਗਾ ਲਿਖਣਾ ਦਾ ਸਿਰਾ ਪਤਾ ਹੁੰਦਾ ਨਹੀਂ ਗੱਲ ਦਾ ਵਿੱਚੋਂ ਵੀ ਗੱਲਬਾਤ ਹੈ ਕੀ ਆ। ਸੋ ਤੁਹਾਨੂੰ ਬੇਨਤੀ ਕਰਦੇ ਆ ਵੀ ਇਹ ਗੱਲਾਂ ਤੋਂ ਮੇਰਾ ਵੀਰ ਬਹੁਤ ਸੁਚੇਤ ਰਹਿਣ ਦੀ ਲੋੜ ਆ। ਜਿਹੜਾ ਬੰਦਾ ਜਿਹੜਾ ਪੇਜ ਵਾਲਾ ਇਹੋ ਜਿਹੀ ਗੱਲਬਾਤ ਕੋਈ ਕਰੂਗਾ ਅੱਜ ਦੇ ਸਮੇਂ ਦੇ ਵਿੱਚ, ਜਿਹੜਾ ਬੰਦਾ ਭੜਕਾਹਟ ਵਾਲੀ ਗੱਲ ਕਰਦਾ, ਆ ਜਿਹੜੇ ਜਾਵਾਂ ਦੁਬਾਰੇ ਫੇਰਾ ਚੈਨਲ ਵਾਲਿਆਂ ਤੇ ਆਉਣਾ ਵੀ ਸੋਡੇ ਨਾਲ ਜੁੱਤੀ ਫੇਰਨੀ ਪਏ ਸਾਨੂੰ, ਕਦੇ
ਲੋੜ नहीं जो ਇਹੋ ਜਿਹੀ ਕਵਰੇਜ ਕਰਨੀ ਹੈ, ਸਾਨੂੰ ਦਿਫਾੜ ਕਰਨਾ, ਸਾਡੇ ਘੋਲ ਨੂੰ ਤਾਰ ਪਿੰਡੋ ਤੁਸੀਂ ਵੀ ਕਰਨ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਹੋ। ਮਾੜੀ ਜੀ ਗੱਲ ਹੁੰਦੀ ਹੈ ਜਾ ਕੇ ਮੈਂ ਖੜਾ ਦਿੰਦੇ ਅਗਲੇ ਦੇ ਮੂੰਹ 'ਚ, ਜਾ ਵੜੋ ਫਿਰ ਪੰਜਾਬ ਜਾ ਕੇ ਬਹਿ ਜਾਓ, ਕੋਈ ਗੱਲ ਨਹੀਂ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਗੱਲ ਪਹੁੰਚਾ ਦਿਆਂਗੇ। ਸੋ ਇਸ ਕਰਕੇ ਸਾਰੇ ਮੇਰਾ ਵੀਰ ਮੈਂ ਫੇਰ ਬੇਨਤੀ ਕਰਦਾ, ਰਾਜੇਵਾਲ ਨੇ ਜੋ ਕਿਹਾ ਕੋਈ ਗੱਲ ਨਹੀਂ, ਉਹਨੂੰ ਕੱਲ ਨੂੰ ਆ ਕੇ ਸਪਸ਼ਟੀਕਰਨ ਦੇਣਾ ਚਾਹੀਦਾ, ਬਣਦਾ। ਜੇ ਉਹਨੇ ਕਹੀ ਹੈ ਇਹ ਗੱਲ ਤਾਂ ਉਹ ਸਟੇਜ ਦੇ ਉੱਤੇ ਆ ਕੇ ਆਪਣੀ ਮਾਫੀ ਮੰਗਣ, ਆਪਣੀ ਗੱਲ ਦਾ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਕਿਹਾ ਕਿਉਂ ਆ ਇਹ। ਠੀਕ ਆ, ਕੋਈ ਇੱਥੇ ਦਫਾੜ ਨਹੀਂ ਹੈਗਾ, ਸਾਰੇ ਇੱਕ ਆ। ਕਿਸਾਨ ਜਥੇਬੰਦੀਆਂ ਵੀ ਸਾਰੀਆਂ ਨਾਲ ਨੇ, ਦੂਜੇ ਤੀਜੇ ਸਾਰੇ ਨਾਲ ਨੇ, ਸਾਰੇ ਇੱਥੇ ਧਰਮਾਂ ਜਾਤਾਂ ਮਜ਼ਹਬਾਂ ਦੇ ਸਾਰੇ ਨਾਲ ਨੇ। ਅਸੀਂ ਜਿੱਤ ਕੇ ਜਾਣਾ, ਸਾਡਾ ਹੋਰ ਕੋਈ ਇੱਧਰ ਉੱਧਰ ਪਤਾ ਨਹੀਂ। ਪਤੰਦਰੋ ਜਦੋਂ ਮੈਂ ਇੱਥੇ ਐ ਦੁੱਖ ਆਉਂਦਾ, ਇੱਥੇ ਆਉਣ ਨੂੰ ਤਾਂ ਤੁਹਾਡੇ ਸੂਲ ਲੜਦਾ ਇੱਥੇ ਹੁੰਦਾ ਵੀ ਇੱਥੇ ਆ ਕੇ ਬਹਿ ਗਏ ਅਸੀਂ 10 ਦਿਨ ਬੈਠ ਕੇ ਦੇਖੋ, ਦਿੱਲੀ ਆ ਕੇ ਆ ਜਾਓ, ਬੈਠੋ 4 ਦਿਨ ਆ ਕੇ, ਤੁਹਾਨੂੰ ਪਤਾ ਲੱਗ ਜੂਗਾ ਕੀ ਕਹਾਣੀ ਹੈ। ਬੈਠੇ ਰਜਾਈ ਚ ਕਈ ਤਾਂ ਮੈਂ ਇਹੋ ਜਿਹੇ ਦੇਖੇ ਆ, ਜਾਂ ਉਹਨਾਂ ਨੇ ਕੱਲਾ ਬਸ ਟਿੱਪਣੀ ਕਰਨ ਦੀ ਖਾਤਰ ਹੀ ਆਪਣਾ ਨੈਟ ਜਾਂ ਖੋਲਣਾ ਹੁੰਦਾ, ਫਿਰ ਬੰਦ ਕਰ ਲੈਂਦੇ, ਟਿੱਪਣੀ ਕਰਕੇ ਫਿਰ ਬੰਦ ਕਰ ਲੈਂਦੇ ਆ, ਲਾਈ ਚਲੋ ਅੱਗ ਤੁਰੇ ਫਿਰੋ। ਕਬੀਰ ਲਿਖਦਾ, ਭੈਣ ਲਿਖਦੀ ਹੈ ਰਿੰਪੀ ਕੌਰ, ਕਹਿੰਦੀ ਚਲੋ ਮੰਨ ਲੈਨੇ ਆ ਤੁਹਾਡੀ ਗੱਲ, ਬਹੁਤ ਤੁਹਾਡੀ ਗੱਲ, ਬਟ ਇੱਕ ਟਿੱਪਣੀ ਕਰਨ ਦਾ ਮੀਨਿੰਗ ਕੀ ਆ? ਇਸ ਚੀਜ਼ ਨੂੰ ਕਿਹਾ ਕਿਹਨੇ ਆ? ਇਹ ਆਪਣੇ ਆਗੂਆਂ ਨੂੰ ਵੀ ਕਹੋ। ਸੋ ਮੇਰਾ ਵੀਰ ਚਲੋ ਇਹ ਪਤਾ ਨਹੀਂ ਕੀ ਕਿਹਾ ਭੈਣ ਨੇ। ਚਲੋ ਟਿੱਪਣੀਆਂ ਜਿਹੜੀਆਂ ਮੈਂ ਗੱਲ ਕਰਦਾ ਭੈਣੇ, ਉਹ ਵੀ ਕਰਦਾ ਕਿ ਟਿੱਪਣੀਆਂ ਛੇਤੀ ਰਾਏ ਨਾ ਬਣਾਇਆ ਕਰੋ, ਛੇਤੀ ਰਾਏ ਨਾ ਬਣਾਇਆ ਕਰੋ। ਤੁਹਾਨੂੰ ਮੈਂ ਫੇਰ ਵਾਰੀ ਵੱਲ ਕਹਿਣਾ ਕਿ ਜਿਹੜੀਆਂ ਸਾਡੇ 'ਚ ਜੇ ਕੋਈ ਅੱਜ ਦਫਾੜ ਪਾਊਗਾ, ਸਾਡੇ 'ਚ ਜਿਹੜਾ ਵੀ ਬੰਦਾ ਫੁੱਟ ਪਾਉਣ ਵਾਲੀ ਗੱਲ ਕਰਦਾ, ਤਾਂ ਉਹ ਸਮਝ ਲਓ ਸਾਡੇ ਘੋਲ ਦਾ ਦੁਸ਼ਮਣ ਆ। ਉਹ ਸਾਨੂੰ ਹਰਾਉਣਾ ਚਾਹੁੰਦਾ, ਜਿਤਾਉਣਾ ਨਹੀਂ ਚਾਹੁੰਦਾ। ਅੱਜ ਮੈਨੂੰ ਪਤਾ ਇੱਥੇ ਬਹੁਤ ਕੁਛ ਹੁੰਦਾ, ਬੜਾ ਕੁਛ ਹੁੰਦਾ, ਬੜੀਆਂ ਗੱਲਾਂ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ, ਬੜਾ ਕੁਛ ਝੱਲਣਾ ਪੈਂਦਾ, ਸਹਿਣਾ ਪੈਂਦਾ। ਕੋਈ ਗੱਲ ਨਹੀਂ, ਆਵਾਂਗੇ ਪੰਜਾਬ ਜਿੱਤ ਕੇ, ਗੱਲਾਂ ਸਾਰੀਆਂ ਤੁਹਾਨੂੰ ਕੱਲੀ ਗੱਲ ਮੈਂ ਦੱਸੂਗਾ। ਪਰਮਾਤਮਾ ਕਰੇ ਕਿ ਅਸੀਂ ਪੰਜਾਬ ਜਿੱਤ ਕੇ ਆਈਏ, ਤੁਹਾਨੂੰ ਮੈਂ ਕੱਲੀ ਗੱਲ ਦੱਸ ਦੂੰਗਾ, ਕਿਹੜਾ ਕੀ ਹੈ, ਕਿਹੜਾ ਕਿਵੇਂ ਹੈ, ਕਿਹੜਾ ਕਦੋਂ ਕੀ ਸੀ, ਕਿਹਦੇ ਨਾਲ ਗੱਲ ਹੁੰਦੀ, ਕੀ ਹੁੰਦਾ, ਸਾਰੀ ਗੱਲ ਦਾ ਸਪਸ਼ਟੀਕਰਨ ਦੇ ਦਾਂਗੇ। ਪਰ ਅੱਜ ਸਮਾਂ ਨਹੀਂ ਹੈਗਾ ਯਾਰ, ਅੱਜ ਸਮਾਂ ਨਹੀਂ ਹੈਗਾ ਮੇਰਾ ਵੀਰ। ਕੋਈ ਗੱਲ ਨਹੀਂ, ਜੇ ਇੰਨੀ ਤੂਲ ਆਪਾਂ ਜਦੋਂ ਦਿੰਦੇ ਆ ਮਸਲੇ ਨੂੰ, ਮੈਂ ਫੇਰ ਕਹਿਣਾ ਕਬੀਰ ਪੁੱਛਦਾ ਕਿ ਕੀ ਉਹਨਾਂ ਨੇ, ਮੈਂ ਉਹ ਗੱਲ ਨਾਲ ਸਹਿਮਤ ਨਹੀਂ ਆ ਭਰਾਵਾ। ਰਾਜੇਵਾਲ ਸਾਹਿਬ ਨੇ ਜੋ ਬੋਲਿਆ ਉਹ ਗਲਤ ਬੋਲਿਆ, ਨਹੀਂ ਬੋਲਣਾ ਚਾਹੀਦਾ ਸੀ ਉਹਨੂੰ। ਆਪਣੀ ਉਹਨਾਂ ਨੂੰ ਆਪਣੀ ਗੱਲ ਦਾ ਸਪਸ਼ਟੀਕਰਨ ਕੱਲ ਨੂੰ ਦੇਣਾ ਬਣਦਾ। ਤੇ ਬਸ ਮੈਂ ਇੰਨੀ ਤੁਹਾਡੇ ਕੋਲ ਬੇਨਤੀ ਕਰਨੀ ਸੀ। ਕੋਈ ਵੀ ਗੱਲ ਆਉਂਦੀ ਆ ਨਾਲ ਦੀ ਨਾਲ ਫਿਰ ਪੋਸਟਾਂ ਪਾ ਕੇ ਨਿਰਾਸ਼ ਤਾਂ ਨਾ ਲੈ ਕੇ ਆਓ। ਰੋਜ਼ 1000 1500 ਟਰਾਲੀ ਆਉਂਦੀ ਆ ਇੱਥੇ, ਰੋਜ਼ ਸਾਰਾ ਪੰਜਾਬ ਨੂੰ ਐਡਾ ਚਾਅ ਚੜਿਆ ਹੋਇਆ। ਇੱਥੋਂ ਮਾੜੀ ਜੀ ਗੱਲ ਨੂੰ ਤੁਸੀਂ ਲੈ ਕੇ ਜਦੋਂ ਜਾਂਦੇ ਆ ਨਾ, ਤੇ ਉਹ ਉਦੋਂ ਨਾਲ ਦੀ ਨਾਲ ਹੀ ਇਹ ਇੱਕ ਗੱਲ ਲਿਖਦਾ, ਵੀਰੇ ਕਾਮਰੇਡ ਲੀਡਰ ਜਾਣ ਬੁੱਝ ਕੇ ਛੇੜਦੇ ਨੇ। ਕੋਈ ਗੱਲ ਨਹੀਂ ਵੀਰੇ, ਆਪਾਂ ਇਹ ਗੱਲਾਂ ਸਾਰੀਆਂ ਕਰਾਂਗੇ, ਕੋਈ ਗੱਲ ਨਹੀਂ। ਤਾਂ ਇਹ ਇਸ ਕਰਕੇ ਨਾ ਇਸ ਤਰ੍ਹਾਂ ਦਾ ਨਾ ਮਾਹੌਲ ਕਰੋ। ਮਾੜੀ ਜੀ ਸਾਡੇ 'ਚ ਫੁੱਟ ਪਈ ਨਹੀਂ ਤੇ ਸਾਡਾ ਘੋਲ ਖਤਮ ਹੋਇਆ ਨਹੀਂ, ਗੱਲ ਯਾਦ ਰੱਖ ਲਓ। ਮੈਂ ਤੁਹਾਨੂੰ ਦੱਸਦਾ, ਹਿੱਲੀ ਪਈ ਆ ਸਰਕਾਰ, ਹਿੱਲੀ ਪਈ ਹੈ। ਸਾਨੂੰ ਪਤਾ ਲੱਗਦਾ ਕਿਵੇਂ ਹਿੱਲੀ ਹੈ ਇੱਥੇ ਸਰਕਾਰ। ਬੁਰਾ ਹਾਲ ਆ ਸਰਕਾਰ ਦਾ। ਜਿਹੜੇ ਕਹਿੰਦੇ ਸੀ ਇਹਦਾ ਢਾਉਣ 'ਚ ਕੱਲਾ ਪਿੱਛੇ ਨਹੀਂ ਮੁੜਦੇ, ਇਹ ਨਹੀਂ, ਇਹਦਾ ਝੁਕਦੇ ਨਹੀਂ। ਸੋ ਇਸ ਕਰਕੇ ਮੇਰਾ ਵੀਰ ਦੇਖਿਓ ਕਿ ਇਹ ਜੀ ਸਾਡੀ ਇੱਕ ਗਲਤੀ, ਕਹਿੰਦੇ ਹੁੰਦੇ ਆ ਲਮਹੋਂ ਨੇ ਖਤਾ ਕੀ ਤੇ ਸਦੀਆਂ ਨੇ ਸਜ਼ਾ ਪਾਈ। ਸਾਡੀ ਇੱਕ ਥੋੜੀ ਜਿਹੀ ਗਲਤੀ, ਥੋੜੀ ਜਿਹੀ ਗੱਲਬਾਤ ਭੜਕਾਹਟ ਪੈਦਾ ਕਰਨ ਵਾਲੀ ਜਾਂ ਇਸ ਤਰ੍ਹਾਂ ਦੀ ਇੱਧਰ ਉੱਧਰਲੀ ਗੱਲ ਕਰਨ ਵਾਲੀ ਸੰਘਰਸ਼ ਨੂੰ ਤੁਸੀਂ ਹਿਸਾਬ ਲਾ ਲਓ ਕਿੱਥੇ ਲੈ ਕੇ ਜਾ ਵੜੂਗੀ। ਕਿੱਥੇ 40 ਸਾਲ 50 ਸਾਲ ਪਿੱਛੇ ਚਲੇ ਜਾਵਾਂਗੇ ਅਸੀਂ। ਅੱਜ ਪੂਰੀ ਦੁਨੀਆ ਸਾਡੀ ਗੱਲ ਹੋ ਰਹੀ ਆ, ਪੂਰੀ ਦੁਨੀਆ ਸਾਨੂੰ ਸੁਣਦੀ ਹੈ, ਦੇਖ ਰਹੀ ਹੈ, ਨਜ਼ਰ ਆ ਪੂਰੀ ਦੁਨੀਆ ਦੀ ਇਸ ਮੋਰਚੇ ਦੇ ਉੱਤੇ। ਸੋ ਤੁਹਾਡੇ ਮੂਹਰੇ ਹੱਥ ਬੰਨ੍ਹਦਾ ਕਿ ਦੇਖਿਓ ਇਹੋ ਜਿਹੀ ਕੋਈ ਗੱਲਬਾਤ ਨਹੀਂ ਕਰਨੀ। ਕੱਲ ਨੂੰ ਰਾਜੇਵਾਲ ਸਾਹਿਬ ਸਟੇਜ ਤੇ ਆਉਣ, ਆਪਣਾ ਸਪਸ਼ਟੀਕਰਨ ਦੇਣ, ਗੱਲ ਖਤਮ ਕਰ ਦਿਆ ਕਰੋ। ਮੀਡੀਆ ਵਾਲਿਆਂ ਨੂੰ ਮੈਂ ਫੇਰ ਕਹਿਣਾ, ਜਿਹੜੇ ਬਣਾਏ ਫਿਰਦੇ ਚੈਨਲ ਜੇ, ਕਿ ਇਹੋ ਜਿਹੀ ਅੱਗ ਨਾ ਲਾਓ,
ਨਾ ਅਗਲਾ ਕੇ ਲੋਕਾਂ ਨੂੰ ਤੁਸੀਂ ਇਹੋ ਜਿਹਾ ਗਲਤ ਸੁਨੇਹਾ ਇੱਥੋਂ ਪਹੁੰਚਾਓ, ਫਲਾਣੇ ਨੇ ਆਹ ਬੋਲਤਾ, ਢਿਮਕਿਆ ਨੇ ਆਹ ਬੋਲਤਾ। ਠੀਕ ਹੈ, ਗਲਤ ਬੋਲਿਆ, ਉਹ ਸਪਸ਼ਟੀਕਰਨ ਦੇਣਗੇ ਆ ਕੇ। ਉਹਨੂੰ ਤੁਸੀਂ ਉਹਦੇ ਮੂਹਰੇ ਜਾ ਕੇ ਮੈਕ ਦਿੰਦੇ ਹੋ ਕਿ ਤੁਸੀਂ ਕੀ। ਹੁਣ ਮੈਂ ਬਲਦੇਵ ਸਿੰਘ ਸਿਰਸਾ ਦਾ ਵੀ ਸੁਣਿਆ, ਮੈਂ ਇੱਕ ਦੋ ਬੰਦਿਆਂ ਦਾ ਹੋਰ ਵੀ ਸੁਣਿਆ, ਮੈਨੂੰ ਵੀ ਫੋਨ ਆਈ ਗਏ, ਬਾਈ ਇਹਦੇ ਬਾਰੇ ਕੀ ਬਿਆਨ ਦੇਣਾ। ਮੈਂ ਕੋਈ ਬਿਆਨ ਨਹੀਂ ਦੇਣਾ, ਜਿਹੜਾ ਮੈਂ ਦੇਣਾ ਯਾਰ ਮੈਂ ਲੁੱਟ ਬਰੂ ਹੋ ਕੇ ਦੇ ਦੂੰਗਾ। ਹਰ ਇੱਕ ਗੱਲ ਤੇ ਬਿਆਨ ਦੇਣਾ। ਬੰਦਰੋਂ ਸ਼ਰਮ ਕਰ ਲਓ ਮਾੜੀ ਮੋਟੀ। ਇੱਕ ਵਾਰ ਤੁਸੀਂ ਕਹਿੰਦੇ ਅਸੀਂ ਤੁਹਾਡੇ ਦਿਨ ਰਾਤ ਸੇਵਾ ਕਰ ਰਹੇ ਹਾਂ, ਤੁਹਾਡੇ ਨਾਲ ਆ, ਅਸੀਂ ਵੀ ਪੰਜਾਬ ਦੇ ਜਾਏ ਹਾਂ, ਅਸੀਂ ਵੀ ਪੰਜਾਬ ਦੇ ਪੁੱਤ ਹਾਂ। ਇੱਕ ਵੀਰ ਕਹਿੰਦਾ ਫੇਰੀ ਸਰਟੀਫਿਕੇਟ ਬਣ ਦਿੰਦੇ। ਬਿਲਕੁਲ ਭਰਾਵਾ, ਸਰਟੀਫਿਕੇਟ ਬਣਨ ਲੱਗੇ ਤਾਂ ਮਿੰਟ ਲਾਉਂਦੇ ਆ। ਸੋ ਭਰਾਵੋ, ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਾ ਕੀਤੀ ਜਾਵੇ ਕਿ ਅੰਦੋਲਨ ਜਿਹੜਾ ਫੇਲ ਹੋਵੇ। ਭਾਈ ਫਿਰ ਜਿਹੜਾ ਭਖਿਆ ਹੋਇਆ ਮੁੱਦਾ ਹੈਗਾ ਅੱਜ ਕਿ ਬਲਵੀਰ ਸਿੰਘ ਰਾਜੇਵਾਲ ਵੱਲੋਂ ਜਿਹੜਾ ਅੱਜ ਬਿਆਨ ਸਟੇਜ ਦੇ ਉੱਤੇ ਦਿੱਤਾ ਗਿਆ, ਉਹ ਬਿਆਨ ਮੈਂ ਵੀ ਸੁਣਿਆ। ਸੁਣ ਕੇ ਉਸ ਬਿਆਨ ਨੂੰ ਦੁੱਖ ਲੱਗਿਆ ਕਿ ਜੋ ਰਾਜੇਵਾਲ ਸਾਹਿਬ ਨੇ ਕਿਹਾ ਉਹ ਨਹੀਂ ਕਹਿਣਾ ਬਣਦਾ ਸੀ। ਇੱਕ ਗੱਲ ਤਾਂ ਆਪਾਂ ਉਹਦੇ ਬਾਰੇ ਕਰ ਲਈਏ ਕਿ ਰਾਜੇਵਾਲ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ, ਤਾਂ ਰਾਜੇਵਾਲ ਸਾਹਿਬ ਇੱਕ ਗੱਲ ਤੁਸੀਂ ਖੁਦ ਬੋਲ ਰਹੇ ਹੋ ਕਿ ਮੈਂ ਰੋਜ਼ ਪਾਠ ਕਰਦਾ, ਅਰਦਾਸ ਕਰਦਾ, ਨਿਤਨੇਮੀ ਆ। ਤੇ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਇਹ ਤੁਸੀਂ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਆ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਆ, ਤਾਂ ਉਹ ਇਹ ਹੈ ਕਿ ਨਿਸ਼ਾਨ ਸਾਹਿਬ ਤਾਂ ਜਿੱਥੇ ਹੱਦ ਦੇ ਉੱਤੇ ਸਾਡੇ ਸਿੱਖ ਰੈਜੀਮੈਂਟ ਖੜੀਆਂ ਨੇ, ਫੌਜਾਂ ਖੜੀਆਂ ਨੇ, ਨਿਸ਼ਾਨ ਸਾਹਿਬ ਉੱਥੇ ਵੀ ਲੱਗੇ ਹੋਏ ਨੇ। ਜਦੋਂ ਸਿੱਖ ਰੈਜੀਮੈਂਟ ਦੀਆਂ ਜਿਹੜੀਆਂ ਗੱਡੀਆਂ ਨੇ ਕਿਸੇ ਵੀ ਹੱਦ ਵੱਲ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਵੀ ਨਿਸ਼ਾਨ ਸਾਹਿਬ ਝੂਲਦੇ ਨੇ। ਰਾਜਨਾਥ ਵਰਗੇ ਜਾ ਕੇ ਜਿਹੜਾ ਉੱਥੇ ਹੱਦ ਦੇ ਉੱਤੇ ਚੀਨ ਦੇ ਉੱਤੇ ਬੋਲੇ ਸੋ ਨਿਹਾਲ ਦੇ ਜਿਹੜੇ ਜੈਕਾਰੇ ਲਵਾਉਂਦੇ ਨੇ, ਤਾਂ ਇਹ ਕੋਈ ਬਹੁਤੀ ਵੱਡੀ ਗੱਲ ਮੈਨੂੰ ਲੱਗਦਾ ਨਹੀਂ ਸੀ ਕਿ ਤੁਹਾਨੂੰ ਕਰਨ ਵਾਲੀ ਬਣਦੀ ਹੈ। ਤੁਸੀਂ ਸਿਆਣੇ ਹੋ, ਸੁਲਝੇ ਹੋਏ ਹੋ, ਪਰ ਮਸਲਾ ਤੁਸੀਂ ਖਾਮਖਾ ਜਿਹੜਾ ਉਹ ਮੁੱਦਾ ਜਿਹਾ ਬਣਾਤਾ ਇੱਕ। ਜੇ ਆਪਾਂ ਇਹ ਗੱਲ ਕਰਦੇ ਹਾਂ ਕਿ ਗੋਦੀ ਮੀਡੀਆ ਇਹ ਕਰਦਾ ਹੈ ਕਿ ਇਹਨੂੰ ਖਾਲਿਸਤਾਨੀ ਰੰਗਤ ਦੇ ਰਿਹਾ, ਨਿਸ਼ਾਨ ਸਾਹਿਬ ਲੱਗੇ ਹੋਏ ਆ, ਉੱਥੇ ਪਾਠ ਚੱਲ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਤਾਂ ਇਹ ਤਾਂ ਗੱਲ ਕੋਈ ਨਵੀਂ ਨਹੀਂ ਹੈਗੀ। ਇਹ ਤਾਂ ਆਪਾਂ ਜਿੱਦੇ 26 ਤਰੀਕ ਦੇ ਆਏ ਆ ਨਾ, ਤਾਂ ਉਸ ਦਿਨ ਤੋਂ ਹੀ ਲੈ ਕੇ ਜਿਹੜਾ ਇਹ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀਗਾ, ਦੇਖੋ ਜੀ ਇਹ ਤਾਂ ਖਾਲਿਸਤਾਨੀ ਆ ਗਏ ਆ, ਇਹ ਅੱਤਵਾਦੀ ਆ ਗਏ ਆ, ਇਹਨਾਂ ਨੂੰ ਪਾਕਿਸਤਾਨ ਦੀ ਸ਼ਹਿ ਹੈ, ਇਹਨਾਂ ਨੂੰ ਚੀਨ ਤੋਂ ਫੰਡ ਆਉਂਦਾ, ਇਹਨਾਂ ਨੂੰ ਕੈਨੇਡਾ ਤੋਂ ਫੰਡ ਆਉਂਦਾ, ਨੇ ਬੜਾ ਕੁਛ ਉਹ ਪ੍ਰਾਪੇਗੰਡਾ ਤਾਂ ਉਹ ਕਰ ਰਹੇ ਨੇ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਗੋਦੀ ਮੀਡੀਆ ਦੇ ਆਖੇ ਲੱਗ ਕੇ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਹੈ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਹੈ, ਤਾਂ ਫਿਰ ਗੋਦੀ ਮੀਡੀਆ ਤਾਂ ਉਹਦੇ ਲਈ ਕਹਿ ਰਿਹਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਗਲਤ ਹੈ, ਇਹ ਨਹੀਂ ਕਿਸਾਨਾਂ ਨੂੰ ਸੜਕਾਂ ਰੋਕਣੀਆਂ ਚਾਹੀਦੀਆਂ, ਫਿਰ ਆਪਾਂ ਨੂੰ ਸੜਕਾਂ ਤੋਂ ਵੀ ਉੱਠ ਜਾਣਾ ਚਾਹੀਦਾ। ਸੋ ਇਸ ਕਰਕੇ ਇਹ ਜੋ ਤੁਹਾਡਾ ਬਿਆਨ ਆਇਆ ਇਹ ਠੀਕ ਨਹੀਂ ਮੈਨੂੰ ਲੱਗਿਆ, ਕਿਸੇ ਨੂੰ ਵੀ ਠੀਕ ਨਹੀਂ ਲੱਗਿਆ। ਮੈਨੂੰ ਲੱਗਦਾ ਕਿ ਦੇਖੋ, ਤੁਸੀਂ ਜੇ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹੋ, ਪੰਜਾਬ ਤੋਂ ਆਪਾਂ ਇਹ ਜ਼ਮੀਨਾਂ ਦੀਆਂ ਗੱਲਾਂ ਕਰਦੇ ਹਾਂ, ਤਾਂ ਤੁਸੀਂ ਅੱਜ ਜਿਹੜਾ ਉੱਥੇ ਸਾਰਾ ਉਹ ਆਪਾਂ ਜਾਹੋ ਜਲਾਲ ਦੇਖਣ ਨੂੰ ਮਿਲਦਾ, ਸਾਰਾ ਮਾਹੌਲ ਦੇਖਣ ਨੂੰ ਮਿਲਦਾ, ਤਾਂ ਉਹ ਸਾਰਾ ਉਹ ਸਾਡੀਆਂ ਰਵਾਇਤਾਂ ਨੇ, ਉਹ ਵਿਰਾਸਤ ਦੇ ਵਿੱਚ ਮਿਲੀਆਂ ਹੋਈਆਂ ਸਾਨੂੰ ਚੀਜ਼ਾਂ ਨੇ। ਜੇ ਉਹ ਲੰਗਰ ਪ੍ਰਥਾ ਵੀ ਹੈਗੀ ਉੱਥੇ ਚੱਲ ਰਹੀ, ਜਾਂ ਜੋ ਵੀ ਉੱਥੇ ਅੱਜ ਵਾਪਰ ਰਿਹਾ, ਪੂਰੀ ਦੁਨੀਆ ਦੀ ਨਜ਼ਰ ਅੱਜ ਜੇ ਉਸ ਅੰਦੋਲਨ ਦੇ ਉੱਤੇ ਆ, ਤਾਂ ਇਹ ਸਾਨੂੰ ਉਸ ਵਿਰਾਸਤ, ਉਸ ਵਿਰਸੇ ਦੇ ਵਿੱਚੋਂ ਮਿਲਿਆ ਹੋਇਆ। ਸਾਡੀਆਂ ਤਾਂ ਉੱਥੇ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕਿਸੇ ਚੈਨਲ ਦੀ, ਹਿੰਦੀ ਕੋਈ ਚੈਨਲ ਸੀਗਾ ਜਿਹੜਾ ਨੈਸ਼ਨਲ ਚੈਨਲ ਸੀ, ਉਹਦੇ ਉੱਤੇ ਇੱਕ ਬੈਠਾ ਐਂਕਰ ਨੂੰ ਕੋਈ ਬੰਦਾ ਸਵਾਲ ਕਰਦਾ ਹੈ ਕਿ ਉੱਥੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ, ਉੱਥੇ ਦਾ ਪਾਠ ਪ੍ਰਕਾਸ਼ ਹੋ ਗਏ ਜੀ, ਉੱਥੇ ਤਾਂ ਆਹ ਹੋ ਗਿਆ ਜੀ, ਵਾਹ ਹੋ ਗਿਆ। ਤਾਂ ਉਹਨੇ ਬੜੀ ਕਮਾਲ ਦੀ ਗੱਲ ਕਹੀ ਸੀ। ਉਹ ਕਹਿੰਦਾ ਅਸਲ ਜੇ ਤੁਸੀਂ ਸਿੱਖ ਵਿਰਸਾ ਦੇਖਣਾ, ਸਿੱਖੀ ਫਲਸਫਾ ਦੇਖਣਾ, ਕਹਿੰਦਾ ਅਸਲ ਇਹ ਰੰਗ ਹੈ, ਅਸਲ ਇਹ ਰੰਗ ਆ ਸਾਡਾ, ਜੋ ਸਾਨੂੰ ਇਤਿਹਾਸ ਚੋਂ ਮਿਲਿਆ, ਜੋ ਸਾਨੂੰ ਵਿਰਾਸਤ ਚੋਂ ਮਿਲਿਆ, ਸਾਡੇ ਗੁਰੂ ਸਾਹਿਬਾਨਾਂ ਵੱਲੋਂ ਮਿਲਿਆ। ਤਾਂ ਇਸ ਕਰਕੇ ਨਾ ਸਾਨੂੰ ਜਿਹੜਾ
ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ। ਤੇ ਤੁਸੀਂ ਆਪ ਬੋਲ ਰਹੇ ਹੋ ਕਿ IT ਸੈੱਲ ਬਹੁਤ ਗੱਲ ਨੂੰ ਵਧਾ ਘਟਾ ਕੇ ਪੇਸ਼ ਕਰਦਾ, ਆਪਾਂ ਤਾਂ ਖੁਦ ਮੌਕਾ ਦੇ ਰਹੇ ਹਾਂ। ਇੱਕ ਇੱਕ ਸ਼ਬਦ ਬੋਲਣ ਤੋਂ ਪਹਿਲਾਂ ਰਾਜੇਵਾਲ ਸਾਹਿਬ ਸਾਨੂੰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, 1000 ਵਾਰ ਸੋਚਣਾ ਚਾਹੀਦਾ। 1000 ਵਾਰ ਸੋਚਣਾ ਚਾਹੀਦਾ ਕਿ ਇੱਕ ਸ਼ਬਦ ਸਾਡਾ ਬੋਲਿਆ ਸਾਡੇ ਅੰਦੋਲਨ ਨੂੰ ਕਿੱਧਰ ਨੂੰ ਲਿਜਾ ਸਕਦਾ, ਕਿਹੜੀ ਦਿਸ਼ਾ ਵੱਲ ਇਹ ਲਿਜਾ ਸਕਦਾ। ਦੇਖੋ, ਇਹ ਤਾਂ ਸਾਰੇ ਤਰ੍ਹਾਂ ਦੇ, ਮੈਂ ਉਸ ਦਿਨ ਸਟੇਜ ਤੇ ਹੀ ਬੋਲਿਆ ਸੀ ਕਿ ਇੱਥੇ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਨੇ। ਕਾਮਰੇਡ ਵਿਚਾਰਧਾਰਾ ਦੇ ਵੀ ਨੇ, ਸਿੱਖੀ ਵਿਚਾਰਧਾਰਾ ਦੀ ਨੇ, ਹਿੰਦੂ ਵਿਚਾਰਧਾਰਾ ਵਾਲੇ ਲੋਕ ਵੀ ਨੇ, ਮੁਸਲਮਾਨ ਵੀ ਨੇ, ਈਸਾਈ ਵੀ ਨੇ, ਸਾਰੀਆਂ ਧਰਾਵਾਂ ਦੇ ਲੋਕ ਇੱਥੇ ਆਏ ਹੋਏ ਨੇ। ਅਸੀਂ ਕੋਈ ਵੀ ਇੱਕ ਤਰ੍ਹਾਂ ਦੀ ਉਹਨੂੰ ਰੰਗਤ ਦੇ ਕੇ ਅਸੀਂ ਘੋਲ ਨੂੰ ਗਲਤ ਦਿਸ਼ਾ ਵੱਲ ਲੈ ਜਾਾਂਗੇ। ਲਾਡਲੀਆਂ ਫੌਜਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ, ਤਾਂ ਬੜੇ ਵਾਰੀ ਸਾਨੂੰ ਕਹਿੰਦੇ ਰਹੇ ਕਿ ਲਾਡਲੀਆਂ ਫੌਜਾਂ ਨੂੰ ਆਉਣਾ ਚਾਹੀਦਾ, ਤਾਂ ਉਹ ਵਿਚਾਰੇ ਆਏ ਨੇ, ਬੈਠੇ ਆਪਣੇ ਮੋਰਚੇ ਲਾਏ ਹੋਏ ਨੇ। ਕੋਈ ਉਹ ਮੈਂ ਉੱਥੇ ਰੋਜ਼ ਦੇਖਦਾ, ਕੋਈ ਹੁੱਲੜਬਾਜੀ ਨਹੀਂ ਉਹ ਕਰਦੇ। ਹਾਂ, ਤੀਜੀ ਗੱਲ ਜਿਹੜੀ ਤੁਸੀਂ ਕਹੀ, ਨੌਜਵਾਨਾਂ ਨੂੰ ਅਪੀਲ ਕੀਤੀ, ਉਹ ਮੈਂ ਸਟੇਜ ਤੋਂ ਕੱਲ ਵੀ ਕੀਤੀ ਸੀ ਕਿ ਯਾਰ ਜਿਹੜੀ ਠੀਕ ਹੈ, ਤੁਸੀਂ ਮਾੜਾ ਮੋਟਾ ਮਨੋਰੰਜਨ ਕਰਨਾ ਹੁੰਦਾ, ਉਨਾ ਕੁ ਵਾਜਬ ਹੈ, ਪਰ ਜੇ ਆਪਾਂ ਸਾਰੀ ਰਾਤ ਇਸ ਤਰ੍ਹਾਂ ਉੱਥੇ ਕੋਈ ਦਾਰੂ ਪਿਆਲਾ ਪੀ ਕੇ ਡੈਕ ਡੁੱਕ ਲਾ ਕੇ ਨੱਚੀ ਜਾਵਾਂਗੇ, ਉਹਨੂੰ ਉਹ ਜਿਹੜਾ ਹੈਗਾ ਜ਼ਿਆਦਾ ਵਧਾ ਚੜਾ ਕੇ ਪੇਸ਼ ਕਰਕੇ, ਤੇ ਜਾਂ ਮੰਨ ਲਓ ਕਈ ਵਾਰੀ ਐ ਹੁੰਦਾ ਰਾਤ ਨੂੰ ਦਾਰੂ ਪੀਤੀ ਹੁੰਦੀ ਹੈ, ਖਾਧੀ ਪੀਤੀ ਦੇ ਵਿੱਚ ਕੋਈ ਆਪਸ ਵਿੱਚ ਲੜ ਪਓ, ਤਾਂ ਉਹ ਫਿਰ ਉਹਦਾ ਅਸਰ ਜਿਹੜਾ ਉਹ ਅੰਦੋਲਨ ਤੇ ਮਾੜਾ ਚਲਾ ਜਾਂਦਾ। ਇਹ ਗੱਲ ਠੀਕ ਹੈ ਤੁਹਾਡੀ। ਪਰ ਦੂਜੀ ਗੱਲ ਮੈਂ ਨਾਲ ਨਾ, ਮੈਨੂੰ ਇੱਕ ਹੋਰ ਬੜਾ ਦੁੱਖ ਹੋਇਆ ਯਾਰ। ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ, ਉਹ ਭਰਾਵੋ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਆ, ਇਹ ਅੰਦੋਲਨ ਬਿਲਕੁਲ ਸਿਖਰ ਤੇ ਹੈ, ਬਿਲਕੁਲ ਪੀਕ ਤੇ ਹੈ, ਐ ਨਤੀਜੇ ਦੇ ਨੇੜੇ ਆ ਅਸੀਂ ਜਮਾ। ਤਾਂ ਯਾਰ ਤੁਸੀਂ ਪਤੰਦਰੋ ਮਾੜੀ ਜੀ ਗੱਲ ਨੂੰ ਏਡੀ ਤੂਲ ਦਿੰਦੇ ਹੋ ਨਾਲ ਦੀ ਨਾਲ। ਮੈਂ ਹੁਣ ਜਿਹੜਾ ਦੂਜਾ ਕਹਿਣਾ ਚਾਹੁੰਦਾ ਕਿ ਦੇਖੋ, ਇਹ ਜਿਹੜੀਆਂ ਲਹਿਰਾਂ ਨੇ, ਇਹ ਲੋਕ ਰੋਹ ਹੈ, ਰੋਜ਼ ਰੋਜ਼ ਨਹੀਂ ਭਰਾਵੋ ਉੱਠਦੇ, ਦਹਾਕੇ ਲੱਗ ਜਾਂਦੇ ਨੇ, ਸਦੀਆਂ ਲੱਗ ਜਾਂਦੀਆਂ ਨੇ। ਕਈ ਵਾਰੀ ਤਾਂ ਇਹੋ ਜਿਹੇ ਲੋਕ ਰੋਹਾਂ ਦੇ ਮਸਾਂ ਇਹਦਾ ਖੁਸ਼ੀ ਮਨਾਉਂਦੇ ਹੋ ਕਿ ਮਸਾਂ ਪੰਜਾਬ ਉੱਠਿਆ। ਬੌਂਦਲਿਆ ਹੋਇਆ ਸੀ ਪੰਜਾਬ, ਸੁੰਨਾ ਹੋਇਆ ਪਿਆ ਸੀ ਪੰਜਾਬ, ਤਾਂ ਸੁੱਤੀ ਹੋਈ ਸੀ ਪੰਜਾਬੀਅਤ, ਸਾਡੀ ਕੌਮ ਜਗਾਤਾ ਸਾਨੂੰ ਤਾਂ। ਤੇ ਆਹ ਤੁਸੀਂ ਨਾਲ ਦੀ ਨਾਲ ਮੇਰਾ ਵੀਰ, ਉਦੋਂ ਬਾਅਦ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ, ਆਹ ਦੇਖੋ ਜੀ ਫਲਾਨਾ ਢਿਮਕਾ। ਆ ਜਿਹੜੇ ਆ ਫੇਸਬੁੱਕਾਂ ਦੇ ਬੈਠੇ ਹੁੰਦੇ ਨਾ, ਇਹਨਾਂ ਦਾ ਇਹੀ ਕੰਮ ਹੁੰਦਾ। ਇਹਨਾਂ ਨੂੰ ਹੁਣ ਚਲੂਣੇ ਵੀ ਲੜਨਗੇ ਮੇਰੀ ਗੱਲ ਤੋਂ। ਮਾੜੀ ਜੀ ਗੱਲ ਉੱਠਣ ਦੀ ਨਾਲ ਦੀ ਨਾਲ ਹੀ ਫਲਾਨਾ ਇਹਨੇ ਆਹ ਬੋਲਤਾ, ਧਮਕੇ ਨੇ ਆਹ ਬੋਲਤਾ, ਨਾਲ ਦੀ ਨਾਲ ਲੱਗ ਜਾਂਦੇ ਹੋ। ਦੀਪ ਸਿੱਧੂ ਨੇ ਇੱਕ ਬਿਆਨ ਦਿੱਤਾ ਸੀ, ਉਹਨੇ ਆਪਣਾ ਸਪਸ਼ਟੀਕਰਨ ਦੇ ਕੇ ਗੱਲ ਖਤਮ ਹੋ ਗਈ। ਰਾਜੇਵਾਲ ਨੇ ਆਪਣਾ ਬਿਆਨ ਦਿੱਤਾ, ਕੱਲ ਨੂੰ ਉਹ ਆਪਣੀ ਮਾਫੀ ਮੰਗ ਕੇ ਆਪਣਾ ਸਪਸ਼ਟੀਕਰਨ ਦੇਣਗੇ, ਗੱਲ ਖਤਮ ਹੋ ਜਾਣੀ ਹੈ। ਉਹ ਨਾ ਭਰਾਵੋ ਹੱਥ ਬੰਨੇ ਤੁਹਾਡੇ ਮੂਹਰੇ, ਰੋਜ਼ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤੁਸੀਂ ਬਣਾ ਦਿੰਦੇ ਹੋ ਕਿ ਆਹ ਦੇਖੋ ਜੀ ਆਹ ਹੋ ਗਿਆ, ਉਹ ਹੋ ਗਿਆ। ਔਰ ਦੂਜਾ ਜਿਹੜਾ ਕੰਮ ਕਰ ਰਿਹਾ ਜਿਹੜਾ ਪੰਜਾਬ ਦਾ ਮੀਡੀਆ, ਮੈਂ ਕਹੂੰਗਾ ਇੱਥੇ ਹੁਣ ਗੋਦੀ ਮੀਡੀਆ ਦੀ ਗੱਲ ਨਹੀਂ ਹੋਈ, ਪੰਜਾਬ ਦੇ ਮੀਡੀਆ ਦੀ ਮੈਂ ਗੱਲ ਕਰਦਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ, ਅਸੀਂ ਪੰਜਾਬ ਲਈ ਕੰਮ ਕਰ ਰਹੇ ਹਾਂ, ਅਸੀਂ ਤੁਹਾਡੀਆਂ ਖਬਰਾਂ ਪਹੁੰਚਾ ਰਹੇ ਹਾਂ, ਬਹੁਤ ਪਹੁੰਚਾ ਰਹੇ ਹਾਂ। ਨਾਲ ਦੀ ਨਾਲ ਤੁਸੀਂ TRP ਲੈਣ ਦੇ ਮਾਰੇ, ਨਾਲ ਦੀ ਨਾਲ ਤੁਸੀਂ ਵਿਊ ਲੈਣ ਦੇ ਮਾਰੇ ਉਹਦੀ ਮਹਿਕ ਜਾ ਡਾ ਦਿੰਦੇ ਹਰ ਇੱਕ ਦੇ ਮੂਹਰੇ ਜਾ ਕੇ। ਹਾਂਜੀ, ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਆਹ ਬਿਆਨ ਤੇ ਤੁਹਾਡੀ ਕੀ ਪ੍ਰਤੀਕਿਰਿਆ? ਕੀ ਟੱਟੂ ਹੈ ਪ੍ਰਤੀਕਿਰਿਆ ਯਾਰ? ਇਹ ਮਿੰਟ 'ਚ ਤੁਸੀਂ ਪਤੰਦਰੋਂ, 1 ਮਿੰਟ 'ਚ ਤੁਸੀਂ ਲਾਉਂਦੇ ਹੋ ਕਿਸੇ ਨੂੰ ਗਦਾਰ ਬਣਾ ਦਿੰਦੇ ਹੋ, ਮਿੰਟ 'ਚ ਹੀਰੋ ਬਣਾ ਦਿੰਦੇ ਹੋ। ਇੱਥੇ ਜਿਹੜੀ ਸਥਿਤੀ ਆ, ਇੱਥੇ ਬੈਠੇ ਆ, ਸਾਨੂੰ ਪਤਾ ਕੀ ਆ, ਸਮਝੋ। ਮਿੰਟ ਨਾ ਲਾਇਆ ਕਰੋ ਇਹ ਗੱਲਾਂ ਨੂੰ ਚੱਕਣ ਲੱਗਿਆ ਨੂੰ। ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਗੱਲਾਂ ਤੋਂ ਗਰੇਜ਼ ਕਰੋ। ਇਹ ਸਰਕਾਰਾਂ ਚਾਹੁੰਦੀਆਂ ਨੇ, ਇਹ ਉਹਨਾਂ ਦਾ IT ਸੈੱਲ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆ ਨਾ, IT ਵਿੰਗ ਬਣਿਆ ਹੋਇਆ ਬੜਾ ਮਜ਼ਬੂਤ ਹੈ। ਉਹ ਨਾਲ ਦੀ ਨਾਲ ਜਿਹੀਆਂ ਖਬਰਾਂ ਨੂੰ ਚੱਲ ਕੇ ਉਹਨਾਂ ਦੇ ਫਿਰ ਟਿੱਪਣੀਆਂ ਕਰਦਾ ਹੈ। ਫਿਰ ਉਹਨਾਂ ਦੀਆਂ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਮੇਰੀ ਗੱਲ ਸੁਣ ਲਓ, ਮੈਂ ਅੱਗੇ ਵੀ ਪਹਿਲਾਂ ਤੁਹਾਨੂੰ ਦੱਸਿਆ ਸੀਗਾ, ਉਹਨਾਂ ਦੀਆਂ ਜਿਹੜੀਆਂ ਆਈਡੀਆਂ ਬਣੀਆਂ ਹੋਈਆਂ ਨੇ ਉਹ ਸਿੱਖਾਂ ਦੇ ਨਾਂ ਤੇ ਬਣੀਆਂ ਹੋਈਆਂ ਨੇ। ਕਿਸੇ ਦੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਹੈ, ਕਿਸੇ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਆ, ਕਿਸੇ ਤੇ ਦਰਬਾਰ ਸਾਹਿਬ ਦੀ ਫੋਟੋ ਆ, ਢਾਹੇ ਹੋਏ ਦਰਬਾਰ ਸਾਹਿਬ ਦੀ ਫੋਟੋ ਆ, ਕਿਸੇ ਦੇ ਭਗਤ ਸਿੰਘ ਦੀ ਫੋਟੋ ਹੈ, ਕਿਸੇ ਦੇ ਸਰਾਭੇ ਦੀ ਫੋਟੋ ਆ। ਨਾਂ ਪਤਾ ਕੀ ਹੈ? ਕਿਸੇ ਦਾ ਬਲਵੀਰ ਸਿੰਘ, ਕਿਸੇ ਦਾ ਹਰਪ੍ਰੀਤ ਸਿੰਘ, ਕਿਸੇ ਦਾ ਗੁਰਦੀਪ ਸਿੰਘ, ਕਿਸੇ ਦਾ ਸਿੰਘ ਸਾਹਿਬ। ਇਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੇ ਹੈਗੇ ਨੇ ਨਾਂ ਰੱਖੇ ਹੋਏ ਨੇ ਆਪਣੇ IT। ਉਹ ਸਾਨੂੰ ਲੱਗਦਾ ਹੁੰਦਾ ਹੈ ਹੁਣ ਜੋ ਉਹੋ ਜਿਹੇ ਪੇਜ ਬਣਾਏ ਹੋਏ ਨੇ ਉਹਨਾਂ ਦੇ,
ਉਹ ਜਿਹੇ ਪੇਜਾਂ ਦੇ ਉੱਤੋਂ ਪਤਾ ਆ ਗੱਲਾਂ ਪਾ ਕੇ ਸਾਨੂੰ ਲੱਗਦਾ ਹੁੰਦਾ, ਫਿਰ ਥੱਲੇ ਅਸੀਂ ਦੇਖਦੇ ਨਹੀਂ ਹੁੰਦੇ ਕੀ ਗੱਲਬਾਤ ਆ, ਦੱਬੀ ਤੁਰੇ ਜਾਂਦੇ ਹੁੰਦੇ ਤੇਰੀ ਮਾਂ ਨੂੰ ਤੇਰੀ ਭੈਣ ਨੂੰ, ਜਾਂ ਜਿਹਦੇ ਹੱਕ ਚੰਗਾ ਲਿਖਣਾ ਦਾ ਸਿਰਾ ਸਿਰਾ ਸਿਰਾ, ਪਤਾ ਹੁੰਦਾ ਨਹੀਂ ਗੱਲ ਦਾ ਵਿੱਚੋਂ ਵੀ ਗੱਲਬਾਤ ਹੈ ਕੀ ਆ। ਸੋ ਤੁਹਾਨੂੰ ਬੇਨਤੀ ਕਰਦੇ ਆ ਵੀ ਇਹ ਗੱਲਾਂ ਤੋਂ ਮੇਰਾ ਵੀਰ ਬਹੁਤ ਸੁਚੇਤ ਰਹਿਣ ਦੀ ਲੋੜ ਆ। ਜਿਹੜਾ ਬੰਦਾ ਜਿਹੜਾ ਪੇਜ ਵਾਲਾ ਇਹੋ ਜਿਹੀ ਗੱਲਬਾਤ ਕੋਈ ਕਰੂਗਾ ਅੱਜ ਦੇ ਸਮੇਂ ਦੇ ਵਿੱਚ, ਜਿਹੜਾ ਬੰਦਾ ਭੜਕਾਹਟ ਵਾਲੀ ਗੱਲ ਕਰਦਾ ਆ, ਜਿਹੜੇ ਜਾਵਾਂ ਦੁਬਾਰੇ ਫੇਰਾ ਚੈਨਲ ਵਾਲਿਆਂ ਤੇ ਆਉਣਾ ਵੀ ਸੋਡੇ ਨਾਲ ਜੁੱਤੀ ਫੇਰਨੀ ਪਏ, ਸਾਨੂੰ ਕਿਤੇ ਲੋੜ ਨਹੀਂ। ਜਦੋਂ ਇਹੋ ਜਿਹੀ ਕਵਰੇਜ ਕਰਨੀ ਆ, ਸਾਨੂੰ ਦਿਫਾੜ ਕਰਨਾ, ਸਾਡੇ ਘੋਲ ਨੂੰ ਤਾਰ ਪਿੰਡੋ ਤੁਸੀਂ ਵੀ ਕਰਨ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਹੋ। ਮਾੜੀ ਜੀ ਗੱਲ ਹੁੰਦੀ ਹੈ ਜਾ ਕੇ ਮੈਂ ਖੜਾ ਦਿੰਦੇ ਅਗਲੇ ਦੇ ਮੂੰਹ 'ਚ, ਜਾ ਵੜੋ ਫਿਰ ਪੰਜਾਬ ਜਾ ਕੇ ਬਹਿ ਜਾਓ, ਕੋਈ ਗੱਲ ਨਹੀਂ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਗੱਲ ਪਹੁੰਚਾ ਦਿਆਂਗੇ। ਸੋ ਇਸ ਕਰਕੇ ਸਾਰੇ ਮੇਰਾ ਵੀਰ ਮੈਂ ਫੇਰ ਬੇਨਤੀ ਕਰਦਾ, ਰਾਜੇਵਾਲ ਨੇ ਜੋ ਕਿਹਾ ਕੋਈ ਗੱਲ ਨਹੀਂ, ਉਹਨੂੰ ਕੱਲ ਨੂੰ ਆ ਕੇ ਸਪਸ਼ਟੀਕਰਨ ਦੇਣਾ ਚਾਹੀਦਾ, ਬਣਦਾ। ਜੇ ਉਹਨੇ ਕਹੀ ਹੈ ਇਹ ਗੱਲ ਤਾਂ ਉਹ ਸਟੇਜ ਦੇ ਉੱਤੇ ਆ ਕੇ ਆਪਣੀ ਮਾਫੀ ਮੰਗਣ, ਆਪਣੀ ਗੱਲ ਦਾ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਕਿਹਾ ਕਿਉਂ ਆ ਇਹ। ਠੀਕ ਆ, ਕੋਈ ਇੱਥੇ ਦਫਾੜ ਨਹੀਂ ਹੈਗਾ, ਸਾਰੇ ਇੱਕ ਆ। ਕਿਸਾਨ ਜਥੇਬੰਦੀਆਂ ਵੀ ਸਾਰੀਆਂ ਨਾਲ ਨੇ, ਦੂਜੇ ਤੀਜੇ ਸਾਰੇ ਨਾਲ ਨੇ, ਸਾਰੇ ਇੱਥੇ ਧਰਮਾਂ ਜਾਤਾਂ ਮਜ਼ਹਬਾਂ ਦੇ ਸਾਰੇ ਨਾਲ ਨੇ। ਅਸੀਂ ਜਿੱਤ ਕੇ ਜਾਣਾ, ਸਾਡਾ ਹੋਰ ਕੋਈ ਇੱਧਰ ਉੱਧਰ ਪਤਾ ਨਹੀਂ ਪਤੰਦਰੋ। ਜਦੋਂ ਮੈਂ ਇੱਥੇ ਐ ਦੁੱਖ ਆਉਂਦਾ, ਇੱਥੇ ਆਉਣ ਨੂੰ ਤਾਂ ਤੁਹਾਡੇ ਸੂਲ ਲੜਦਾ ਇੱਥੇ ਹੁੰਦਾ ਵੀ ਇੱਥੇ ਆ ਕੇ ਬਹਿ ਗਏ ਅਸੀਂ 10 ਦਿਨ ਬੈਠ ਕੇ ਦੇਖੋ, ਦਿੱਲੀ ਆ ਕੇ ਆ ਜਾਓ, ਬੈਠੋ 4 ਦਿਨ ਆ ਕੇ ਤੁਹਾਨੂੰ ਪਤਾ ਲੱਗ ਜੂਗਾ ਕੀ ਕਹਾਣੀ ਹੈ। ਬੈਠੇ ਰਜਾਈ ਚ ਕਈ ਤਾਂ ਮੈਂ ਇਹੋ ਜਿਹੇ ਦੇਖੇ ਆ, ਜਾਂ ਉਹਨਾਂ ਨੇ ਇਕੱਲਾ ਬਸ ਟਿੱਪਣੀ ਕਰਨ ਦੀ ਖਾਤਰ ਹੀ ਆਪਣਾ ਨੈਟ ਜਾਂ ਖੋਲਣਾ ਹੁੰਦਾ, ਫਿਰ ਬੰਦ ਕਰ ਲੈਂਦੇ, ਟਿੱਪਣੀ ਕਰਕੇ ਫਿਰ ਬੰਦ ਕਰ ਲੈਂਦੇ ਆ, ਲਾਈ ਚਲੋ ਅੱਗ ਤੁਰੇ ਫਿਰੋ। ਕਬੀਰ ਲਿਖਦਾ, ਇੱਕ ਭੈਣ ਲਿਖਦੀ ਹੈ ਰਿੰਪੀ ਕੌਰ, ਕਹਿੰਦੀ ਚਲੋ ਮੰਨ ਲੈਨੇ ਆ ਤੁਹਾਡੀ ਗੱਲ ਬਟ ਇੱਕ ਟਿੱਪਣੀ ਕਰਨ ਦਾ ਮੀਨਿੰਗ ਕੀ ਆ? ਇਸ ਚੀਜ਼ ਨੂੰ ਕਿਹਾ ਕਿਹਨੇ ਆ? ਇਹ ਆਪਣੇ ਆਗੂਆਂ ਨੂੰ ਵੀ ਕਹੋ। ਸੋ ਮੇਰਾ ਵੀਰ ਚਲੋ ਇਹ ਪਤਾ ਨਹੀਂ ਕੀ ਕਿਹਾ ਭੈਣ ਨੇ। ਚਲੋ ਟਿੱਪਣੀਆਂ ਜਿਹੜੀਆਂ ਮੈਂ ਗੱਲ ਕਰਦਾ ਭੈਣੇ ਉਹ ਵੀ ਕਰਦਾ ਕਿ ਟਿੱਪਣੀਆਂ ਛੇਤੀ ਰਾਏ ਨਾ ਬਣਾਇਆ ਕਰੋ, ਤੁਹਾਨੂੰ ਮੈਂ ਫੇਰ ਵਾਰੀ ਵੱਲ ਕਹਿਣਾ ਕਿ ਜਿਹੜੀਆਂ ਸਾਡੇ 'ਚ ਜੇ ਕੋਈ ਅੱਜ ਦਫਾੜ ਪਾਊਗਾ, ਸਾਡੇ 'ਚ ਜਿਹੜਾ ਵੀ ਬੰਦਾ ਫੁੱਟ ਪਾਉਣ ਵਾਲੀ ਗੱਲ ਕਰਦਾ ਤਾਂ ਉਹ ਸਮਝ ਲਓ ਸਾਡੇ ਘੋਲ ਦਾ ਦੁਸ਼ਮਣ ਆ, ਉਹ ਸਾਨੂੰ ਹਰਾਉਣਾ ਚਾਹੁੰਦਾ, ਜਿਤਾਉਣਾ ਨਹੀਂ ਚਾਹੁੰਦਾ। ਅੱਜ ਮੈਨੂੰ ਪਤਾ ਇੱਥੇ ਬਹੁਤ ਕੁਛ ਹੁੰਦਾ, ਬੜਾ ਕੁਛ ਹੁੰਦਾ, ਬੜੀਆਂ ਗੱਲਾਂ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ, ਬੜਾ ਕੁਛ ਝੱਲਣਾ ਪੈਂਦਾ, ਸਹਿਣਾ ਪੈਂਦਾ। ਕੋਈ ਗੱਲ ਨਹੀਂ, ਆਵਾਂਗੇ ਪੰਜਾਬ ਜਿੱਤ ਕੇ, ਗੱਲਾਂ ਸਾਰੀਆਂ ਤੁਹਾਨੂੰ ਕੱਲੀ ਗੱਲ ਮੈਂ ਦੱਸੂਗਾ। ਪਰਮਾਤਮਾ ਕਰੇ ਕਿ ਅਸੀਂ ਪੰਜਾਬ ਜਿੱਤ ਕੇ ਆਈਏ, ਤੁਹਾਨੂੰ ਮੈਂ ਕੱਲੀ ਗੱਲ ਦੱਸ ਦੂੰਗਾ, ਕਿਹੜਾ ਕੀ ਹੈ, ਕਿਹੜਾ ਕਿਵੇਂ ਹੈ, ਕਿਹੜਾ ਕਦੋਂ ਕੀ ਸੀ, ਕਿਹਦੇ ਨਾਲ ਗੱਲ ਹੁੰਦੀ, ਕੀ ਹੁੰਦਾ ਜੀ, ਸਾਰੀ ਗੱਲ ਦਾ ਸਪਸ਼ਟੀਕਰਨ ਦੇ ਦਾਂਗੇ। ਪਰ ਅੱਜ ਸਮਾਂ ਨਹੀਂ ਹੈਗਾ ਯਾਰ, ਅੱਜ ਸਮਾਂ ਨਹੀਂ ਹੈਗਾ ਮੇਰਾ ਵੀਰ। ਕੋਈ ਗੱਲ ਨਹੀਂ, ਜੇ ਇੰਨੀ ਤੂਲ ਆਪਾਂ ਜਦੋਂ ਦਿੰਨੇ ਆ ਮਸਲੇ ਨੂੰ, ਮੈਂ ਫੇਰ ਕਹਿਣਾ ਕਬੀਰ ਪੁੱਛਦਾ ਕਿ ਕੀ ਉਹਨਾਂ ਨੇ, ਮੈਂ ਉਹ ਗੱਲ ਨਾਲ ਸਹਿਮਤ ਨਹੀਂ ਆ ਭਰਾਵਾ। ਰਾਜੇਵਾਲ ਸਾਹਿਬ ਨੇ ਜੋ ਬੋਲਿਆ ਉਹ ਗਲਤ ਬੋਲਿਆ, ਨਹੀਂ ਬੋਲਣਾ ਚਾਹੀਦਾ ਸੀ ਉਹਨੂੰ। ਆਪਣੀ ਗੱਲ ਦਾ ਸਪਸ਼ਟੀਕਰਨ ਕੱਲ ਨੂੰ ਦੇਣਾ ਬਣਦਾ। ਤੇ ਬਸ ਮੈਂ ਇੰਨੀ ਤੁਹਾਡੇ ਕੋਲ ਬੇਨਤੀ ਕਰਨੀ ਸੀ। ਕੋਈ ਵੀ ਗੱਲ ਆਉਂਦੀ ਆ ਨਾਲ ਦੀ ਨਾਲ ਫਿਰ ਪੋਸਟਾਂ ਪਾ ਕੇ ਨਿਰਾਸ਼ ਤਾਂ ਨਾ ਲੈ ਕੇ ਆਓ। ਰੋਜ਼ 1000 1500 ਟਰਾਲੀ ਆਉਂਦੀ ਆ ਇੱਥੇ, ਰੋਜ਼ ਸਾਰਾ ਪੰਜਾਬ ਨੂੰ ਐਡਾ ਚਾਅ ਚੜਿਆ ਹੋਇਆ। ਇੱਥੋਂ ਮਾੜੀ ਜੀ ਗੱਲ ਨੂੰ ਤੁਸੀਂ ਲੈ ਕੇ ਜਦੋਂ ਜਾਂਦੇ ਆ ਨਾ, ਤੇ ਉਹ ਉਦੋਂ ਨਾਲ ਦੀ ਨਾਲ ਹੀ ਇਹ ਇੱਕ ਗੱਲ ਲਿਖਦਾ, ਵੀਰੇ ਕਾਮਰੇਡ ਲੀਡਰ ਜਾਣ ਬੁੱਝ ਕੇ ਛੇੜਦੇ ਨੇ। ਕੋਈ ਗੱਲ ਨਹੀਂ ਵੀਰੇ, ਆਪਾਂ ਇਹ ਗੱਲਾਂ ਸਾਰੀਆਂ ਕਰਾਂਗੇ, ਕੋਈ ਗੱਲ ਨਹੀਂ। ਤਾਂ ਇਹ ਇਸ ਕਰਕੇ ਨਾ ਇਸ ਤਰ੍ਹਾਂ ਦਾ ਨਾ ਮਾਹੌਲ ਕਰੋ। ਮਾੜੀ ਜੀ ਸਾਡੇ 'ਚ ਫੁੱਟ ਪਈ ਨਹੀਂ ਤੇ ਸਾਡਾ ਘੋਲ ਖਤਮ ਹੋਇਆ ਨਹੀਂ, ਗੱਲ ਯਾਦ ਰੱਖ ਲਓ। ਮੈਂ ਤੁਹਾਨੂੰ ਦੱਸਦਾ, ਹਿੱਲੀ ਪਈ ਆ ਸਰਕਾਰ, ਹਿੱਲੀ ਪਈ ਹੈ। ਸਾਨੂੰ ਪਤਾ ਲੱਗਦਾ ਕਿਵੇਂ ਹਿੱਲੀ ਐ ਇੱਥੇ ਸਰਕਾਰ। ਬੁਰਾ ਹਾਲ ਆ ਸਰਕਾਰ ਦਾ। ਜਿਹੜੇ ਕਹਿੰਦੇ ਸੀ ਇਹਦਾ ਢਾਉਣ 'ਚ ਕੱਲਾ ਪਿੱਛੇ ਨਹੀਂ ਮੁੜਦੇ, ਇਹ ਨਹੀਂ, ਇਹਦਾ ਝੁਕਦੇ ਨਹੀਂ। ਸੋ ਇਸ ਕਰਕੇ ਮੇਰਾ ਵੀਰ ਦੇਖਿਓ ਕੋਈ ਇਹੋ ਜਿਹੀ ਸਾਡੀ ਇੱਕ ਗਲਤੀ, ਕਹਿੰਦੇ ਹੁੰਦੇ ਆ ਲਮਹੋਂ ਨੇ ਖਤਾ ਕੀ ਤੇ ਸਦੀਆਂ ਨੇ ਸਜ਼ਾ ਪਾਈ। ਸਾਡੀ ਇੱਕ ਥੋੜੀ ਜਿਹੀ ਗਲਤੀ,
ਥੋੜੀ ਜੀ ਗੱਲਬਾਤ ਭੜਕਾਹਟ ਪੈਦਾ ਕਰਨ ਵਾਲੀ ਜਾਂ ਇਸ ਤਰ੍ਹਾਂ ਦੀ ਇੱਧਰ ਉੱਧਰਲੀ ਗੱਲ ਕਰਨ ਵਾਲੀ ਸੰਘਰਸ਼ ਨੂੰ ਤੁਸੀਂ ਹਿਸਾਬ ਲਾ ਲਓ ਕਿੱਥੇ ਲੈ ਕੇ ਜਾ ਵੜੂਗੀ। ਕਿੱਥੇ 40 ਸਾਲ 50 ਸਾਲ ਪਿੱਛੇ ਚਲੇ ਜਾਵਾਂਗੇ ਅਸੀਂ। ਅੱਜ ਪੂਰੀ ਦੁਨੀਆ ਸਾਡੀ ਗੱਲ ਹੋ ਰਹੀ ਆ, ਪੂਰੀ ਦੁਨੀਆ ਸਾਨੂੰ ਸੁਣਦੀ ਹੈ, ਦੇਖ ਰਹੀ ਹੈ, ਨਜ਼ਰ ਆ ਪੂਰੀ ਦੁਨੀਆ ਦੀ ਇਸ ਮੋਰਚੇ ਦੇ ਉੱਤੇ। ਸੋ ਤੁਹਾਡੇ ਮੂਹਰੇ ਹੱਥ ਬੰਨ੍ਹਦਾ ਕਿ ਦੇਖਿਓ ਇਹੋ ਜਿਹੀ ਕੋਈ ਗੱਲਬਾਤ ਨਹੀਂ ਕਰਨੀ। ਕੱਲ ਨੂੰ ਰਾਜੇਵਾਲ ਸਾਹਿਬ ਸਟੇਜ ਤੇ ਆਉਣ, ਆਪਣਾ ਸਪਸ਼ਟੀਕਰਨ ਦੇਣ, ਗੱਲ ਖਤਮ ਕਰ ਦਿਆ ਕਰੋ। ਮੀਡੀਆ ਵਾਲਿਆਂ ਨੂੰ ਮੈਂ ਫੇਰ ਕਹਿਣਾ, ਜਿਹੜੇ ਬਣਾਏ ਫਿਰਦੇ ਚੈਨਲ ਜੇ, ਕਿ ਇਹੋ ਜਿਹੀ ਅੱਗ ਨਾ ਲਾਓ, ਨਾ ਅੱਗ ਲਾ ਕੇ ਲੋਕਾਂ ਨੂੰ ਤੁਸੀਂ ਇਹੋ ਜਿਹਾ ਗਲਤ ਸੁਨੇਹਾ ਇੱਥੋਂ ਪਹੁੰਚਾਓ। ਫਲਾਣੇ ਨੇ ਆਹ ਬੋਲਤਾ, ਢਿਮਕਿਆਂ ਨੇ ਆਹ ਬੋਲਤਾ, ਠੀਕ ਹੈ ਗਲਤ ਬੋਲਿਆ, ਉਹ ਸਪਸ਼ਟੀਕਰਨ ਦੇਣਗੇ ਆ ਕੇ। ਉਹਨੂੰ ਤੁਸੀਂ ਉਹਦੇ ਮੂਹਰੇ ਜਾ ਕੇ ਮੈਕ ਦਿੰਦੇ ਹੋ ਕਿ ਤੁਸੀਂ ਕੀ। ਹੁਣ ਮੈਂ ਬਲਦੇਵ ਸਿੰਘ ਸਿਰਸਾ ਦਾ ਵੀ ਸੁਣਿਆ, ਮੈਂ ਇੱਕ ਦੋ ਬੰਦਿਆਂ ਦਾ ਹੋਰ ਵੀ ਸੁਣਿਆ, ਮੈਨੂੰ ਵੀ ਫੋਨ ਆਈ ਗਏ, ਬਾਈ ਇਹਦੇ ਬਾਰੇ ਕੀ ਬਿਆਨ ਦੇਣਾ। ਮੈਂ ਕੋਈ ਬਿਆਨ ਨਹੀਂ ਦੇਣਾ, ਜਿਹੜਾ ਮੈਂ ਦੇਣਾ ਯਾਰ ਮੈਂ ਲੁੱਟ ਬਰੂ ਹੋ ਕੇ ਦੇ ਦੂੰਗਾ। ਹਰ ਇੱਕ ਗੱਲ ਤੇ ਬਿਆਨ ਦੇਣਾ। ਪੰਦਰੋਂ ਸ਼ਰਮ ਕਰ ਲਓ ਮਾੜੀ ਮੋਟੀ। ਇੱਕ ਵਾਰ ਤੁਸੀਂ ਕਹਿੰਦੇ ਅਸੀਂ ਤੁਹਾਡੇ ਦਰ ਦਾ ਸੇਵਾ ਕਰ ਰਹੇ ਹਾਂ, ਤੁਹਾਡੇ ਨਾਲ ਆ, ਅਸੀਂ ਵੀ ਪੰਜਾਬ ਦੇ ਜਾਏ, ਅਸੀਂ ਵੀ ਪੰਜਾਬ ਦੇ ਪੁੱਤ ਹਾਂ। ਇੱਕ ਵੀਰ ਕਹਿੰਦਾ ਸੇਰੀ ਸਰਟੀਫਿਕੇਟ ਬਣ ਦਿੰਦੇ, ਬਿਲਕੁਲ ਭਰਾਵਾ, ਸਰਟੀਫਿਕੇਟ ਬਣਨ ਲੱਗੇ ਤਾਂ ਮਿੰਟ ਲਾਉਂਦੇ ਆ। ਸੋ ਭਰਾਵੋ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਾ ਕੀਤੀ ਜਾਵੇ ਕਿ ਅੰਦੋਲਨ ਜਿਹੜਾ ਫੇਲ ਹੋਵੇ। ਭਾਈ ਨਹੀਂ ਜਿਹੜਾ ਭਖਿਆ ਹੋਇਆ ਮੁੱਦਾ ਹੈਗਾ ਅੱਜ ਕਿ ਬਲਵੀਰ ਸਿੰਘ ਰਾਜੇਵਾਲ ਵੱਲੋਂ ਜਿਹੜਾ ਅੱਜ ਬਿਆਨ ਸਟੇਜ ਦੇ ਉੱਤੇ ਦਿੱਤਾ ਗਿਆ, ਉਹ ਬਿਆਨ ਮੈਂ ਵੀ ਸੁਣਿਆ। ਸੁਣ ਕੇ ਉਸ ਬਿਆਨ ਨੂੰ ਦੁੱਖ ਲੱਗਿਆ ਕਿ ਜੋ ਰਾਜੇਵਾਲ ਸਾਹਿਬ ਨੇ ਕਿਹਾ ਉਹ ਨਹੀਂ ਕਹਿਣਾ ਬਣਦਾ ਸੀ। ਇੱਕ ਗੱਲ ਤਾਂ ਆਪਾਂ ਉਹਦੇ ਬਾਰੇ ਕਰ ਲਈਏ ਕਿ ਰਾਜੇਵਾਲ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ, ਤਾਂ ਰਾਜੇਵਾਲ ਸਾਹਿਬ ਇੱਕ ਗੱਲ ਤੁਸੀਂ ਖੁਦ ਬੋਲ ਰਹੇ ਹੋ ਕਿ ਮੈਂ ਰੋਜ਼ ਪਾਠ ਕਰਦਾ, ਅਰਦਾਸ ਕਰਦਾ, ਨਿਤਨੇਮੀ ਆ। ਤੇ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਇਹ ਤੁਸੀਂ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਆ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਆ, ਤਾਂ ਉਹ ਇਹ ਹੈ ਕਿ ਨਿਸ਼ਾਨ ਸਾਹਿਬ ਤਾਂ ਜਿੱਥੇ ਹੱਦ ਦੇ ਉੱਤੇ ਸਾਡੇ ਸਿੱਖ ਰੈਜੀਮੈਂਟ ਖੜੀਆਂ ਨੇ, ਫੌਜਾਂ ਖੜੀਆਂ ਨੇ, ਨਿਸ਼ਾਨ ਸਾਹਿਬ ਉੱਥੇ ਵੀ ਲੱਗੇ ਹੋਏ ਨੇ। ਜਦੋਂ ਸਿੱਖ ਰੈਜੀਮੈਂਟ ਦੀਆਂ ਜਿਹੜੀਆਂ ਗੱਡੀਆਂ ਨੇ ਕਿਸੇ ਵੀ ਹੱਦ ਵੱਲ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਵੀ ਨਿਸ਼ਾਨ ਸਾਹਿਬ ਝੂਲਦੇ ਨੇ। ਰਾਜਨਾਥ ਵਰਗੇ ਜਾ ਕੇ ਜਿਹੜਾ ਉੱਥੇ ਹੱਦ ਦੇ ਉੱਤੇ ਚੀਨ ਦੇ ਉੱਤੇ ਬੋਲੇ ਸੋ ਨਿਹਾਲ ਦੇ ਜਿਹੜੇ ਜੈਕਾਰੇ ਲਵਾਉਂਦੇ ਨੇ, ਤਾਂ ਇਹ ਕੋਈ ਬਹੁਤੀ ਵੱਡੀ ਗੱਲ ਮੈਨੂੰ ਲੱਗਦਾ ਨਹੀਂ ਸੀ ਕਿ ਤੁਹਾਨੂੰ ਕਰਨ ਵਾਲੀ ਬਣਦੀ ਹੈ। ਤੁਸੀਂ ਸਿਆਣੇ ਹੋ, ਸੁਲਝੇ ਹੋਏ ਹੋ, ਪਰ ਮਸਲਾ ਤੁਸੀਂ ਖਾਮਖਾ ਜਿਹੜਾ ਉਹ ਮੁੱਦਾ ਜਿਹਾ ਬਣਾਤਾ ਇੱਕ। ਜੇ ਆਪਾਂ ਇਹ ਗੱਲ ਕਰਦੇ ਹਾਂ ਕਿ ਗੋਦੀ ਮੀਡੀਆ ਇਹ ਕਰਦਾ ਹੈ ਕਿ ਇਹਨੂੰ ਖਾਲਿਸਤਾਨੀ ਰੰਗਤ ਦੇ ਰਿਹਾ, ਨਿਸ਼ਾਨ ਸਾਹਿਬ ਲੱਗੇ ਹੋਏ ਆ, ਉੱਥੇ ਪਾਠ ਚੱਲ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਤਾਂ ਇਹ ਤਾਂ ਗੱਲ ਕੋਈ ਨਵੀਂ ਨਹੀਂ ਹੈਗੀ। ਇਹ ਤਾਂ ਆਪਾਂ ਜਿੱਦੇ 26 ਤਰੀਕ ਦੇ ਆਏ ਆ ਨਾ, ਤਾਂ ਉਸ ਦਿਨ ਤੋਂ ਹੀ ਲੈ ਕੇ ਜਿਹੜਾ ਇਹ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀਗਾ, ਦੇਖੋ ਜੀ ਇਹ ਤਾਂ ਖਾਲਿਸਤਾਨੀ ਆ ਗਏ ਆ, ਇਹ ਅੱਤਵਾਦੀ ਆ ਗਏ ਆ, ਇਹਨਾਂ ਨੂੰ ਪਾਕਿਸਤਾਨ ਦੀ ਸ਼ਹਿ ਹੈ, ਇਹਨਾਂ ਨੂੰ ਚੀਨ ਤੋਂ ਫੰਡ ਆਉਂਦਾ, ਇਹਨਾਂ ਨੂੰ ਕੈਨੇਡਾ ਤੋਂ ਫੰਡ ਆਉਂਦਾ, ਉਹਨੇ ਬੜਾ ਕੁਛ ਉਹ ਪ੍ਰਾਪੇਗੰਡਾ ਤਾਂ ਉਹ ਕਰ ਰਹੇ ਨੇ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਗੋਦੀ ਮੀਡੀਆ ਦੇ ਆਖੇ ਲੱਗ ਕੇ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਹੈ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਹੈ, ਤਾਂ ਫਿਰ ਗੋਦੀ ਮੀਡੀਆ ਤਾਂ ਉਹਦੇ ਲਈ ਕਹਿ ਰਿਹਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਗਲਤ ਹੈ, ਇਹ ਨਹੀਂ ਕਿਸਾਨਾਂ ਨੂੰ ਸੜਕਾਂ ਰੋਕਣੀਆਂ ਚਾਹੀਦੀਆਂ, ਫਿਰ ਆਪਾਂ ਨੂੰ ਸੜਕਾਂ ਤੋਂ ਵੀ ਉੱਠ ਜਾਣਾ ਚਾਹੀਦਾ। ਸੋ ਇਸ ਕਰਕੇ ਇਹ ਜੋ ਤੁਹਾਡਾ ਬਿਆਨ ਆਇਆ ਇਹ ਠੀਕ ਨਹੀਂ ਮੈਨੂੰ ਲੱਗਿਆ, ਕਿਸੇ ਨੂੰ ਵੀ ਠੀਕ ਨਹੀਂ ਲੱਗਿਆ। ਮੈਨੂੰ ਲੱਗਦਾ ਕਿ ਦੇਖੋ ਤੁਸੀਂ ਜੇ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹੋ, ਪੰਜਾਬ ਤੋਂ ਆਪਾਂ ਇਹ ਜ਼ਮੀਨਾਂ ਦੀਆਂ ਗੱਲਾਂ ਕਰਦੇ ਹਾਂ, ਤਾਂ ਤੁਸੀਂ ਅੱਜ ਜਿਹੜਾ ਉੱਥੇ ਸਾਰਾ ਉਹ ਆਪਾਂ ਜਾਹੋ ਜਲਾਲ ਦੇਖਣ ਨੂੰ ਮਿਲਦਾ ਹੈ, ਸਾਰਾ ਮਾਹੌਲ ਦੇਖਣ ਨੂੰ ਮਿਲਦਾ ਹੈ, ਤਾਂ ਉਹ ਸਾਰਾ ਉਹ ਸਾਡੀਆਂ ਰਵਾਇਤਾਂ ਨੇ, ਉਹ ਵਿਰਾਸਤ ਦੇ ਵਿੱਚ ਮਿਲੀਆਂ ਹੋਈਆਂ ਸਾਨੂੰ ਚੀਜ਼ਾਂ ਨੇ। ਜੇ ਉਹ ਲੰਗਰ ਪ੍ਰਥਾ ਵੀ ਹੈਗੀ ਉੱਥੇ ਚੱਲ ਰਹੀ, ਜਾਂ ਜੋ ਵੀ ਉੱਥੇ ਅੱਜ ਵਾਪਰ ਰਿਹਾ ਹੈ, ਪੂਰੀ ਦੁਨੀਆ ਦੀ ਨਜ਼ਰ ਅੱਜ ਜੇ ਉਸ ਅੰਦੋਲਨ ਦੇ ਉੱਤੇ ਆ, ਤਾਂ ਇਹ ਸਾਨੂੰ ਉਸ ਵਿਰਾਸਤ, ਉਸ ਵਿਰਸੇ ਦੇ ਵਿੱਚੋਂ ਮਿਲਿਆ ਹੋਇਆ। ਸਾਡੀਆਂ ਤਾਂ ਉੱਥੇ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕਿਸੇ ਚੈਨਲ ਦੀ ਹਿੰਦੀ ਕੋਈ ਚੈਨਲ ਸੀਗਾ ਜਿਹੜਾ ਨੈਸ਼ਨਲ ਚੈਨਲ ਸੀ, ਉਹਦੇ ਉੱਤੇ ਇੱਕ ਬੈਠਾ ਐਂਕਰ
ਉਹਨੂੰ ਐਂਕਰ ਨੂੰ ਕੋਈ ਬੰਦਾ ਸਵਾਲ ਕਰਦਾ ਹੈ ਕਿ ਉੱਥੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ, ਉੱਥੇ ਦਾ ਪਾਠ ਪ੍ਰਕਾਸ਼ ਹੋ ਗਏ ਜੀ, ਉੱਥੇ ਤਾਂ ਆਹ ਹੋ ਗਿਆ ਜੀ, ਵਾਹ ਹੋ ਗਿਆ। ਤਾਂ ਉਹਨੇ ਬੜੀ ਕਮਾਲ ਦੀ ਗੱਲ ਕਹੀ ਸੀ। ਉਹ ਕਹਿੰਦਾ ਅਸਲ ਜੇ ਤੁਸੀਂ ਸਿੱਖ ਵਿਰਸਾ ਦੇਖਣਾ ਹੈ, ਸਿੱਖੀ ਫਲਸਫਾ ਦੇਖਣਾ ਹੈ, ਕਹਿੰਦਾ ਅਸਲ ਇਹ ਰੰਗ ਹੈ, ਅਸਲ ਇਹ ਰੰਗ ਹੈ ਸਾਡਾ, ਜੋ ਸਾਨੂੰ ਇਤਿਹਾਸ ਚੋਂ ਮਿਲਿਆ, ਜੋ ਸਾਨੂੰ ਵਿਰਾਸਤ ਚੋਂ ਮਿਲਿਆ, ਸਾਡੇ ਗੁਰੂ ਸਾਹਿਬਾਨਾਂ ਵੱਲੋਂ ਮਿਲਿਆ। ਤਾਂ ਇਸ ਕਰਕੇ ਨਾ ਸਾਨੂੰ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਤੇ ਤੁਸੀਂ ਆਪ ਬੋਲ ਰਹੇ ਹੋ ਕਿ IT ਸੈੱਲ ਬਹੁਤ ਗੱਲ ਨੂੰ ਵਧਾ ਘਟਾ ਕੇ ਪੇਸ਼ ਕਰਦਾ, ਆਪਾਂ ਤਾਂ ਖੁਦ ਮੌਕਾ ਦੇ ਰਹੇ ਹਾਂ। ਇੱਕ ਸ਼ਬਦ ਬੋਲਣ ਤੋਂ ਪਹਿਲਾਂ ਰਾਜੇਵਾਲ ਸਾਹਿਬ ਸਾਨੂੰ ਇੱਕ ਵਾਰੀ ਨਹੀਂ, 2 ਵਾਰੀ ਨਹੀਂ, 1000 ਵਾਰ ਸੋਚਣਾ ਚਾਹੀਦਾ, 1000 ਵਾਰ ਸੋਚਣਾ ਚਾਹੀਦਾ ਕਿ ਇੱਕ ਸ਼ਬਦ ਸਾਡਾ ਬੋਲਿਆ ਸਾਡੇ ਅੰਦੋਲਨ ਨੂੰ ਕਿੱਧਰ ਨੂੰ ਲਿਜਾ ਸਕਦਾ, ਕਿਹੜੀ ਦਿਸ਼ਾ ਵੱਲ ਇਹ ਲਿਜਾ ਸਕਦਾ। ਦੇਖੋ ਇੱਥੇ ਸਾਰੇ ਤਰ੍ਹਾਂ ਦੇ, ਮੈਂ ਉਸ ਦਿਨ ਸਟੇਜ ਤੇ ਹੀ ਬੋਲਿਆ ਸੀ ਕਿ ਇੱਥੇ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਨੇ, ਕਾਮਰੇਡ ਵਿਚਾਰਧਾਰਾ ਦੇ ਵੀ ਨੇ, ਸਿੱਖੀ ਵਿਚਾਰਧਾਰਾ ਦੀ ਨੇ, ਹਿੰਦੂ ਵਿਚਾਰਧਾਰਾ ਵਾਲੇ ਲੋਕ ਵੀ ਨੇ, ਮੁਸਲਮਾਨ ਵੀ ਨੇ, ਈਸਾਈ ਵੀ ਨੇ, ਸਾਰੀਆਂ ਧਰਾਵਾਂ ਦੇ ਲੋਕ ਇੱਥੇ ਆਏ ਹੋਏ ਨੇ। ਅਸੀਂ ਕੋਈ ਵੀ ਇੱਕ ਤਰ੍ਹਾਂ ਦੀ ਉਹਨੂੰ ਰੰਗਤ ਦੇ ਕੇ ਅਸੀਂ ਘੋਲ ਨੂੰ ਗਲਤ ਦਿਸ਼ਾ ਵੱਲ ਲੈ ਜਾਾਂਗੇ। ਲਾਡਲੀਆਂ ਫੌਜਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ, ਤਾਂ ਬੜੇ ਵਾਰੀ ਸਾਨੂੰ ਕਹਿੰਦੇ ਰਹੇ ਕਿ ਲਾਡਲੀਆਂ ਫੌਜਾਂ ਨੂੰ ਆਉਣਾ ਚਾਹੀਦਾ, ਤਾਂ ਉਹ ਵਿਚਾਰੇ ਆਏ ਨੇ, ਬੈਠੇ ਆਪਣੇ ਮੋਰਚੇ ਲਾਏ ਹੋਏ ਨੇ। ਕੋਈ ਉਹ ਮੈਂ ਉੱਥੇ ਰੋਜ਼ ਦੇਖਦਾ, ਕੋਈ ਹੁੱਲੜਬਾਜੀ ਨਹੀਂ ਉਹ ਕਰਦੇ। ਹਾਂ, ਤੀਜੀ ਗੱਲ ਜਿਹੜੀ ਤੁਸੀਂ ਕਹੀ, ਨੌਜਵਾਨਾਂ ਨੂੰ ਅਪੀਲ ਕੀਤੀ, ਉਹ ਮੈਂ ਸਟੇਜ ਤੋਂ ਕੱਲ ਵੀ ਕੀਤੀ ਸੀ ਕਿ ਯਾਰ ਜਿਹੜੀ ਠੀਕ ਹੈ, ਤੁਸੀਂ ਮਾੜਾ ਮੋਟਾ ਮਨੋਰੰਜਨ ਕਰਨਾ ਹੁੰਦਾ, ਉਨਾ ਕੁ ਵਾਜਬ ਹੈ, ਪਰ ਜੇ ਆਪਾਂ ਸਾਰੀ ਰਾਤ ਇਸ ਤਰ੍ਹਾਂ ਉੱਥੇ ਕੋਈ ਦਾਰੂ ਪਿਆਲਾ ਪੀ ਕੇ ਡੈਕ ਡੁੱਕ ਲਾ ਕੇ ਨੱਚੀ ਜਾਵਾਂਗੇ, ਉਹਨੂੰ ਉਹ ਜਿਹੜਾ ਹੈਗਾ ਜ਼ਿਆਦਾ ਵਧਾ ਚੜਾ ਕੇ ਪੇਸ਼ ਕਰਕੇ, ਤੇ ਜਾਂ ਮੰਨ ਲਓ ਕਈ ਵਾਰੀ ਐ ਹੁੰਦਾ ਰਾਤ ਨੂੰ ਦਾਰੂ ਪੀਤੀ ਹੁੰਦੀ ਹੈ, ਖਾਧੀ ਪੀਤੀ ਦੇ ਵਿੱਚ ਕੋਈ ਆਪਸ ਵਿੱਚ ਲੜ ਪਓ, ਤਾਂ ਉਹ ਫਿਰ ਉਹਦਾ ਅਸਰ ਜਿਹੜਾ ਉਹ ਅੰਦੋਲਨ ਤੇ ਮਾੜਾ ਚਲਾ ਜਾਂਦਾ। ਇਹ ਗੱਲ ਠੀਕ ਹੈ ਤੁਹਾਡੀ। ਪਰ ਦੂਜੀ ਗੱਲ ਮੈਂ ਨਾਲ ਨਾ, ਮੈਨੂੰ ਇੱਕ ਹੋਰ ਬੜਾ ਦੁੱਖ ਹੋਇਆ ਯਾਰ, ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ, ਉਹ ਭਰਾਵੋ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਆ, ਇਹ ਅੰਦੋਲਨ ਬਿਲਕੁਲ ਸਿਖਰ ਤੇ ਹੈ, ਬਿਲਕੁਲ ਪੀਕ ਤੇ ਹੈ, ਐਨ ਨਤੀਜੇ ਦੇ ਨੇੜੇ ਆ ਅਸੀਂ ਜਮਾ। ਤਾਂ ਯਾਰ ਤੁਸੀਂ ਪਤੰਦਰੋ ਮਾੜੀ ਜੀ ਗੱਲ ਨੂੰ ਏਡੀ ਤੂਲ ਦਿੰਦੇ ਹੋ ਨਾਲ ਦੀ ਨਾਲ। ਮੈਂ ਹੁਣ ਜਿਹੜਾ ਦੂਜਾ ਕਹਿਣਾ ਚਾਹੁੰਦਾ ਕਿ ਦੇਖੋ, ਇਹ ਜਿਹੜੀਆਂ ਲਹਿਰਾਂ ਨੇ, ਇਹ ਲੋਕ ਰੋਹ ਹੈ, ਰੋਜ਼ ਨਹੀਂ ਭਰਾਵੋ ਉੱਠਦੇ, ਦਹਾਕੇ ਲੱਗ ਜਾਂਦੇ ਨੇ, ਸਦੀਆਂ ਲੱਗ ਜਾਂਦੀਆਂ ਨੇ। ਕਈ ਵਾਰੀ ਤਾਂ ਇਹੋ ਜਿਹੇ ਲੋਕ ਰੋਹਾਂ ਦੇ ਮਸਾਂ ਇਹਦਾ ਖੁਸ਼ੀ ਮਨਾਉਂਦੇ ਕੋ ਮਸਾਂ ਪੰਜਾਬ ਉੱਠਿਆ, ਬੌਂਦਲਿਆ ਹੋਇਆ ਸੀ ਪੰਜਾਬ, ਸੁੰਨਾ ਹੋਇਆ ਪਿਆ ਸੀ ਪੰਜਾਬ, ਤਾਂ ਸੁੱਤੀ ਹੋਈ ਸੀ ਪੰਜਾਬੀਅਤ, ਸਾਡੀ ਕੌਮ ਜਗਾਤਾ ਸਾਨੂੰ ਤਾਂ। ਤੇ ਆਹ ਤੁਸੀਂ ਨਾਲ ਦੀ ਨਾਲ ਮੇਰਾ ਵੀਰ ਉਦੋਂ ਬਾਅਦ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ, ਆਹ ਦੇਖੋ ਜੀ ਫਲਾਨਾ ਢਿਮਕਾ, ਆਹ ਜਿਹੜੇ ਆ ਫੇਸਬੁੱਕਾਂ ਦੇ ਬੈਠੇ ਹੁੰਦੇ ਨਾ, ਇਹਨਾਂ ਦਾ ਇਹੀ ਕੰਮ ਹੁੰਦਾ ਇਹਨਾਂ ਨੂੰ ਚਲੂਣੇ ਵੀ ਲੜਨਗੇ ਮੇਰੀ ਗੱਲ ਤੋਂ। ਮਾੜੀ ਜੀ ਗੱਲ ਉੱਠਣ ਨਹੀਂ ਦਿੰਦੇ, ਨਾਲ ਦੀ ਨਾਲ ਹੀ ਫਲਾਨਾ ਇਹਨੇ ਆਹ ਬੋਲਤਾ, ਧਮਕੇ ਨੇ ਆਹ ਬੋਲਤਾ, ਨਾਲ ਦੀ ਨਾਲ ਲੱਗ ਜਾਂਦੇ ਹੋ। ਦੀਪ ਸਿੱਧੂ ਨੇ ਇੱਕ ਬਿਆਨ ਦਿੱਤਾ ਸੀ, ਉਹਨੇ ਆਪਣਾ ਸਪਸ਼ਟੀਕਰਨ ਦੇ ਕੇ ਗੱਲ ਖਤਮ ਹੋ ਗਈ। ਰਾਜੇਵਾਲ ਨੇ ਆਪਣਾ ਬਿਆਨ ਦਿੱਤਾ, ਕੱਲ ਨੂੰ ਆਪਣੀ ਮਾਫੀ ਮੰਗ ਕੇ ਆਪਣਾ ਸਪਸ਼ਟੀਕਰਨ ਦੇਣਗੇ, ਗੱਲ ਖਤਮ ਹੋ ਜਾਣੀ ਹੈ। ਉਹ ਨਾ ਭਰਾਵੋ ਹੱਥ ਬੰਨੇ ਤੁਹਾਡੇ ਮੂਹਰੇ, ਰੋਜ਼ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤੁਸੀਂ ਬਣਾ ਦਿੰਦੇ ਹੋ ਕਿ ਆਹ ਦੇਖੋ ਜੀ ਆਹ ਹੋ ਗਿਆ, ਉਹ ਹੋ ਗਿਆ। ਔਰ ਦੂਜਾ ਜਿਹੜਾ ਕੰਮ ਕਰ ਰਿਹਾ ਜਿਹੜਾ ਪੰਜਾਬ ਦਾ ਮੀਡੀਆ, ਮੈਂ ਕਹੂੰਗਾ ਇੱਥੇ ਹੁਣ ਗੋਦੀ ਮੀਡੀਆ ਦੀ ਗੱਲ ਨਹੀਂ ਹੋਈ, ਪੰਜਾਬ ਦੇ ਮੀਡੀਆ ਦੀ ਮੈਂ ਗੱਲ ਕਰਦਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ, ਅਸੀਂ ਪੰਜਾਬ ਲਈ ਕੰਮ ਕਰ ਰਹੇ ਹਾਂ, ਅਸੀਂ ਤੁਹਾਡੀਆਂ ਖਬਰਾਂ ਪਹੁੰਚਾ ਰਹੇ ਹਾਂ, ਬਹੁਤ ਪਹੁੰਚਾ ਰਹੇ ਹਾਂ, ਨਾਲ ਦੀ ਨਾਲ ਤੁਸੀਂ TRP ਲੈਣ ਦੇ ਮਾਰੇ, ਨਾਲ ਦੀ ਨਾਲ ਤੁਸੀਂ ਵਿਊ ਬਹੁ ਲੈਣ ਦੇ ਮਾਰੇ ਉਹਦੀ ਮਹਿਕ ਜਾ ਡਾ ਦਿੰਦੇ ਹਰ ਇੱਕ ਦੇ ਮੂਹਰੇ ਜਾ ਕੇ। ਹਾਂਜੀ ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਆਹ ਬਿਆਨ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੀ ਟੱਟੂ ਹੈ ਪ੍ਰਤੀਕਿਰਿਆ ਯਾਰ? ਇਹ ਮਿੰਟ 'ਚ ਤੁਸੀਂ ਅੰਦਰੋਂ 1 ਮਿੰਟ 'ਚ ਤੁਸੀਂ ਲਾਉਂਦੇ ਹੋ, ਕਿਸੇ ਨੂੰ ਗਦਾਰ ਬਣਾ ਦਿੰਦੇ ਹੋ, ਮਿੰਟ 'ਚ ਹੀਰੋ ਬਣਾ ਦਿੰਦੇ ਹੋ। ਇੱਥੇ ਜਿਹੜੀ ਸਥਿਤੀ ਆ, ਇੱਥੇ ਬੈਠੇ ਆ, ਸਾਨੂੰ ਪਤਾ ਕੀ ਆ, ਸਮਝੋ। ਮਿੰਟ ਨਾ ਲਾਇਆ ਕਰੋ ਇਹ ਜਿਹੀਆਂ ਗੱਲਾਂ ਨੂੰ ਚੱਕਣ ਲੱਗਿਆ ਨੂੰ। ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਗੱਲਾਂ ਤੋਂ ਗਰੇਜ਼ ਕਰੋ। ਇਹ ਸਰਕਾਰਾਂ ਚਾਹੁੰਦੀਆਂ ਨੇ, ਇਹ ਉਹਨਾਂ ਦਾ IT ਸੈੱਲ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਨਾ, IT ਵਿੰਗ ਬਣਿਆ ਹੋਇਆ ਬੜਾ ਮਜ਼ਬੂਤ ਹੈ, ਉਹ ਨਾਲ ਦੀ ਨਾਲ ਜਿਹੀਆਂ ਖਬਰਾਂ ਨੂੰ ਚੱਲ ਕੇ ਉਹਨਾਂ ਦੇ ਫਿਰ ਟਿੱਪਣੀਆਂ ਕਰਦਾ ਹੈ। ਫਿਰ ਉਹਨਾਂ ਦੀਆਂ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਮੇਰੀ ਗੱਲ ਸੁਣ ਲਓ, ਮੈਂ ਅੱਗੇ ਵੀ ਪਹਿਲਾਂ ਤੁਹਾਨੂੰ ਦੱਸਿਆ ਸੀਗਾ, ਉਹਨਾਂ ਦੀਆਂ ਜਿਹੜੀਆਂ ਆਈਡੀਆਂ ਬਣੀਆਂ ਹੋਈਆਂ ਨੇ ਉਹ ਸਿੱਖਾਂ ਦੇ ਨਾਂ ਤੇ ਬਣੀਆਂ ਹੋਈਆਂ ਨੇ। ਕਿਸੇ ਦੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਹੈ, ਕਿਸੇ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਆ, ਕਿਸੇ ਤੇ ਦਰਬਾਰ ਸਾਹਿਬ ਦੀ ਫੋਟੋ ਆ।
ਢਾਹੇ ਹੋਏ ਦਰਬਾਰ ਸਾਹਿਬ ਦੀ ਫੋਟੋ ਆ, ਕਿਸੇ ਦੇ ਭਗਤ ਸਿੰਘ ਦੀ ਫੋਟੋ ਆ, ਕਿਸੇ ਦੇ ਸਰਾਭੇ ਦੀ ਫੋਟੋ ਆ। ਨਾਂ ਪਤਾ ਕੀ ਹੈ? ਕਿਸੇ ਦਾ ਬਲਵੀਰ ਸਿੰਘ, ਕਿਸੇ ਦਾ ਹਰਪ੍ਰੀਤ ਸਿੰਘ, ਕਿਸੇ ਦਾ ਗੁਰਦੀਪ ਸਿੰਘ, ਕਿਸੇ ਦਾ ਸਿੰਘ ਸਾਹਿਬ। ਇਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੇ ਹੈਗੇ ਨੇ ਨਾਂ ਰੱਖੇ ਹੋਏ ਨੇ ਆਪਣੇ IT। ਉਹ ਸਾਨੂੰ ਲੱਗਦਾ ਹੁੰਦਾ ਹੈ ਹੁਣ ਜੋ ਉਹੇ ਜਿਹੇ ਪੇਜ ਬਣਾਏ ਹੋਏ ਨੇ ਉਹਨਾਂ ਦੇ, ਉਹੇ ਜਿਹੇ ਪੇਜਾਂ ਦੇ ਉੱਤੋਂ ਪਤਾ ਆ ਗੱਲਾਂ ਪਾ ਕੇ ਸਾਨੂੰ ਲੱਗਦਾ ਹੁੰਦਾ, ਫਿਰ ਥੱਲੇ ਅਸੀਂ ਦੇਖਦੇ ਨਹੀਂ ਹੁੰਦੇ ਕੀ ਗੱਲਬਾਤ ਆ, ਦੱਬੀ ਤੁਰੇ ਜਾਂਦੇ ਹੁੰਦੇ ਤੇਰੀ ਮਾਂ ਨੂੰ, ਤੇਰੀ ਭੈਣ ਨੂੰ, ਜਾਂ ਜਿਹਦੇ ਹੱਕ ਚੰਗਾ ਲਿਖਣਾ ਦਾ ਸਿਰਾ ਸਿਰਾ ਸਿਰਾ, ਪਤਾ ਹੁੰਦਾ ਨਹੀਂ ਗੱਲ ਦਾ ਵਿੱਚੋਂ ਵੀ ਗੱਲਬਾਤ ਹੈ ਕੀ ਆ। ਸੋ ਤੁਹਾਨੂੰ ਬੇਨਤੀ ਕਰਦੇ ਆ ਵੀ ਇਹ ਗੱਲਾਂ ਤੋਂ ਮੇਰਾ ਵੀਰ ਬਹੁਤ ਸੁਚੇਤ ਰਹਿਣ ਦੀ ਲੋੜ ਆ। ਜਿਹੜਾ ਬੰਦਾ ਜਿਹੜਾ ਪੇਜ ਵਾਲਾ ਇਹੋ ਜਿਹੀ ਗੱਲਬਾਤ ਕੋਈ ਕਰੂਗਾ ਅੱਜ ਦੇ ਸਮੇਂ ਦੇ ਵਿੱਚ, ਜਿਹੜਾ ਬੰਦਾ ਭੜਕਾਹਟ ਵਾਲੀ ਗੱਲ ਕਰਦਾ, ਆ ਜਿਹੜੇ ਜਾਵਾਂ ਦੁਬਾਰੇ ਫੇਰਾ ਚੈਨਲ ਵਾਲਿਆਂ ਤੇ ਆਉਣਾ ਵੀ ਸੋਡੇ ਨਾਲ ਜੁੱਤੀ ਫੇਰਨੀ ਪਏ, ਸਾਨੂੰ ਕਦੇ ਲੋੜ ਨਹੀਂ। ਜੇ ਤੁਸੀਂ ਇਹੋ ਜਿਹੀ ਕਵਰੇਜ ਕਰਨੀ ਆ, ਸਾਨੂੰ ਦਿਫਾੜ ਕਰਨਾ, ਸਾਡੇ ਘੋਲ ਨੂੰ ਤਾਰ ਪਿੰਡੋ ਤੁਸੀਂ ਵੀ ਕਰਨ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਹੋ। ਮਾੜੀ ਜੀ ਗੱਲ ਹੁੰਦੀ ਹੈ ਜਾ ਕੇ ਮੈਂ ਖੜਾ ਦਿੰਦੇ ਅਗਲੇ ਦੇ ਮੂੰਹ 'ਚ, ਜਾ ਵੜੋ ਫਿਰ ਪੰਜਾਬ ਜਾ ਕੇ ਬਹਿ ਜਾਓ, ਕੋਈ ਗੱਲ ਨਹੀਂ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਗੱਲ ਪਹੁੰਚਾ ਦਿਆਂਗੇ। ਸੋ ਇਸ ਕਰਕੇ ਸਾਰੇ ਮੇਰਾ ਵੀਰ ਮੈਂ ਫੇਰ ਬੇਨਤੀ ਕਰਦਾ, ਰਾਜੇਵਾਲ ਨੇ ਜੋ ਕਿਹਾ ਕੋਈ ਗੱਲ ਨਹੀਂ, ਉਹਨੂੰ ਕੱਲ ਨੂੰ ਆ ਕੇ ਸਪਸ਼ਟੀਕਰਨ ਦੇਣਾ ਚਾਹੀਦਾ ਬਣਦਾ। ਜੇ ਉਹਨੇ ਕਹੀ ਹੈ ਇਹ ਗੱਲ ਤਾਂ ਸਟੇਜ ਦੇ ਉੱਤੇ ਆ ਕੇ ਆਪਣੀ ਮਾਫੀ ਮੰਗਣ, ਆਪਣੀ ਗੱਲ ਦਾ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਕਿਹਾ ਕਿਉਂ ਆ ਇਹ। ਠੀਕ ਆ, ਕੋਈ ਇੱਥੇ ਦਫਾੜ ਨਹੀਂ ਹੈਗਾ, ਸਾਰੇ ਇੱਕ ਆ। ਕਿਸਾਨ ਜਥੇਬੰਦੀਆਂ ਵੀ ਸਾਰੀਆਂ ਨਾਲ ਨੇ, ਦੂਜੇ ਤੀਜੇ ਸਾਰੇ ਨਾਲ ਨੇ, ਸਾਰੇ ਇੱਥੇ ਧਰਮਾਂ ਜਾਤਾਂ ਮਜ਼ਹਬਾਂ ਦੇ ਸਾਰੇ ਨਾਲ ਨੇ। ਅਸੀਂ ਜਿੱਤ ਕੇ ਜਾਣਾ, ਸਾਡਾ ਹੋਰ ਕੋਈ ਇੱਧਰ ਉੱਧਰ ਪਤਾ ਨਹੀਂ ਪਤੰਦਰੋ। ਜਦੋਂ ਮੈਂ ਇੱਥੇ ਐ ਦੁੱਖ ਆਉਂਦਾ, ਇੱਥੇ ਆਉਣ ਨੂੰ ਤਾਂ ਤੁਹਾਡੇ ਸੂਲ ਲੜਦਾ ਇੱਥੇ ਹੁੰਦਾ ਵੀ ਇੱਥੇ ਆ ਕੇ ਬਹਿ ਗਏ ਅਸੀਂ 10 ਦਿਨ ਬੈਠ ਕੇ ਦੇਖੋ, ਦਿੱਲੀ ਆ ਕੇ ਆ ਜਾਓ, ਬੈਠੋ 4 ਦਿਨ ਆ ਕੇ ਤੁਹਾਨੂੰ ਪਤਾ ਲੱਗ ਜੂਗਾ ਕੀ ਕਹਾਣੀ ਹੈ। ਬੈਠੇ ਰਜਾਈ ਚ ਕਈ ਤਾਂ ਮੈਂ ਇਹੋ ਜਿਹੇ ਦੇਖੇ ਆ, ਜਾਂ ਉਹਨਾਂ ਨੇ ਕੱਲਾ ਬਸ ਟਿੱਪਣੀ ਕਰਨ ਦੀ ਖਾਤਰ ਹੀ ਆਪਣਾ ਨੈਟ ਜਾਂ ਖੋਲਣਾ ਹੁੰਦਾ, ਫਿਰ ਬੰਦ ਕਰ ਲੈਂਦੇ, ਟਿੱਪਣੀ ਕਰਕੇ ਫਿਰ ਬੰਦ ਕਰ ਲੈਂਦੇ ਆ, ਲਾਈ ਚਲੋ ਅੱਗ ਤੁਰੇ ਫਿਰੋ। ਕਬੀਰ ਲਿਖਦਾ, ਭੈਣ ਲਿਖਦੀ ਹੈ ਰਿੰਪੀ ਕੌਰ, ਕਹਿੰਦੀ ਚਲੋ ਮੰਨ ਲੈਨੇ ਆ ਤੁਹਾਡੀ ਗੱਲ ਬਟ ਇੱਕ ਟਿੱਪਣੀ ਕਰਨ ਦਾ ਮੀਨਿੰਗ ਕੀ ਆ? ਇਸ ਚੀਜ਼ ਨੂੰ ਕਿਹਾ ਕਿਹਨੇ ਆ? ਇਹ ਆਪਣੇ ਆਗੂਆਂ ਨੂੰ ਵੀ ਕਹੋ। ਸੋ ਮੇਰਾ ਵੀਰ ਚਲੋ ਇਹ ਪਤਾ ਨਹੀਂ ਕੀ ਕਿਹਾ ਭੈਣ ਨੇ। ਚਲੋ ਟਿੱਪਣੀਆਂ ਜਿਹੜੀਆਂ ਮੈਂ ਗੱਲ ਕਰਦਾ ਭੈਣੇ, ਉਹ ਵੀ ਕਰਦਾ ਕਿ ਟਿੱਪਣੀਆਂ ਛੇਤੀ ਰਾਏ ਨਾ ਬਣਾਇਆ ਕਰੋ, ਤੁਹਾਨੂੰ ਮੈਂ ਫੇਰ ਵਾਰੀ ਵੱਲ ਕਹਿਣਾ ਕਿ ਜਿਹੜੀਆਂ ਸਾਡੇ 'ਚ ਜੇ ਕੋਈ ਅੱਜ ਦਫਾੜ ਪਾਊਗਾ, ਸਾਡੇ 'ਚ ਜਿਹੜਾ ਵੀ ਬੰਦਾ ਫੁੱਟ ਪਾਉਣ ਵਾਲੀ ਗੱਲ ਕਰਦਾ, ਤਾਂ ਉਹ ਸਮਝ ਲਓ ਸਾਡੇ ਘੋਲ ਦਾ ਦੁਸ਼ਮਣ ਆ। ਉਹ ਸਾਨੂੰ ਹਰਾਉਣਾ ਚਾਹੁੰਦਾ, ਜਿਤਾਉਣਾ ਨਹੀਂ ਚਾਹੁੰਦਾ। ਅੱਜ ਮੈਨੂੰ ਪਤਾ ਇੱਥੇ ਬਹੁਤ ਕੁਛ ਹੁੰਦਾ, ਬੜਾ ਕੁਛ ਹੁੰਦਾ, ਬੜੀਆਂ ਗੱਲਾਂ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ, ਬੜਾ ਕੁਛ ਝੱਲਣਾ ਪੈਂਦਾ, ਸਹਿਣਾ ਪੈਂਦਾ। ਕੋਈ ਗੱਲ ਨਹੀਂ, ਆਵਾਂਗੇ ਪੰਜਾਬ ਜਿੱਤ ਕੇ, ਗੱਲਾਂ ਸਾਰੀਆਂ ਤੁਹਾਨੂੰ ਕੱਲੀ ਗੱਲ ਮੈਂ ਦੱਸੂਗਾ। ਪਰਮਾਤਮਾ ਕਰੇ ਕਿ ਅਸੀਂ ਪੰਜਾਬ ਜਿੱਤ ਕੇ ਆਈਏ, ਤੁਹਾਨੂੰ ਮੈਂ ਕੱਲੀ ਗੱਲ ਦੱਸ ਦੂੰਗਾ, ਕਿਹੜਾ ਕੀ ਹੈ, ਕਿਹੜਾ ਕਿਵੇਂ ਹੈ, ਕਿਹੜਾ ਕਦੋਂ ਕੀ ਸੀ, ਕਿਹਦੇ ਨਾਲ ਗੱਲ ਹੁੰਦੀ, ਕੀ ਹੁੰਦਾ, ਸਾਰੀ ਗੱਲ ਦਾ ਸਪਸ਼ਟੀਕਰਨ ਦੇ ਦਾਂਗੇ। ਪਰ ਅੱਜ ਸਮਾਂ ਨਹੀਂ ਹੈਗਾ ਯਾਰ, ਅੱਜ ਸਮਾਂ ਨਹੀਂ ਹੈਗਾ ਮੇਰਾ ਵੀਰ। ਕੋਈ ਗੱਲ ਨਹੀਂ, ਜੇ ਇੰਨੀ ਤੂਲ ਆਪਾਂ ਜਦੋਂ ਦਿੰਨੇ ਆ ਮਸਲੇ ਨੂੰ, ਮੈਂ ਫੇਰ ਕਹਿਣਾ ਕਬੀਰ ਪੁੱਛਦਾ ਕਿ ਕੀ ਉਹਨਾਂ ਨੇ, ਮੈਂ ਉਹ ਗੱਲ ਨਾਲ ਸਹਿਮਤ ਨਹੀਂ ਆ ਭਰਾਵਾ। ਰਾਜੇਵਾਲ ਸਾਹਿਬ ਨੇ ਜੋ ਬੋਲਿਆ ਉਹ ਗਲਤ ਬੋਲਿਆ, ਨਹੀਂ ਬੋਲਣਾ ਚਾਹੀਦਾ ਸੀ ਉਹਨੂੰ। ਆਪਣੀ ਗੱਲ ਦਾ ਸਪਸ਼ਟੀਕਰਨ ਕੱਲ ਨੂੰ ਦੇਣਾ ਬਣਦਾ। ਤੇ ਬਸ ਮੈਂ ਇੰਨੀ ਤੁਹਾਡੇ ਕੋਲ ਬੇਨਤੀ ਕਰਨੀ ਸੀ। ਕੋਈ ਵੀ ਗੱਲ ਆਉਂਦੀ ਆ ਨਾਲ ਦੀ ਨਾਲ ਫਿਰ ਪੋਸਟਾਂ ਪਾ ਕੇ ਨਿਰਾਸ਼ਤਾ ਨਾ ਲੈ ਕੇ ਆਓ। ਰੋਜ਼ 1000 1500 ਟਰਾਲੀ ਆਉਂਦੀ ਆ ਇੱਥੇ, ਰੋਜ਼ ਸਾਰਾ ਪੰਜਾਬ ਨੂੰ ਐਡਾ ਚਾਅ ਚੜਿਆ ਹੋਇਆ ਹੈ। ਇੱਥੋਂ ਮਾੜੀ ਜੀ ਗੱਲ ਨੂੰ ਤੁਸੀਂ ਲੈ ਕੇ ਜਦੋਂ ਜਾਂਦੇ ਆ ਨਾ, ਤੇ ਉਦੋਂ ਨਾਲ ਦੀ ਨਾਲ ਹੀ ਇਹ ਇੱਕ ਗੱਲ ਲਿਖਦਾ, ਵੀਰੇ ਕਾਮਰੇਡ ਲੀਡਰ ਜਾਣ ਬੁੱਝ ਕੇ ਛੇੜਦੇ ਨੇ। ਕੋਈ ਗੱਲ ਨਹੀਂ ਵੀਰੇ, ਆਪਾਂ ਇਹ ਗੱਲਾਂ ਸਾਰੀਆਂ ਕਰਾਂਗੇ, ਕੋਈ ਗੱਲ ਨਹੀਂ। ਤਾਂ ਇਹ ਇਸ ਕਰਕੇ ਨਾ ਇਸ ਤਰ੍ਹਾਂ ਦਾ ਨਾ ਮਾਹੌਲ ਕਰੋ। ਮਾੜੀ ਜੀ ਸਾਡੇ 'ਚ ਫੁੱਟ ਪਈ ਨਹੀਂ ਤੇ ਸਾਡਾ ਘੋਲ ਖਤਮ ਹੋਇਆ ਨਹੀਂ, ਗੱਲ ਯਾਦ ਰੱਖ ਲਓ। ਮੈਂ ਤੁਹਾਨੂੰ ਦੱਸਦਾ, ਹਿੱਲੀ ਪਈ ਆ ਸਰਕਾਰ, ਹਿੱਲੀ ਪਈ ਹੈ। ਸਾਨੂੰ ਪਤਾ ਲੱਗਦਾ ਕਿਵੇਂ ਹਿੱਲੀ ਹੈ ਇੱਥੇ ਸਰਕਾਰ।
ਬੁਰਾ ਹਾਲ ਆ ਸਰਕਾਰ ਦਾ। ਜਿਹੜੇ ਕਹਿੰਦੇ ਸੀ ਇਹ ਤਾਂ ਢਾਉਣ ਚ ਕੱਲਾ ਪਿੱਛੇ ਨਹੀਂ ਮੁੜਦੇ, ਇਹ ਨਹੀਂ, ਇਹਦਾ ਝੁਕਦੇ ਨਹੀਂ। ਸੋ ਇਸ ਕਰਕੇ ਮੇਰਾ ਵੀਰ ਦੇਖਿਓ ਕਿ ਇਹ ਜੀ ਸਾਡੀ ਇੱਕ ਗਲਤੀ, ਕਹਿੰਦੇ ਹੁੰਦੇ ਆ ਲਮਹੋਂ ਨੇ ਖਤਾ ਕੀ ਤੇ ਸਦੀਆਂ ਨੇ ਸਜ਼ਾ ਪਾਈ। ਸਾਡੀ ਇੱਕ ਥੋੜੀ ਜਿਹੀ ਗਲਤੀ, ਥੋੜੀ ਜਿਹੀ ਗੱਲਬਾਤ ਭੜਕਾਹਟ ਪੈਦਾ ਕਰਨ ਵਾਲੀ ਜਾਂ ਇਸ ਤਰ੍ਹਾਂ ਦੀ ਇੱਧਰ ਉੱਧਰਲੀ ਗੱਲ ਕਰਨ ਵਾਲੀ ਸੰਘਰਸ਼ ਨੂੰ ਤੁਸੀਂ ਹਿਸਾਬ ਲਾ ਲਓ ਕਿੱਥੇ ਲੈ ਕੇ ਜਾ ਵੜੂਗੀ। ਕਿੱਥੇ 40 ਸਾਲ 50 ਸਾਲ ਪਿੱਛੇ ਚਲੇ ਜਾਵਾਂਗੇ ਅਸੀਂ। ਅੱਜ ਪੂਰੀ ਦੁਨੀਆ ਸਾਡੀ ਗੱਲ ਹੋ ਰਹੀ ਆ, ਪੂਰੀ ਦੁਨੀਆ ਸਾਨੂੰ ਸੁਣਦੀ ਹੈ, ਦੇਖ ਰਹੀ ਹੈ, ਨਜ਼ਰ ਆ ਪੂਰੀ ਦੁਨੀਆ ਦੀ ਇਸ ਮੋਰਚੇ ਦੇ ਉੱਤੇ। ਸੋ ਤੁਹਾਡੇ ਮੂਹਰੇ ਹੱਥ ਬੰਨ੍ਹਦਾ ਕਿ ਦੇਖਿਓ ਇਹੋ ਜਿਹੀ ਕੋਈ ਗੱਲਬਾਤ ਨਹੀਂ ਕਰਨੀ। ਕੱਲ ਨੂੰ ਰਾਜੇਵਾਲ ਸਾਹਿਬ ਸਟੇਜ ਤੇ ਆਉਣ, ਆਪਣਾ ਸਪਸ਼ਟੀਕਰਨ ਦੇਣ, ਗੱਲ ਖਤਮ ਕਰ ਦਿਆ ਕਰੋ। ਮੀਡੀਆ ਵਾਲਿਆਂ ਨੂੰ ਮੈਂ ਫੇਰ ਕਹਿਣਾ, ਜਿਹੜੇ ਬਣਾਏ ਫਿਰਦੇ ਚੈਨਲ ਜੇ, ਕਿ ਇਹ ਜੀ ਅੱਗ ਨਾ ਲਾਓ, ਨਾ ਅੱਗ ਲਾ ਕੇ ਲੋਕਾਂ ਨੂੰ ਤੁਸੀਂ ਇਹੋ ਜਿਹਾ ਗਲਤ ਸੁਨੇਹਾ ਇੱਥੋਂ ਪਹੁੰਚਾਓ। ਫਲਾਣੇ ਨੇ ਆਹ ਬੋਲਤਾ, ਢਿਮਕਿਆਂ ਨੇ ਆਹ ਬੋਲਤਾ, ਠੀਕ ਹੈ ਗਲਤ ਬੋਲਿਆ, ਉਹ ਸਪਸ਼ਟੀਕਰਨ ਦੇਣਗੇ ਆ ਕੇ। ਉਹਨੂੰ ਤੁਸੀਂ ਉਹਦੇ ਮੂਹਰੇ ਜਾ ਕੇ ਮੈਕ ਦਿੰਦੇ ਹੋ ਕਿ ਤੁਸੀਂ ਕੀ। ਹੁਣ ਮੈਂ ਬਲਦੇਵ ਸਿੰਘ ਸਿਰਸਾ ਦਾ ਵੀ ਸੁਣਿਆ, ਮੈਂ ਇੱਕ ਦੋ ਬੰਦਿਆਂ ਦਾ ਹੋਰ ਵੀ ਸੁਣਿਆ, ਮੈਨੂੰ ਵੀ ਫੋਨ ਆਈ ਗਏ, ਬਾਈ ਇਹਦੇ ਬਾਰੇ ਕੀ ਬਿਆਨ ਦੇਣਾ। ਮੈਂ ਕੋਈ ਬਿਆਨ ਨਹੀਂ ਦੇਣਾ, ਜਿਹੜਾ ਮੈਂ ਦੇਣਾ ਯਾਰ ਮੈਂ ਲੁੱਟ ਬਰੂ ਹੋ ਕੇ ਦੇ ਦੂੰਗਾ। ਹਰ ਇੱਕ ਗੱਲ ਤੇ ਬਿਆਨ ਦੇਣਾ। ਬੰਦਰੋਂ ਸ਼ਰਮ ਕਰ ਲਓ ਮਾੜੀ ਮੁੱਠੀ। ਇੱਕ ਵਾਰ ਤੁਸੀਂ ਕਹਿੰਦੇ ਅਸੀਂ ਤੁਹਾਡੇ ਦਿਨ ਰਾਤ ਸੇਵਾ ਕਰ ਰਹੇ ਹਾਂ, ਤੁਹਾਡੇ ਨਾਲ ਆ, ਅਸੀਂ ਵੀ ਪੰਜਾਬ ਦੇ ਜਾਏ ਹਾਂ, ਅਸੀਂ ਵੀ ਪੰਜਾਬ ਦੇ ਪੁੱਤ ਹਾਂ। ਇੱਕ ਵੀਰ ਕਹਿੰਦਾ ਸੇਰੀ ਸਰਟੀਫਿਕੇਟ ਬਣ ਦਿੰਦੇ, ਬਿਲਕੁਲ ਭਰਾਵਾ ਸਰਟੀਫਿਕੇਟ ਬਣਨ ਲੱਗੇ ਤਾਂ ਮਿੰਟ ਲਾਉਂਦੇ ਆ। ਸੋ ਭਰਾਵੋ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਾ ਕੀਤੀ ਜਾਵੇ ਕਿ ਅੰਦੋਲਨ ਜਿਹੜਾ ਫੇਲ ਹੋਵੇ। ਭਾਈ ਨਹੀਂ ਜਿਹੜਾ ਭਖਿਆ ਹੋਇਆ ਮੁੱਦਾ ਹੈਗਾ ਅੱਜ ਕਿ ਬਲਵੀਰ ਸਿੰਘ ਰਾਜੇਵਾਲ ਵੱਲੋਂ ਜਿਹੜਾ ਅੱਜ ਬਿਆਨ ਸਟੇਜ ਦੇ ਉੱਤੇ ਦਿੱਤਾ ਗਿਆ, ਉਹ ਬਿਆਨ ਮੈਂ ਵੀ ਸੁਣਿਆ। ਸੁਣ ਕੇ ਉਸ ਬਿਆਨ ਨੂੰ ਦੁੱਖ ਲੱਗਿਆ ਕਿ ਜੋ ਰਾਜੇਵਾਲ ਸਾਹਿਬ ਨੇ ਕਿਹਾ ਉਹ ਨਹੀਂ ਕਹਿਣਾ ਬਣਦਾ ਸੀ। ਇੱਕ ਗੱਲ ਤਾਂ ਆਪਾਂ ਉਹਦੇ ਬਾਰੇ ਕਰ ਲਈਏ ਕਿ ਰਾਜੇਵਾਲ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ, ਤਾਂ ਰਾਜੇਵਾਲ ਸਾਹਿਬ ਇੱਕ ਗੱਲ ਤੁਸੀਂ ਖੁਦ ਬੋਲ ਰਹੇ ਹੋ ਕਿ ਮੈਂ ਰੋਜ਼ ਪਾਠ ਕਰਦਾ, ਅਰਦਾਸ ਕਰਦਾ, ਨਿਤਨੇਮੀ ਆ। ਤੇ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਇਹ ਤੁਸੀਂ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਆ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਆ, ਤਾਂ ਉਹ ਇਹ ਹੈ ਕਿ ਨਿਸ਼ਾਨ ਸਾਹਿਬ ਤਾਂ ਜਿੱਥੇ ਹੱਦ ਦੇ ਉੱਤੇ ਸਾਡੇ ਸਿੱਖ ਰੈਜੀਮੈਂਟ ਖੜੀਆਂ ਨੇ, ਫੌਜਾਂ ਖੜੀਆਂ ਨੇ, ਨਿਸ਼ਾਨ ਸਾਹਿਬ ਉੱਥੇ ਵੀ ਲੱਗੇ ਹੋਏ ਨੇ। ਜਦੋਂ ਸਿੱਖ ਰੈਜੀਮੈਂਟ ਦੀਆਂ ਜਿਹੜੀਆਂ ਗੱਡੀਆਂ ਨੇ ਕਿਸੇ ਵੀ ਹੱਦ ਵੱਲ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਵੀ ਨਿਸ਼ਾਨ ਸਾਹਿਬ ਝੂਲਦੇ ਨੇ। ਰਾਜਨਾਥ ਵਰਗੇ ਜਾ ਕੇ ਜਿਹੜਾ ਉੱਥੇ ਹੱਦ ਦੇ ਉੱਤੇ ਚੀਨ ਦੇ ਉੱਤੇ ਬੋਲੇ ਸੋ ਨਿਹਾਲ ਦੇ ਜਿਹੜੇ ਜੈਕਾਰੇ ਲਵਾਉਂਦੇ ਨੇ, ਤਾਂ ਇਹ ਕੋਈ ਬਹੁਤੀ ਵੱਡੀ ਗੱਲ ਮੈਨੂੰ ਲੱਗਦਾ ਨਹੀਂ ਸੀ ਕਿ ਤੁਹਾਨੂੰ ਕਰਨ ਵਾਲੀ ਬਣਦੀ ਹੈ। ਤੁਸੀਂ ਸਿਆਣੇ ਹੋ, ਸੁਲਝੇ ਹੋਏ ਹੋ, ਪਰ ਮਸਲਾ ਤੁਸੀਂ ਖਾਮਖਾ ਜਿਹੜਾ ਉਹ ਮੁੱਦਾ ਜਿਹਾ ਬਣਾਤਾ ਇੱਕ। ਜੇ ਆਪਾਂ ਇਹ ਗੱਲ ਕਰਦੇ ਹਾਂ ਕਿ ਗੋਦੀ ਮੀਡੀਆ ਇਹ ਕਰਦਾ ਹੈ ਕਿ ਇਹਨੂੰ ਖਾਲਿਸਤਾਨੀ ਰੰਗਤ ਦੇ ਰਿਹਾ, ਨਿਸ਼ਾਨ ਸਾਹਿਬ ਲੱਗੇ ਹੋਏ ਆ, ਉੱਥੇ ਪਾਠ ਚੱਲ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਤਾਂ ਇਹ ਤਾਂ ਗੱਲ ਕੋਈ ਨਵੀਂ ਨਹੀਂ ਹੈਗੀ। ਇਹ ਤਾਂ ਆਪਾਂ ਜਿੱਦੇ 26 ਤਰੀਕ ਦੇ ਆਏ ਆ ਨਾ, ਤਾਂ ਉਸ ਦਿਨ ਤੋਂ ਹੀ ਲੈ ਕੇ ਜਿਹੜਾ ਇਹ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀਗਾ, ਦੇਖੋ ਜੀ ਇਹ ਤਾਂ ਖਾਲਿਸਤਾਨੀ ਆ ਗਏ ਆ, ਇਹ ਅੱਤਵਾਦੀ ਆ ਗਏ ਆ, ਇਹਨਾਂ ਨੂੰ ਪਾਕਿਸਤਾਨ ਦੀ ਸ਼ਹਿ ਹੈ, ਇਹਨਾਂ ਨੂੰ ਚੀਨ ਤੋਂ ਫੰਡ ਆਉਂਦਾ, ਇਹਨਾਂ ਨੂੰ ਕੈਨੇਡਾ ਤੋਂ ਫੰਡ ਆਉਂਦਾ, ਨੇ ਬੜਾ ਕੁਛ ਉਹ ਪ੍ਰਾਪੇਗੰਡਾ ਤਾਂ ਉਹ ਕਰ ਰਹੇ ਨੇ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਗੋਦੀ ਮੀਡੀਆ ਦੇ ਆਖੇ ਲੱਗ ਕੇ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਹੈ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਹੈ, ਤਾਂ ਫਿਰ ਗੋਦੀ ਮੀਡੀਆ ਤਾਂ ਉਹਦੇ ਲਈ ਕਹਿ ਰਿਹਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਗਲਤ ਹੈ, ਇਹ ਨਹੀਂ ਕਿਸਾਨਾਂ ਨੂੰ ਸੜਕਾਂ ਰੋਕਣੀਆਂ ਚਾਹੀਦੀਆਂ, ਫਿਰ ਆਪਾਂ ਨੂੰ ਸੜਕਾਂ ਤੋਂ ਵੀ ਉੱਠ ਜਾਣਾ ਚਾਹੀਦਾ। ਸੋ ਇਸ ਕਰਕੇ ਇਹ ਜੋ ਤੁਹਾਡਾ ਬਿਆਨ ਆਇਆ ਇਹ ਠੀਕ ਨਹੀਂ ਮੈਨੂੰ ਲੱਗਿਆ, ਕਿਸੇ ਨੂੰ ਵੀ ਠੀਕ ਨਹੀਂ ਲੱਗਿਆ। ਮੈਨੂੰ ਲੱਗਦਾ ਕਿ ਦੇਖੋ ਤੁਸੀਂ ਜੇ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹੋ, ਪੰਜਾਬ ਤੋਂ ਆਪਾਂ ਇਹ ਜ਼ਮੀਨਾਂ ਦੀਆਂ ਗੱਲਾਂ ਕਰਦੇ ਹਾਂ, ਤਾਂ ਤੁਸੀਂ ਅੱਜ ਜਿਹੜਾ ਉੱਥੇ ਸਾਰਾ ਉਹ ਆਪਾਂ ਜਾਹੋ ਜਲਾਲ ਦੇਖਣ ਨੂੰ ਮਿਲਦਾ, ਸਾਰਾ ਮਾਹੌਲ ਦੇਖਣ ਨੂੰ ਮਿਲਦਾ, ਤਾਂ ਉਹ ਸਾਰਾ ਉਹ ਸਾਡੀਆਂ ਰਵਾਇਤਾਂ ਨੇ,
ਉਹ ਵਿਰਾਸਤ ਦੇ ਵਿੱਚ ਮਿਲੀਆਂ ਹੋਈਆਂ ਸਾਨੂੰ ਚੀਜ਼ਾਂ ਨੇ, ਜੇ ਉਹ ਲੰਗਰ ਪ੍ਰਥਾ ਵੀ ਹੈਗੀ ਉੱਥੇ ਚੱਲ ਰਹੀ, ਜਾਂ ਜੋ ਵੀ ਉੱਥੇ ਅੱਜ ਵਾਪਰ ਰਿਹਾ ਹੈ, ਪੂਰੀ ਦੁਨੀਆ ਦੀ ਨਜ਼ਰ ਅੱਜ ਜੇ ਉਸ ਅੰਦੋਲਨ ਦੇ ਉੱਤੇ ਆ, ਤਾਂ ਇਹ ਸਾਨੂੰ ਉਸ ਵਿਰਾਸਤ, ਉਸ ਵਿਰਸੇ ਦੇ ਵਿੱਚੋਂ ਮਿਲਿਆ ਹੋਇਆ। ਸਾਡੀਆਂ ਤਾਂ ਉੱਥੇ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕਿਸੇ ਚੈਨਲ ਦੀ, ਹਿੰਦੀ ਕੋਈ ਚੈਨਲ ਸੀਗਾ ਜਿਹੜਾ ਨੈਸ਼ਨਲ ਚੈਨਲ ਸੀ, ਉਹਦੇ ਉੱਤੇ ਇੱਕ ਬੈਠਾ ਐਂਕਰ, ਉਹਨੂੰ ਐਂਕਰ ਨੂੰ ਕੋਈ ਬੰਦਾ ਸਵਾਲ ਕਰਦਾ ਹੈ ਕਿ ਉੱਥੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ, ਉੱਥੇ ਦਾ ਪਾਠ ਪ੍ਰਕਾਸ਼ ਹੋ ਗਏ ਜੀ, ਉੱਥੇ ਤਾਂ ਆਹ ਹੋ ਗਿਆ ਜੀ, ਵਾਹ ਹੋ ਗਿਆ। ਤਾਂ ਉਹਨੇ ਬੜੀ ਕਮਾਲ ਦੀ ਗੱਲ ਕਹੀ ਸੀ। ਉਹ ਕਹਿੰਦਾ ਅਸਲ ਜੇ ਤੁਸੀਂ ਸਿੱਖ ਵਿਰਸਾ ਦੇਖਣਾ, ਸਿੱਖੀ ਫਲਸਫਾ ਦੇਖਣਾ, ਕਹਿੰਦਾ ਅਸਲ ਇਹ ਰੰਗ ਹੈ, ਅਸਲ ਇਹ ਰੰਗ ਹੈ ਸਾਡਾ, ਜੋ ਸਾਨੂੰ ਇਤਿਹਾਸ ਚੋਂ ਮਿਲਿਆ, ਜੋ ਸਾਨੂੰ ਵਿਰਾਸਤ ਚੋਂ ਮਿਲਿਆ, ਸਾਡੇ ਗੁਰੂ ਸਾਹਿਬਾਨਾਂ ਵੱਲੋਂ ਮਿਲਿਆ। ਤਾਂ ਇਸ ਕਰਕੇ ਨਾ ਸਾਨੂੰ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਤੇ ਤੁਸੀਂ ਆਪ ਬੋਲ ਰਹੇ ਹੋ ਕਿ IT ਸੈੱਲ ਬਹੁਤ ਗੱਲ ਨੂੰ ਵਧਾ ਘਟਾ ਕੇ ਪੇਸ਼ ਕਰਦਾ, ਆਪਾਂ ਤਾਂ ਖੁਦ ਮੌਕਾ ਦੇ ਰਹੇ ਹਾਂ। ਇੱਕ ਸ਼ਬਦ ਬੋਲਣ ਤੋਂ ਪਹਿਲਾਂ ਰਾਜੇਵਾਲ ਸਾਹਿਬ ਸਾਨੂੰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, 1000 ਵਾਰ ਸੋਚਣਾ ਚਾਹੀਦਾ, 1000 ਵਾਰ ਸੋਚਣਾ ਚਾਹੀਦਾ ਕਿ ਇੱਕ ਸ਼ਬਦ ਸਾਡਾ ਬੋਲਿਆ ਸਾਡੇ ਅੰਦੋਲਨ ਨੂੰ ਕਿੱਧਰ ਨੂੰ ਲਿਜਾ ਸਕਦਾ, ਕਿਹੜੀ ਦਿਸ਼ਾ ਵੱਲ ਇਹ ਲਿਜਾ ਸਕਦਾ। ਦੇਖੋ, ਇਹ ਤਾਂ ਸਾਰੇ ਤਰ੍ਹਾਂ ਦੇ, ਮੈਂ ਉਸ ਦਿਨ ਸਟੇਜ ਤੇ ਹੀ ਬੋਲਿਆ ਸੀ ਕਿ ਇੱਥੇ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਨੇ, ਕਾਮਰੇਡ ਵਿਚਾਰਧਾਰਾ ਦੇ ਵੀ ਨੇ, ਸਿੱਖੀ ਵਿਚਾਰਧਾਰਾ ਦੀ ਨੇ, ਹਿੰਦੂ ਵਿਚਾਰਧਾਰਾ ਵਾਲੇ ਲੋਕ ਵੀ ਨੇ, ਮੁਸਲਮਾਨ ਵੀ ਨੇ, ਈਸਾਈ ਵੀ ਨੇ, ਸਾਰੀਆਂ ਧਰਾਵਾਂ ਦੇ ਲੋਕ ਇੱਥੇ ਆਏ ਹੋਏ ਨੇ। ਅਸੀਂ ਕੋਈ ਵੀ ਇੱਕ ਤਰ੍ਹਾਂ ਦੀ ਉਹਨੂੰ ਰੰਗਤ ਦੇ ਕੇ ਅਸੀਂ ਘੋਲ ਨੂੰ ਗਲਤ ਦਿਸ਼ਾ ਵੱਲ ਲੈ ਜਾਾਂਗੇ। ਲਾਡਲੀਆਂ ਫੌਜਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ, ਤਾਂ ਬੜੇ ਵਾਰੀ ਸਾਨੂੰ ਕਹਿੰਦੇ ਰਹੇ ਕਿ ਲਾਡਲੀਆਂ ਫੌਜਾਂ ਨੂੰ ਆਉਣਾ ਚਾਹੀਦਾ, ਤਾਂ ਉਹ ਵਿਚਾਰੇ ਆਏ ਨੇ, ਬੈਠੇ ਆਪਣੇ ਮੋਰਚੇ ਲਾਏ ਹੋਏ ਨੇ। ਕੋਈ ਉਹ, ਮੈਂ ਉੱਥੇ ਰੋਜ਼ ਦੇਖਦਾ, ਕੋਈ ਹੁੱਲੜਬਾਜੀ ਨਹੀਂ ਉਹ ਕਰਦੇ। ਹਾਂ, ਤੀਜੀ ਗੱਲ ਜਿਹੜੀ ਤੁਸੀਂ ਕਹੀ, ਨੌਜਵਾਨਾਂ ਨੂੰ ਅਪੀਲ ਕੀਤੀ, ਉਹ ਮੈਂ ਸਟੇਜ ਤੋਂ ਕੱਲ ਵੀ ਕੀਤੀ ਸੀ ਕਿ ਯਾਰ ਜਿਹੜੀ ਠੀਕ ਹੈ, ਤੁਸੀਂ ਮਾੜਾ ਮੋਟਾ ਮਨੋਰੰਜਨ ਕਰਨਾ ਹੁੰਦਾ, ਉਨਾ ਕੁ ਵਾਜਬ ਹੈ, ਪਰ ਜੇ ਆਪਾਂ ਸਾਰੀ ਰਾਤ ਇਸ ਤਰ੍ਹਾਂ ਉੱਥੇ ਕੋਈ ਦਾਰੂ ਪਿਆਲਾ ਪੀ ਕੇ ਡੈਕ ਡੁੱਕ ਲਾ ਕੇ ਨੱਚੀ ਜਾਵਾਂਗੇ, ਉਹਨੂੰ ਉਹ ਜਿਹੜਾ ਹੈਗਾ ਜ਼ਿਆਦਾ ਵਧਾ ਚੜਾ ਕੇ ਪੇਸ਼ ਕਰਕੇ, ਤੇ ਜਾਂ ਮੰਨ ਲਓ ਕਈ ਵਾਰੀ ਐ ਹੁੰਦਾ, ਰਾਤ ਨੂੰ ਦਾਰੂ ਪੀਤੀ ਹੁੰਦੀ ਹੈ, ਖਾਧੀ ਪੀਤੀ ਦੇ ਵਿੱਚ ਕੋਈ ਆਪਸ ਵਿੱਚ ਲੜ ਪਓ, ਤਾਂ ਉਹ ਫਿਰ ਉਹਦਾ ਅਸਰ ਜਿਹੜਾ ਉਹ ਅੰਦੋਲਨ ਤੇ ਮਾੜਾ ਚਲਾ ਜਾਂਦਾ। ਇਹ ਗੱਲ ਠੀਕ ਹੈ ਤੁਹਾਡੀ। ਪਰ ਦੂਜੀ ਗੱਲ ਮੈਂ ਨਾਲ ਨਾ, ਮੈਨੂੰ ਇੱਕ ਹੋਰ ਬੜਾ ਦੁੱਖ ਹੋਇਆ ਯਾਰ, ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ, ਉਹ ਭਰਾਵੋ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਆ, ਇਹ ਅੰਦੋਲਨ ਬਿਲਕੁਲ ਸਿਖਰ ਤੇ ਹੈ, ਬਿਲਕੁਲ ਪੀਕ ਤੇ ਹੈ, ਐ ਨਤੀਜੇ ਦੇ ਨੇੜੇ ਆ ਅਸੀਂ ਜਮਾ। ਤਾਂ ਯਾਰ ਤੁਸੀਂ ਪਤੰਦਰੋ ਮਾੜੀ ਜੀ ਗੱਲ ਨੂੰ ਏਡੀ ਤੂਲ ਦਿੰਦੇ ਹੋ ਨਾਲ ਦੀ ਨਾਲ। ਮੈਂ ਹੁਣ ਜਿਹੜਾ ਦੂਜਾ ਕਹਿਣਾ ਚਾਹੁੰਦਾ ਕਿ ਦੇਖੋ, ਇਹ ਜਿਹੜੀਆਂ ਲਹਿਰਾਂ ਨੇ, ਇਹ ਲੋਕ ਰੋਹ ਹੈ, ਰੋਜ਼ ਰੋਜ਼ ਨਹੀਂ ਭਰਾਵੋ ਉੱਠਦੇ, ਦਹਾਕੇ ਲੱਗ ਜਾਂਦੇ ਨੇ, ਸਦੀਆਂ ਲੱਗ ਜਾਂਦੀਆਂ ਨੇ। ਕਈ ਵਾਰੀ ਤਾਂ ਇਹੋ ਜਿਹੇ ਲੋਕ ਰੋਹਾਂ ਦੇ ਮਸਾਂ ਇਹਦਾ ਖੁਸ਼ੀ ਮਨਾਉਂਦੇ ਆ ਕਿ ਮਸਾਂ ਪੰਜਾਬ ਉੱਠਿਆ, ਬੌਂਦਲਿਆ ਹੋਇਆ ਸੀ ਪੰਜਾਬ, ਸੁੰਨਾ ਹੋਇਆ ਪਿਆ ਸੀ ਪੰਜਾਬ, ਤਾਂ ਸੁੱਤੀ ਹੋਈ ਸੀ ਪੰਜਾਬੀਅਤ, ਸਾਡੀ ਕੌਮ ਜਗਾਤਾ ਸਾਨੂੰ ਤਾਂ। ਤੇ ਆਹ ਤੁਸੀਂ ਨਾਲ ਦੀ ਨਾਲ ਮੇਰਾ ਵੀਰ, ਉਦੋਂ ਬਾਅਦ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ, ਆਹ ਦੇਖੋ ਜੀ ਫਲਾਨਾ ਢਿਮਕਾ, ਆ ਜਿਹੜੇ ਆ ਫੇਸਬੁੱਕਾਂ ਦੇ ਬੈਠੇ ਹੁੰਦੇ ਨਾ, ਇਹਨਾਂ ਦਾ ਇਹੀ ਕੰਮ ਹੁੰਦਾ, ਇਹਨਾਂ ਨੂੰ ਹੁਣ ਚਲੂਣੇ ਵੀ ਲੜਨਗੇ ਮੇਰੀ ਗੱਲ ਤੋਂ। ਮਾੜੀ ਜੀ ਗੱਲ ਉੱਠਣ ਦੀ ਨਾਲ ਦੀ ਨਾਲ ਹੀ ਫਲਾਨਾ ਇਹਨੇ ਆਹ ਬੋਲਤਾ, ਧਮਕੇ ਨੇ ਆਹ ਬੋਲਤਾ, ਨਾਲ ਦੀ ਨਾਲ ਲੱਗ ਜਾਂਦੇ ਹੋ। ਦੀਪ ਸਿੱਧੂ ਨੇ ਇੱਕ ਬਿਆਨ ਦਿੱਤਾ ਸੀ, ਉਹਨੇ ਆਪਣਾ ਸਪਸ਼ਟੀਕਰਨ ਦੇ ਕੇ ਗੱਲ ਖਤਮ ਹੋ ਗਈ। ਰਾਜੇਵਾਲ ਨੇ ਆਪਣਾ ਬਿਆਨ ਦਿੱਤਾ, ਕੱਲ ਨੂੰ ਉਹ ਆਪਣੀ ਮਾਫੀ ਮੰਗ ਕੇ ਆਪਣਾ ਸਪਸ਼ਟੀਕਰਨ ਦੇਣਗੇ, ਗੱਲ ਖਤਮ ਹੋ ਜਾਣੀ ਹੈ। ਉਹ ਨਾ ਭਰਾਵੋ ਹੱਥ ਬੰਨੇ ਤੁਹਾਡੇ ਮੂਹਰੇ, ਰੋਜ਼ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤੁਸੀਂ ਬਣਾ ਦਿੰਦੇ ਹੋ ਕਿ ਆਹ ਦੇਖੋ ਜੀ ਆਹ ਹੋ ਗਿਆ, ਉਹ ਹੋ ਗਿਆ। ਔਰ ਦੂਜਾ ਜਿਹੜਾ ਕੰਮ ਕਰ ਰਿਹਾ ਜਿਹੜਾ ਪੰਜਾਬ ਦਾ ਮੀਡੀਆ, ਮੈਂ ਕਹੂੰਗਾ ਇੱਥੇ ਹੁਣ ਗੋਦੀ ਮੀਡੀਆ ਦੀ ਗੱਲ ਨਹੀਂ ਹੋਈ, ਪੰਜਾਬ ਦੇ ਮੀਡੀਆ ਦੀ ਮੈਂ ਗੱਲ ਕਰਦਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ, ਅਸੀਂ ਪੰਜਾਬ ਲਈ ਕੰਮ ਕਰ ਰਹੇ ਹਾਂ, ਅਸੀਂ ਤੁਹਾਡੀਆਂ ਖਬਰਾਂ ਐ ਪਹੁੰਚਾ ਰਹੇ ਹਾਂ, ਬਹੁਤ ਪਹੁੰਚਾ ਰਹੇ ਹਾਂ, ਨਾਲ ਦੀ ਨਾਲ ਤੁਸੀਂ TRP ਲੈਣ ਦੇ ਮਾਰੇ, ਨਾਲ ਦੀ ਨਾਲ ਤੁਸੀਂ ਵਿਊ ਬਹੁ ਲੈਣ ਦੇ ਮਾਰੇ ਉਹਦੀ ਮਹਿਕ ਜਾ ਡਾ ਦਿੰਦੇ ਹਰ ਇੱਕ ਦੇ ਮੂਹਰੇ ਜਾ ਕੇ। ਹਾਂਜੀ, ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਆਹ ਬਿਆਨ ਤੇ ਤੁਹਾਡੀ ਕੀ ਪ੍ਰਤੀਕਿਰਿਆ? ਕੀ ਟੱਟੂ ਹੈ ਪ੍ਰਤੀਕਿਰਿਆ ਯਾਰ? ਇਹ ਮਿੰਟ 'ਚ ਤੁਸੀਂ ਅੰਦਰੋਂ 1 ਮਿੰਟ 'ਚ ਤੁਸੀਂ ਲਾਉਂਦੇ ਹੋ, ਕਿਸੇ ਨੂੰ ਗਦਾਰ ਬਣਾ ਦਿੰਦੇ ਹੋ, ਮਿੰਟ 'ਚ ਹੀਰੋ ਬਣਾ ਦਿੰਦੇ ਹੋ। ਇੱਥੇ ਜਿਹੜੀ ਸਥਿਤੀ ਆ, ਇੱਥੇ ਬੈਠੇ ਆ, ਸਾਨੂੰ ਪਤਾ ਕੀ ਆ, ਸਮਝੋ। ਮਿੰਟ ਨਾ ਲਾਇਆ ਕਰੋ ਇਹ ਜਿਹੀਆਂ ਗੱਲਾਂ ਨੂੰ ਚੱਕਣ ਲੱਗਿਆ ਨੂੰ। ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਗੱਲਾਂ ਤੋਂ ਗਰੇਜ਼ ਕਰੋ। ਇਹ ਸਰਕਾਰਾਂ ਚਾਹੁੰਦੀਆਂ ਨੇ
ਇਹ ਉਹਨਾਂ ਦਾ ਆਈਟੀ ਸੈੱਲ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆ ਨਾ, ਆਈਟੀ ਵਿੰਗ ਬਣਿਆ ਹੋਇਆ ਬੜਾ ਮਜ਼ਬੂਤ ਹੈ। ਉਹ ਨਾਲ ਦੀ ਨਾਲ ਜਿਹੀਆਂ ਖਬਰਾਂ ਨੂੰ ਚੱਲ ਕੇ ਉਹਨਾਂ ਦੇ ਫਿਰ ਟਿੱਪਣੀਆਂ ਕਰਦਾ ਹੈ। ਫਿਰ ਉਹਨਾਂ ਦੀਆਂ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਮੇਰੀ ਗੱਲ ਸੁਣ ਲਓ, ਮੈਂ ਅੱਗੇ ਵੀ ਪਹਿਲਾਂ ਤੁਹਾਨੂੰ ਦੱਸਿਆ ਸੀਗਾ, ਉਹਨਾਂ ਦੀਆਂ ਜਿਹੜੀਆਂ ਆਈਡੀਆਂ ਬਣੀਆਂ ਹੋਈਆਂ ਨੇ ਉਹ ਸਿੱਖਾਂ ਦੇ ਨਾਂ ਤੇ ਬਣੀਆਂ ਹੋਈਆਂ ਨੇ। ਕਿਸੇ ਦੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਹੈ, ਕਿਸੇ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਆ, ਕਿਸੇ ਤੇ ਦਰਬਾਰ ਸਾਹਿਬ ਦੀ ਫੋਟੋ ਆ, ਢਾਹੇ ਹੋਏ ਦਰਬਾਰ ਸਾਹਿਬ ਦੀ ਫੋਟੋ ਆ, ਕਿਸੇ ਦੇ ਭਗਤ ਸਿੰਘ ਦੀ ਫੋਟੋ ਹੈ, ਕਿਸੇ ਦੇ ਸਰਾਭੇ ਦੀ ਫੋਟੋ ਆ। ਨਾਂ ਪਤਾ ਕੀ ਹੈ? ਕਿਸੇ ਦਾ ਬਲਵੀਰ ਸਿੰਘ, ਕਿਸੇ ਦਾ ਹਰਪ੍ਰੀਤ ਸਿੰਘ, ਕਿਸੇ ਦਾ ਗੁਰਦੀਪ ਸਿੰਘ, ਕਿਸੇ ਦਾ ਸਿੰਘ ਸਾਹਿਬ। ਇਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੇ ਹੈਗੇ ਨੇ ਨਾਂ ਰੱਖੇ ਹੋਏ ਨੇ ਆਪਣੇ ਆਈਟੀ। ਉਹ ਸਾਨੂੰ ਲੱਗਦਾ ਹੁੰਦਾ ਹੈ ਹੁਣ ਜੋ ਉਹੋ ਜਿਹੇ ਪੇਜ ਬਣਾਏ ਹੋਏ ਨੇ ਉਹਨਾਂ ਦੇ, ਉਹ ਜਿਹੇ ਪੇਜਾਂ ਦੇ ਉੱਤੋਂ ਪਤਾ ਆ ਗੱਲਾਂ ਪਾ ਕੇ ਸਾਨੂੰ ਲੱਗਦਾ ਹੁੰਦਾ, ਫਿਰ ਥੱਲੇ ਅਸੀਂ ਦੇਖਦੇ ਨਹੀਂ ਹੁੰਦੇ ਕੀ ਗੱਲਬਾਤ ਆ, ਦੱਬੀ ਤੁਰੇ ਜਾਂਦੇ ਹੁੰਦੇ, ਤੇਰੀ ਮਾਂ ਨੂੰ, ਤੇਰੀ ਭੈਣ ਨੂੰ, ਜਾਂ ਜਿਹਦੇ ਹੱਕ ਚੰਗਾ ਲਿਖਣਾ ਦਾ ਸਿਰਾ 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 ਪਤਾ ਹੁੰਦਾ ਨਹੀਂ ਗੱਲ ਦਾ ਵਿੱਚੋਂ ਵੀ ਗੱਲਬਾਤ ਹੈ ਕੀ ਆ। ਸੋ ਤੁਹਾਨੂੰ ਬੇਨਤੀ ਕਰਦੇ ਆ ਵੀ ਇਹ ਗੱਲਾਂ ਤੋਂ ਮੇਰਾ ਵੀਰ ਬਹੁਤ ਸੁਚੇਤ ਰਹਿਣ ਦੀ ਲੋੜ ਆ। ਜਿਹੜਾ ਬੰਦਾ ਜਿਹੜਾ ਪੇਜ ਵਾਲਾ ਇਹੋ ਜਿਹੀ ਗੱਲਬਾਤ ਕੋਈ ਕਰੂਗਾ ਅੱਜ ਦੇ ਸਮੇਂ ਦੇ ਵਿੱਚ, ਜਿਹੜਾ ਬੰਦਾ ਭੜਕਾਹਟ ਵਾਲੀ ਗੱਲ ਕਰਦਾ, ਆ ਜਿਹੜੇ ਜਾਵਾਂ ਦੁਬਾਰੇ ਫੇਰਾ ਚੈਨਲ ਵਾਲਿਆਂ ਤੇ ਆਉਣਾ ਵੀ ਸੋਡੇ ਨਾਲ ਜੁੱਤੀ ਫੇਰਨੀ ਪਏ, ਸਾਨੂੰ ਕਦੇ ਲੋੜ ਨਹੀਂ। ਤੁਸੀਂ ਇਹੋ ਜਿਹੀ ਕਵਰੇਜ ਕਰਨੀ ਆ, ਸਾਨੂੰ ਦਿਫਾੜ ਕਰਨਾ, ਸਾਡੇ ਘੋਲ ਨੂੰ ਤਾਰ ਪਿੰਡੋ ਤੁਸੀਂ ਵੀ ਕਰਨ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਹੋ। ਮਾੜੀ ਜੀ ਗੱਲ ਹੁੰਦੀ ਹੈ ਜਾ ਕੇ ਮੈਂ ਖੜਾ ਦਿੰਦੇ ਅਗਲੇ ਦੇ ਮੂੰਹ 'ਚ, ਜਾ ਵੜੋ ਫਿਰ ਪੰਜਾਬ ਜਾ ਕੇ ਬਹਿ ਜਾਓ, ਕੋਈ ਗੱਲ ਨਹੀਂ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਗੱਲ ਪਹੁੰਚਾ ਦਿਆਂਗੇ। ਸੋ ਇਸ ਕਰਕੇ ਸਾਰੇ ਮੇਰਾ ਵੀਰ ਮੈਂ ਫੇਰ ਬੇਨਤੀ ਕਰਦਾ, ਰਾਜੇਵਾਲ ਨੇ ਜੋ ਕਿਹਾ ਕੋਈ ਗੱਲ ਨਹੀਂ, ਉਹਨੂੰ ਕੱਲ ਨੂੰ ਆ ਕੇ ਸਪਸ਼ਟੀਕਰਨ ਦੇਣਾ ਚਾਹੀਦਾ ਬਣਦਾ। ਜੇ ਉਹਨੇ ਕਹੀ ਹੈ ਇਹ ਗੱਲ ਤਾਂ ਉਹ ਸਟੇਜ ਦੇ ਉੱਤੇ ਆ ਕੇ ਆਪਣੀ ਮਾਫੀ ਮੰਗਣ, ਆਪਣੀ ਗੱਲ ਦਾ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਕਿਹਾ ਕਿਉਂ ਆ ਇਹ। ਠੀਕ ਆ, ਕੋਈ ਇੱਥੇ ਦਫਾੜ ਨਹੀਂ ਹੈਗਾ, ਸਾਰੇ ਇੱਕ ਆ। ਕਿਸਾਨ ਜਥੇਬੰਦੀਆਂ ਵੀ ਸਾਰੀਆਂ ਨਾਲ ਨੇ, ਦੂਜੇ ਤੀਜੇ ਸਾਰੇ ਨਾਲ ਨੇ, ਸਾਰੇ ਇੱਥੇ ਧਰਮਾਂ ਜਾਤਾਂ ਮਜ਼ਹਬਾਂ ਦੇ ਸਾਰੇ ਨਾਲ ਨੇ। ਅਸੀਂ ਜਿੱਤ ਕੇ ਜਾਣਾ, ਸਾਡਾ ਹੋਰ ਕੋਈ ਇੱਧਰ ਉੱਧਰ ਪਤਾ ਨਹੀਂ ਪਤੰਦਰੋ। ਜਦੋਂ ਮੈਂ ਇੱਥੇ ਐ ਦੁੱਖ ਆਉਂਦਾ, ਇੱਥੇ ਆਉਣ ਨੂੰ ਤਾਂ ਤੁਹਾਡੇ ਸੂਲ ਲੜਦਾ ਇੱਥੇ ਹੁੰਦਾ ਵੀ ਇੱਥੇ ਆ ਕੇ ਬਹਿ ਗਏ ਅਸੀਂ 10 ਦਿਨ ਬੈਠ ਕੇ ਦੇਖੋ, ਦਿੱਲੀ ਆ ਕੇ ਆ ਜਾਓ, ਬੈਠੋ 4 ਦਿਨ ਆ ਕੇ ਤੁਹਾਨੂੰ ਪਤਾ ਲੱਗ ਜੂਗਾ ਕੀ ਕਹਾਣੀ ਹੈ। ਬੈਠੇ ਰਜਾਈ ਚ ਕਈ ਤਾਂ ਮੈਂ ਇਹੋ ਜਿਹੇ ਦੇਖੇ ਆ, ਜਾਂ ਉਹਨਾਂ ਨੇ ਇਕੱਲਾ ਬਸ ਟਿੱਪਣੀ ਕਰਨ ਦੀ ਖਾਤਰ ਹੀ ਆਪਣਾ ਨੈਟ ਜਾਂ ਖੋਲਣਾ ਹੁੰਦਾ, ਫਿਰ ਬੰਦ ਕਰ ਲੈਂਦੇ, ਟਿੱਪਣੀ ਕਰਕੇ ਫਿਰ ਬੰਦ ਕਰ ਲੈਂਦੇ ਆ, ਲਾਈ ਚਲੋ ਅੱਗ ਤੁਰੇ ਫਿਰੋ। ਕਬੀਰ ਲਿਖਦਾ, ਭੈਣ ਲਿਖਦੀ ਹੈ ਰਿੰਪੀ ਕੌਰ, ਕਹਿੰਦੀ ਚਲੋ ਮੰਨ ਲੈਨੇ ਆ ਤੁਹਾਡੀ ਗੱਲ ਬਟ ਇੱਕ ਟਿੱਪਣੀ ਕਰਨ ਦਾ ਮੀਨਿੰਗ ਕੀ ਆ? ਇਸ ਚੀਜ਼ ਨੂੰ ਕਿਹਾ ਕਿਹਨੇ ਆ? ਇਹ ਆਪਣੇ ਆਗੂਆਂ ਨੂੰ ਵੀ ਕਹੋ। ਸੋ ਮੇਰਾ ਵੀਰ ਚਲੋ ਇਹ ਪਤਾ ਨਹੀਂ ਕੀ ਕਿਹਾ ਭੈਣ ਨੇ। ਚਲੋ ਟਿੱਪਣੀਆਂ ਜਿਹੜੀਆਂ ਮੈਂ ਗੱਲ ਕਰਦਾ ਭੈਣੇ ਉਹ ਵੀ ਕਰਦਾ ਕਿ ਟਿੱਪਣੀਆਂ ਛੇਤੀ ਰਾਏ ਨਾ ਬਣਾਇਆ ਕਰੋ, ਰਾਏ ਨਾ ਬਣਾਇਆ ਕਰੋ। ਤੁਹਾਨੂੰ ਮੈਂ ਫੇਰ ਵਾਰੀ ਵੱਲ ਕਹਿਣਾ ਕਿ ਜਿਹੜੀਆਂ ਸਾਡੇ 'ਚ ਜੇ ਕੋਈ ਅੱਜ ਦਫਾੜ ਪਾਊਗਾ, ਸਾਡੇ 'ਚ ਜਿਹੜਾ ਇਹ ਬੰਦਾ ਫੁੱਟ ਪਾਉਣ ਵਾਲੀ ਗੱਲ ਕਰਦਾ ਤਾਂ ਉਹ ਸਮਝ ਲਓ ਸਾਡੇ ਘੋਲ ਦਾ ਦੁਸ਼ਮਣ ਆ। ਉਹ ਸਾਨੂੰ ਹਰਾਉਣਾ ਚਾਹੁੰਦਾ, ਜਿਤਾਉਣਾ ਨਹੀਂ ਚਾਹੁੰਦਾ। ਅੱਜ ਮੈਨੂੰ ਪਤਾ ਇੱਥੇ ਬਹੁਤ ਕੁਛ ਹੁੰਦਾ, ਬੜਾ ਕੁਛ ਹੁੰਦਾ, ਬੜੀਆਂ ਗੱਲਾਂ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ, ਬੜਾ ਕੁਛ ਝੱਲਣਾ ਪੈਂਦਾ, ਸਹਿਣਾ ਪੈਂਦਾ। ਕੋਈ ਗੱਲ ਨਹੀਂ, ਆਵਾਂਗੇ ਪੰਜਾਬ ਜਿੱਤ ਕੇ, ਗੱਲਾਂ ਸਾਰੀਆਂ ਤੁਹਾਨੂੰ ਕੱਲੀ ਗੱਲ ਮੈਂ ਦੱਸੂਗਾ। ਪਰਮਾਤਮਾ ਕਰੇ ਕਿ ਅਸੀਂ ਪੰਜਾਬ ਜਿੱਤ ਕੇ ਆਈਏ, ਤੁਹਾਨੂੰ ਮੈਂ ਕੱਲੀ ਗੱਲ ਦੱਸ ਦੂੰਗਾ, ਕਿਹੜਾ ਕੀ ਹੈ, ਕਿਹੜਾ ਕਿਵੇਂ ਹੈ, ਕਿਹੜਾ ਕਦੋਂ ਕੀ ਸੀ, ਕਿਹਦੇ ਨਾਲ ਗੱਲ ਹੁੰਦੀ, ਕੀ ਹੁੰਦਾ ਜੀ, ਸਾਰੀ ਗੱਲ ਦਾ ਸਪਸ਼ਟੀਕਰਨ ਦੇ ਦਾਂਗੇ। ਪਰ ਅੱਜ ਸਮਾਂ ਨਹੀਂ ਹੈਗਾ ਯਾਰ, ਅੱਜ ਸਮਾਂ ਨਹੀਂ ਹੈਗਾ ਮੇਰਾ ਵੀਰ। ਕੋਈ ਗੱਲ ਨਹੀਂ, ਜੇ ਇੰਨੀ ਤੂਲ ਆਪਾਂ ਜਦੋਂ ਦਿੰਨੇ ਆ ਮਸਲੇ ਨੂੰ, ਮੈਂ ਫੇਰ ਕਹਿਣਾ ਕਬੀਰ ਪੁੱਛਦਾ ਕਿ ਕੀ ਉਹਨਾਂ ਨੇ, ਮੈਂ ਉਹ ਗੱਲ ਨਾਲ ਸਹਿਮਤ ਨਹੀਂ ਆ ਭਰਾਵਾ। ਰਾਜੇਵਾਲ ਸਾਹਿਬ ਨੇ ਜੋ ਬੋਲਿਆ ਉਹ ਗਲਤ ਬੋਲਿਆ, ਨਹੀਂ ਬੋਲਣਾ ਚਾਹੀਦਾ ਸੀ ਉਹਨੂੰ। ਆਪਣੀ ਗੱਲ ਦਾ ਸਪਸ਼ਟੀਕਰਨ ਕੱਲ ਨੂੰ ਦੇਣਾ ਬਣਦਾ। ਤੇ ਬਸ ਮੈਂ ਇੰਨੀ ਤੁਹਾਡੇ ਕੋਲ ਬੇਨਤੀ ਕਰਨੀ ਸੀ। ਕੋਈ ਵੀ ਗੱਲ ਆਉਂਦੀ ਆ ਨਾਲ ਦੀ ਨਾਲ ਫਿਰ ਪੋਸਟਾਂ ਪਾ ਕੇ ਨਿਰਾਸ਼ਤਾ ਨਾ ਲੈ ਕੇ ਆਓ। ਰੋਜ਼ 1000 1500 ਟਰਾਲੀ ਆਉਂਦੀ ਆ ਇੱਥੇ, ਰੋਜ਼ ਸਾਰਾ ਪੰਜਾਬ ਨੂੰ ਐਡਾ ਚਾਅ ਚੜਿਆ ਹੋਇਆ। ਇੱਥੋਂ ਮਾੜੀ ਜੀ ਗੱਲ ਨੂੰ ਤੁਸੀਂ ਲੈ ਕੇ ਜਦੋਂ ਜਾਂਦੇ ਆ ਨਾ, ਤੇ ਉਹ ਉਦੋਂ ਨਾਲ ਦੀ ਨਾਲ ਹੀ ਇਹ
ਇੱਕ ਗੱਲ ਲਿਖਦਾ, ਵੀਰੇ ਕਾਮਰੇਡ ਲੀਡਰ ਜਾਣ ਬੁੱਝ ਕੇ ਛੇੜਦੇ ਨੇ। ਕੋਈ ਗੱਲ ਨਹੀਂ ਵੀਰੇ, ਆਪਾਂ ਇਹ ਗੱਲਾਂ ਸਾਰੀਆਂ ਕਰਾਂਗੇ, ਕੋਈ ਗੱਲ ਨਹੀਂ। ਤਾਂ ਇਹ ਇਸ ਕਰਕੇ ਨਾ ਇਸ ਤਰ੍ਹਾਂ ਦਾ ਨਾ ਮਾਹੌਲ ਕਰੋ। ਮਾੜੀ ਜੀ ਸਾਡੇ 'ਚ ਫੁੱਟ ਪਈ ਨਹੀਂ ਤੇ ਸਾਡਾ ਘੋਲ ਖਤਮ ਹੋਇਆ ਨਹੀਂ, ਗੱਲ ਯਾਦ ਰੱਖ ਲਓ। ਮੈਂ ਤੁਹਾਨੂੰ ਦੱਸਦਾ, ਹਿੱਲੀ ਪਈ ਆ ਸਰਕਾਰ, ਹਿੱਲੀ ਪਈ ਹੈ। ਸਾਨੂੰ ਪਤਾ ਲੱਗਦਾ ਕਿਵੇਂ ਹਿੱਲੀ ਹੈ ਇੱਥੇ ਸਰਕਾਰ। ਬੁਰਾ ਹਾਲ ਆ ਸਰਕਾਰ ਦਾ। ਜਿਹੜੇ ਕਹਿੰਦੇ ਸੀ ਇਹਦਾ ਧੌਣ 'ਚ ਕੱਲਾ ਪਿੱਛੇ ਨਹੀਂ ਮੁੜਦੇ, ਇਹ ਨਹੀਂ, ਇਹਦਾ ਝੁਕਦੇ ਨਹੀਂ। ਸੋ ਇਸ ਕਰਕੇ ਮੇਰਾ ਵੀਰ ਦੇਖਿਓ ਕਿ ਇਹ ਜੀ ਸਾਡੀ ਇੱਕ ਗਲਤੀ, ਕਹਿੰਦੇ ਹੁੰਦੇ ਆ ਲਮਹੋਂ ਨੇ ਖਤਾ ਕੀ ਤੇ ਸਦੀਆਂ ਨੇ ਸਜ਼ਾ ਪਾਈ। ਸਾਡੀ ਇੱਕ ਥੋੜੀ ਜਿਹੀ ਗਲਤੀ, ਥੋੜੀ ਜਿਹੀ ਗੱਲਬਾਤ ਭੜਕਾਹਟ ਪੈਦਾ ਕਰਨ ਵਾਲੀ ਜਾਂ ਇਸ ਤਰ੍ਹਾਂ ਦੀ ਇੱਧਰ ਉੱਧਰਲੀ ਗੱਲ ਕਰਨ ਵਾਲੀ ਸੰਘਰਸ਼ ਨੂੰ ਤੁਸੀਂ ਹਿਸਾਬ ਲਾ ਲਓ ਕਿੱਥੇ ਲੈ ਕੇ ਜਾ ਵੜੂਗੀ। ਕਿੱਥੇ 40 ਸਾਲ 50 ਸਾਲ ਪਿੱਛੇ ਚਲੇ ਜਾਵਾਂਗੇ ਅਸੀਂ। ਅੱਜ ਪੂਰੀ ਦੁਨੀਆ ਸਾਡੀ ਗੱਲ ਹੋ ਰਹੀ ਆ, ਪੂਰੀ ਦੁਨੀਆ ਸਾਨੂੰ ਸੁਣਦੀ ਹੈ, ਦੇਖ ਰਹੀ ਹੈ, ਨਜ਼ਰ ਆ ਪੂਰੀ ਦੁਨੀਆ ਦੀ ਇਸ ਮੋਰਚੇ ਦੇ ਉੱਤੇ। ਸੋ ਤੁਹਾਡੇ ਮੂਹਰੇ ਹੱਥ ਬੰਨ੍ਹਦਾ ਕਿ ਦੇਖਿਓ ਇਹੋ ਜਿਹੀ ਕੋਈ ਗੱਲਬਾਤ ਨਹੀਂ ਕਰਨੀ। ਕੱਲ ਨੂੰ ਰਾਜੇਵਾਲ ਸਾਹਿਬ ਸਟੇਜ ਤੇ ਆਉਣ, ਆਪਣਾ ਸਪਸ਼ਟੀਕਰਨ ਦੇਣ, ਗੱਲ ਖਤਮ ਕਰ ਦਿਆ ਕਰੋ। ਮੀਡੀਆ ਵਾਲਿਆਂ ਨੂੰ ਮੈਂ ਫੇਰ ਕਹਿਣਾ, ਜਿਹੜੇ ਬਣਾਏ ਫਿਰਦੇ ਚੈਨਲ ਜੇ, ਕਿ ਇਹੋ ਜਿਹੀ ਅੱਗ ਨਾ ਲਾਓ, ਨਾ ਅੱਗ ਲਾ ਕੇ ਲੋਕਾਂ ਨੂੰ ਤੁਸੀਂ ਇਹੋ ਜਿਹਾ ਗਲਤ ਸੁਨੇਹਾ ਇੱਥੋਂ ਪਹੁੰਚਾਓ। ਫਲਾਣੇ ਨੇ ਆਹ ਬੋਲਤਾ, ਢਿਮਕਿਆਂ ਨੇ ਆਹ ਬੋਲਤਾ, ਠੀਕ ਹੈ ਗਲਤ ਬੋਲਿਆ, ਉਹ ਸਪਸ਼ਟੀਕਰਨ ਦੇਣਗੇ ਆ ਕੇ। ਉਹਨੂੰ ਤੁਸੀਂ ਉਹਦੇ ਮੂਹਰੇ ਜਾ ਕੇ ਮੈਕ ਦਿੰਦੇ ਹੋ ਕਿ ਤੁਸੀਂ ਕੀ। ਹੁਣ ਮੈਂ ਬਲਦੇਵ ਸਿੰਘ ਸਿਰਸਾ ਦਾ ਵੀ ਸੁਣਿਆ, ਮੈਂ ਇੱਕ ਦੋ ਬੰਦਿਆਂ ਦਾ ਹੋਰ ਵੀ ਸੁਣਿਆ, ਮੈਨੂੰ ਵੀ ਫੋਨ ਆਈ ਗਏ, ਬਾਈ ਇਹਦੇ ਬਾਰੇ ਕੀ ਬਿਆਨ ਦੇਣਾ। ਮੈਂ ਕੋਈ ਬਿਆਨ ਨਹੀਂ ਦੇਣਾ, ਜਿਹੜਾ ਮੈਂ ਦੇਣਾ ਯਾਰ ਮੈਂ ਲੁੱਟ ਬਰੂ ਹੋ ਕੇ ਦੇ ਦੂੰਗਾ। ਹਰ ਇੱਕ ਗੱਲ ਤੇ ਬਿਆਨ ਦੇਣਾ। ਬੰਦਰੋਂ ਸ਼ਰਮ ਕਰ ਲਓ ਮਾੜੀ ਮੋਟੀ। ਇੱਕ ਵਾਰ ਤੁਸੀਂ ਕਹਿੰਦੇ ਅਸੀਂ ਤੁਹਾਡੇ ਦਿਨ ਰਾਤ ਸੇਵਾ ਕਰ ਰਹੇ ਹਾਂ, ਤੁਹਾਡੇ ਨਾਲ ਆ, ਅਸੀਂ ਵੀ ਪੰਜਾਬ ਦੇ ਜਾਏ, ਅਸੀਂ ਵੀ ਪੰਜਾਬ ਦੇ ਪੁੱਤ ਹਾਂ। ਇੱਕ ਵੀਰ ਕਹਿੰਦਾ ਸੇਰੀ ਸਰਟੀਫਿਕੇਟ ਬਣ ਦਿੰਦੇ, ਬਿਲਕੁਲ ਭਰਾਵਾ, ਸਰਟੀਫਿਕੇਟ ਬਣਨ ਲੱਗੇ ਤਾਂ ਮਿੰਟ ਲਾਉਂਦੇ ਆ। ਸੋ ਭਰਾਵੋ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਾ ਕੀਤੀ ਜਾਵੇ ਕਿ ਅੰਦੋਲਨ ਜਿਹੜਾ ਫੇਲ ਹੋਵੇ। ਭਾਈ ਨਹੀਂ, ਜਿਹੜਾ ਭਖਿਆ ਹੋਇਆ ਮੁੱਦਾ ਹੈਗਾ ਅੱਜ ਕਿ ਬਲਵੀਰ ਸਿੰਘ ਰਾਜੇਵਾਲ ਵੱਲੋਂ ਜਿਹੜਾ ਅੱਜ ਬਿਆਨ ਸਟੇਜ ਦੇ ਉੱਤੇ ਦਿੱਤਾ ਗਿਆ, ਉਹ ਬਿਆਨ ਮੈਂ ਵੀ ਸੁਣਿਆ। ਸੁਣ ਕੇ ਉਸ ਬਿਆਨ ਨੂੰ ਦੁੱਖ ਲੱਗਿਆ ਕਿ ਜੋ ਰਾਜੇਵਾਲ ਸਾਹਿਬ ਨੇ ਕਿਹਾ ਉਹ ਨਹੀਂ ਕਹਿਣਾ ਬਣਦਾ ਸੀ। ਇੱਕ ਗੱਲ ਤਾਂ ਆਪਾਂ ਉਹਦੇ ਬਾਰੇ ਕਰ ਲਈਏ ਕਿ ਰਾਜੇਵਾਲ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ, ਤਾਂ ਰਾਜੇਵਾਲ ਸਾਹਿਬ ਇੱਕ ਗੱਲ ਤੁਸੀਂ ਖੁਦ ਬੋਲ ਰਹੇ ਹੋ ਕਿ ਮੈਂ ਰੋਜ਼ ਪਾਠ ਕਰਦਾ, ਅਰਦਾਸ ਕਰਦਾ, ਨਿਤਨੇਮੀ ਆ। ਤੇ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਇਹ ਤੁਸੀਂ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਆ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਆ, ਤਾਂ ਉਹ ਇਹ ਹੈ ਕਿ ਨਿਸ਼ਾਨ ਸਾਹਿਬ ਤਾਂ ਜਿੱਥੇ ਹੱਦ ਦੇ ਉੱਤੇ ਸਾਡੇ ਸਿੱਖ ਰੈਜੀਮੈਂਟ ਖੜੀਆਂ ਨੇ, ਫੌਜਾਂ ਖੜੀਆਂ ਨੇ, ਨਿਸ਼ਾਨ ਸਾਹਿਬ ਉੱਥੇ ਵੀ ਲੱਗੇ ਹੋਏ ਨੇ। ਜਦੋਂ ਸਿੱਖ ਰੈਜੀਮੈਂਟ ਦੀਆਂ ਜਿਹੜੀਆਂ ਗੱਡੀਆਂ ਨੇ ਕਿਸੇ ਵੀ ਹੱਦ ਵੱਲ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਵੀ ਨਿਸ਼ਾਨ ਸਾਹਿਬ ਝੂਲਦੇ ਨੇ। ਰਾਜਨਾਥ ਵਰਗੇ ਜਾ ਕੇ ਜਿਹੜਾ ਉੱਥੇ ਹੱਦ ਦੇ ਉੱਤੇ ਚੀਨ ਦੇ ਉੱਤੇ ਬੋਲੇ ਸੋ ਨਿਹਾਲ ਦੇ ਜਿਹੜੇ ਜੈਕਾਰੇ ਲਵਾਉਂਦੇ ਨੇ, ਤਾਂ ਇਹ ਕੋਈ ਬਹੁਤੀ ਵੱਡੀ ਗੱਲ ਮੈਨੂੰ ਲੱਗਦਾ ਨਹੀਂ ਸੀ ਕਿ ਤੁਹਾਨੂੰ ਕਰਨ ਵਾਲੀ ਬਣਦੀ ਹੈ। ਤੁਸੀਂ ਸਿਆਣੇ ਹੋ, ਸੁਲਝੇ ਹੋਏ ਹੋ, ਪਰ ਮਸਲਾ ਤੁਸੀਂ ਖਾਮਖਾ ਜਿਹੜਾ ਉਹ ਮੁੱਦਾ ਜਿਹਾ ਬਣਾਤਾ ਇੱਕ। ਜੇ ਆਪਾਂ ਇਹ ਗੱਲ ਕਰਦੇ ਹਾਂ ਕਿ ਗੋਦੀ ਮੀਡੀਆ ਇਹ ਕਰਦਾ ਹੈ ਕਿ ਇਹਨੂੰ ਖਾਲਿਸਤਾਨੀ ਰੰਗਤ ਦੇ ਰਿਹਾ, ਨਿਸ਼ਾਨ ਸਾਹਿਬ ਲੱਗੇ ਹੋਏ ਆ, ਉੱਥੇ ਪਾਠ ਚੱਲ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ, ਤਾਂ ਇਹ ਤਾਂ ਗੱਲ ਕੋਈ ਨਵੀਂ ਨਹੀਂ ਹੈਗੀ। ਇਹ ਤਾਂ ਆਪਾਂ ਜਿੱਦੇ 26 ਤਰੀਕ ਦੇ ਆਏ ਆ ਨਾ, ਤਾਂ ਉਸ ਦਿਨ ਤੋਂ ਹੀ ਲੈ ਕੇ ਜਿਹੜਾ ਇਹ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀਗਾ, ਦੇਖੋ ਜੀ ਇਹ ਤਾਂ ਖਾਲਿਸਤਾਨੀ ਆ ਗਏ ਆ, ਇਹ ਅੱਤਵਾਦੀ ਆ ਗਏ ਆ, ਇਹਨਾਂ ਨੂੰ ਪਾਕਿਸਤਾਨ ਦੀ ਸ਼ਹਿ ਹੈ, ਇਹਨਾਂ ਨੂੰ ਚੀਨ ਤੋਂ ਫੰਡ ਆਉਂਦਾ, ਇਹਨਾਂ ਨੂੰ ਕੈਨੇਡਾ ਤੋਂ ਫੰਡ ਆਉਂਦਾ, ਉਹਨੇ ਬੜਾ ਕੁਛ ਉਹ ਪ੍ਰਾਪੇਗੰਡਾ ਤਾਂ ਉਹ ਕਰ ਰਹੇ ਨੇ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਗੋਦੀ ਮੀਡੀਆ ਦੇ ਆਖੇ ਲੱਗ ਕੇ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਹੈ ਜਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਹੈ, ਤਾਂ ਫਿਰ ਗੋਦੀ ਮੀਡੀਆ ਤਾਂ ਉਹਦੇ ਲਈ ਕਹਿ ਰਿਹਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਗਲਤ ਹੈ, ਇਹ ਨਹੀਂ ਕਿਸਾਨਾਂ ਨੂੰ ਸੜਕਾਂ ਰੋਕਣੀਆਂ ਚਾਹੀਦੀਆਂ, ਫਿਰ ਆਪਾਂ ਨੂੰ ਸੜਕਾਂ ਤੋਂ ਵੀ ਉੱਠ ਜਾਣਾ ਚਾਹੀਦਾ। ਸੋ ਇਸ ਕਰਕੇ ਇਹ
ਜੋ ਤੁਹਾਡਾ ਬਿਆਨ ਆਇਆ ਇਹ ਠੀਕ ਨਹੀਂ ਮੈਨੂੰ ਲੱਗਿਆ, ਕਿਸੇ ਨੂੰ ਵੀ ਠੀਕ ਨਹੀਂ ਲੱਗਿਆ। ਮੈਨੂੰ ਲੱਗਦਾ ਕਿ ਦੇਖੋ, ਤੁਸੀਂ ਜੇ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹੋ, ਪੰਜਾਬ ਤੋਂ ਆਪਾਂ ਇਹ ਜ਼ਮੀਨਾਂ ਦੀਆਂ ਗੱਲਾਂ ਕਰਦੇ ਹਾਂ, ਤਾਂ ਤੁਸੀਂ ਅੱਜ ਜਿਹੜਾ ਉੱਥੇ ਸਾਰਾ ਉਹ ਆਪਾਂ ਜਾਹੋ ਜਲਾਲ ਦੇਖਣ ਨੂੰ ਮਿਲਦਾ ਹੈ, ਸਾਰਾ ਮਾਹੌਲ ਦੇਖਣ ਨੂੰ ਮਿਲਦਾ ਹੈ, ਤਾਂ ਉਹ ਸਾਰਾ ਉਹ ਸਾਡੀਆਂ ਰਵਾਇਤਾਂ ਨੇ, ਉਹ ਵਿਰਾਸਤ ਦੇ ਵਿੱਚ ਮਿਲੀਆਂ ਹੋਈਆਂ ਸਾਨੂੰ ਚੀਜ਼ਾਂ ਨੇ। ਜੇ ਉਹ ਲੰਗਰ ਪ੍ਰਥਾ ਵੀ ਹੈਗੀ ਉੱਥੇ ਚੱਲ ਰਹੀ, ਜਾਂ ਜੋ ਵੀ ਉੱਥੇ ਅੱਜ ਵਾਪਰ ਰਿਹਾ ਹੈ, ਪੂਰੀ ਦੁਨੀਆ ਦੀ ਨਜ਼ਰ ਅੱਜ ਜੇ ਉਸ ਅੰਦੋਲਨ ਦੇ ਉੱਤੇ ਆ, ਤਾਂ ਇਹ ਸਾਨੂੰ ਉਸ ਵਿਰਾਸਤ, ਉਸ ਵਿਰਸੇ ਦੇ ਵਿੱਚੋਂ ਮਿਲਿਆ ਹੋਇਆ। ਸਾਡੀਆਂ ਤਾਂ ਉੱਥੇ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਨੇ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕਿਸੇ ਚੈਨਲ ਦੀ, ਹਿੰਦੀ ਕੋਈ ਚੈਨਲ ਸੀਗਾ ਜਿਹੜਾ ਨੈਸ਼ਨਲ ਚੈਨਲ ਸੀ, ਉਹਦੇ ਉੱਤੇ ਇੱਕ ਬੈਠਾ ਐਂਕਰ ਨੂੰ ਕੋਈ ਬੰਦਾ ਸਵਾਲ ਕਰਦਾ ਹੈ ਕਿ ਉੱਥੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ, ਉੱਥੇ ਦਾ ਪਾਠ ਪ੍ਰਕਾਸ਼ ਹੋ ਗਏ ਜੀ, ਉੱਥੇ ਤਾਂ ਆਹ ਹੋ ਗਿਆ ਜੀ, ਵਾਹ ਹੋ ਗਿਆ। ਤਾਂ ਉਹਨੇ ਬੜੀ ਕਮਾਲ ਦੀ ਗੱਲ ਕਹੀ ਸੀ। ਉਹ ਕਹਿੰਦਾ ਅਸਲ ਜੇ ਤੁਸੀਂ ਸਿੱਖ ਵਿਰਸਾ ਦੇਖਣਾ ਹੈ, ਸਿੱਖੀ ਫਲਸਫਾ ਦੇਖਣਾ ਹੈ, ਕਹਿੰਦਾ ਅਸਲ ਇਹ ਰੰਗ ਹੈ, ਅਸਲ ਇਹ ਰੰਗ ਹੈ ਸਾਡਾ, ਜੋ ਸਾਨੂੰ ਇਤਿਹਾਸ ਚੋਂ ਮਿਲਿਆ, ਜੋ ਸਾਨੂੰ ਵਿਰਾਸਤ ਚੋਂ ਮਿਲਿਆ, ਸਾਡੇ ਗੁਰੂ ਸਾਹਿਬਾਨਾਂ ਵੱਲੋਂ ਮਿਲਿਆ। ਤਾਂ ਇਸ ਕਰਕੇ ਨਾ ਸਾਨੂੰ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਤੇ ਤੁਸੀਂ ਆਪ ਬੋਲ ਰਹੇ ਹੋ ਕਿ IT ਸੈੱਲ ਬਹੁਤ ਗੱਲ ਨੂੰ ਵਧਾ ਘਟਾ ਕੇ ਪੇਸ਼ ਕਰਦਾ, ਆਪਾਂ ਤਾਂ ਖੁਦ ਮੌਕਾ ਦੇ ਰਹੇ ਹਾਂ। ਇੱਕ ਸ਼ਬਦ ਬੋਲਣ ਤੋਂ ਪਹਿਲਾਂ ਰਾਜੇਵਾਲ ਸਾਹਿਬ ਸਾਨੂੰ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, 1000 ਵਾਰ ਸੋਚਣਾ ਚਾਹੀਦਾ, 1000 ਵਾਰ ਸੋਚਣਾ ਚਾਹੀਦਾ ਕਿ ਇੱਕ ਸ਼ਬਦ ਸਾਡਾ ਬੋਲਿਆ ਸਾਡੇ ਅੰਦੋਲਨ ਨੂੰ ਕਿੱਧਰ ਨੂੰ ਲਿਜਾ ਸਕਦਾ, ਕਿਹੜੀ ਦਿਸ਼ਾ ਵੱਲ ਇਹ ਲਿਜਾ ਸਕਦਾ। ਦੇਖੋ, ਇੱਥੇ ਸਾਰੇ ਤਰ੍ਹਾਂ ਦੇ, ਮੈਂ ਉਸ ਦਿਨ ਸਟੇਜ ਤੇ ਹੀ ਬੋਲਿਆ ਸੀ ਕਿ ਇੱਥੇ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਨੇ, ਕਾਮਰੇਡ ਵਿਚਾਰਧਾਰਾ ਦੇ ਵੀ ਨੇ, ਸਿੱਖੀ ਵਿਚਾਰਧਾਰਾ ਦੀ ਨੇ, ਹਿੰਦੂ ਵਿਚਾਰਧਾਰਾ ਵਾਲੇ ਲੋਕ ਵੀ ਨੇ, ਮੁਸਲਮਾਨ ਵੀ ਨੇ, ਈਸਾਈ ਵੀ ਨੇ, ਸਾਰੀਆਂ ਧਰਾਵਾਂ ਦੇ ਲੋਕ ਇੱਥੇ ਆਏ ਹੋਏ ਨੇ। ਅਸੀਂ ਕੋਈ ਵੀ ਇੱਕ ਤਰ੍ਹਾਂ ਦੀ ਉਹਨੂੰ ਰੰਗਤ ਦੇ ਕੇ ਅਸੀਂ ਘੋਲ ਨੂੰ ਗਲਤ ਦਿਸ਼ਾ ਵੱਲ ਲੈ ਜਾਾਂਗੇ। ਲਾਡਲੀਆਂ ਫੌਜਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ, ਤਾਂ ਬੜੇ ਵਾਰੀ ਸਾਨੂੰ ਕਹਿੰਦੇ ਰਹੇ ਕਿ ਲਾਡਲੀਆਂ ਫੌਜਾਂ ਨੂੰ ਆਉਣਾ ਚਾਹੀਦਾ, ਤਾਂ ਉਹ ਵਿਚਾਰੇ ਆਏ ਨੇ, ਬੈਠੇ ਆਪਣੇ ਮੋਰਚੇ ਲਾਏ ਹੋਏ ਨੇ। ਕੋਈ ਉਹ ਮੈਂ ਉੱਥੇ ਰੋਜ਼ ਦੇਖਦਾ, ਕੋਈ ਹੁੱਲੜਬਾਜੀ ਨਹੀਂ ਉਹ ਕਰਦੇ। ਹਾਂ, ਤੀਜੀ ਗੱਲ ਜਿਹੜੀ ਤੁਸੀਂ ਕਹੀ, ਨੌਜਵਾਨਾਂ ਨੂੰ ਅਪੀਲ ਕੀਤੀ, ਉਹ ਮੈਂ ਸਟੇਜ ਤੋਂ ਕੱਲ ਵੀ ਕੀਤੀ ਸੀ ਕਿ ਯਾਰ ਜਿਹੜੀ ਠੀਕ ਹੈ, ਤੁਸੀਂ ਮਾੜਾ ਮੋਟਾ ਮਨੋਰੰਜਨ ਕਰਨਾ ਹੁੰਦਾ, ਉਨਾ ਕੁ ਵਾਜਬ ਹੈ, ਪਰ ਜੇ ਆਪਾਂ ਸਾਰੀ ਰਾਤ ਇਸ ਤਰ੍ਹਾਂ ਉੱਥੇ ਕੋਈ ਦਾਰੂ ਪਿਆਲਾ ਪੀ ਕੇ ਡੈਕ ਡੁੱਕ ਲਾ ਕੇ ਨੱਚੀ ਜਾਵਾਂਗੇ, ਉਹਨੂੰ ਉਹ ਜਿਹੜਾ ਹੈਗਾ ਜ਼ਿਆਦਾ ਵਧਾ ਚੜਾ ਕੇ ਪੇਸ਼ ਕਰਕੇ, ਤੇ ਜਾਂ ਮੰਨ ਲਓ ਕਈ ਵਾਰੀ ਐ ਹੁੰਦਾ, ਰਾਤ ਨੂੰ ਦਾਰੂ ਪੀਤੀ ਹੁੰਦੀ ਹੈ, ਖਾਧੀ ਪੀਤੀ ਦੇ ਵਿੱਚ ਕੋਈ ਆਪਸ ਵਿੱਚ ਲੜ ਪਓ, ਤਾਂ ਉਹ ਫਿਰ ਉਹਦਾ ਅਸਰ ਜਿਹੜਾ ਉਹ ਅੰਦੋਲਨ ਤੇ ਮਾੜਾ ਚਲਾ ਜਾਂਦਾ। ਇਹ ਗੱਲ ਠੀਕ ਹੈ ਤੁਹਾਡੀ। ਪਰ ਦੂਜੀ ਗੱਲ ਮੈਂ ਨਾਲ ਨਾ, ਮੈਨੂੰ ਇੱਕ ਹੋਰ ਬੜਾ ਦੁੱਖ ਹੋਇਆ ਯਾਰ, ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ, ਉਹ ਭਰਾਵੋ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਆ, ਇਹ ਅੰਦੋਲਨ ਬਿਲਕੁਲ ਸਿਖਰ ਤੇ ਹੈ, ਬਿਲਕੁਲ ਪੀਕ ਤੇ ਹੈ, ਐ ਨਤੀਜੇ ਦੇ ਨੇੜੇ ਆ ਅਸੀਂ ਜਮਾ। ਤਾਂ ਯਾਰ ਤੁਸੀਂ ਪਤੰਦਰੋ ਮਾੜੀ ਜੀ ਗੱਲ ਨੂੰ ਏਡੀ ਤੂਲ ਦਿੰਦੇ ਹੋ ਨਾਲ ਦੀ ਨਾਲ। ਮੈਂ ਹੁਣ ਜਿਹੜਾ ਦੂਜਾ ਕਹਿਣਾ ਚਾਹੁੰਦਾ ਕਿ ਦੇਖੋ, ਇਹ ਜਿਹੜੀਆਂ ਲਹਿਰਾਂ ਨੇ, ਇਹ ਲੋਕ ਰੋਜ਼ ਰੋਜ਼ ਨਹੀਂ ਭਰਾਵੋ ਉੱਠਦੇ, ਦਹਾਕੇ ਲੱਗ ਜਾਂਦੇ ਨੇ, ਸਦੀਆਂ ਲੱਗ ਜਾਂਦੀਆਂ ਨੇ। ਕਈ ਵਾਰੀ ਤਾਂ ਇਹੋ ਜਿਹੇ ਲੋਕ ਰੋਹਾਂ ਦੇ ਮਸਾਂ ਇਹਦਾ ਖੁਸ਼ੀ ਮਨਾਉਂਦੇ ਆ ਕਿ ਮਸਾਂ ਪੰਜਾਬ ਉੱਠਿਆ, ਬੌਂਦਲਿਆ ਹੋਇਆ ਸੀ ਪੰਜਾਬ, ਸੁੰਨਾ ਹੋਇਆ ਪਿਆ ਸੀ ਪੰਜਾਬ, ਤਾਂ ਸੁੱਤੀ ਹੋਈ ਸੀ ਪੰਜਾਬੀਅਤ, ਸਾਡੀ ਕੌਮ ਜਗਾਤਾ ਸਾਨੂੰ ਤਾਂ। ਤੇ ਆਹ ਤੁਸੀਂ ਨਾਲ ਦੀ ਨਾਲ ਮੇਰਾ ਵੀਰ ਉਦੋਂ ਬਾਅਦ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ, ਆਹ ਦੇਖੋ ਜੀ ਫਲਾਨਾ ਟਿਮਕਾ, ਆਹ ਜਿਹੜੇ ਆ ਫੇਸਬੁੱਕਾਂ ਦੇ ਬੈਠੇ ਹੁੰਦੇ ਨਾ, ਇਹਨਾਂ ਦਾ ਇਹੀ ਕੰਮ ਹੁੰਦਾ ਇਹਨਾਂ ਨੂੰ ਹੁਣ ਚਲੂਣੇ ਵੀ ਲੜਨਗੇ ਮੇਰੀ ਗੱਲ ਤੋਂ। ਮਾੜੀ ਜੀ ਗੱਲ ਉੱਠਣ ਨਹੀਂ, ਨਾਲ ਦੀ ਨਾਲ ਹੀ ਫਲਾਨਾ ਇਹਨੇ ਆਹ ਬੋਲਤਾ, ਧਮਕੇ ਨੇ ਆਹ ਬੋਲਤਾ, ਨਾਲ ਦੀ ਨਾਲ ਲੱਗ ਜਾਂਦੇ ਹੋ। ਦੀਪ ਸਿੱਧੂ ਨੇ ਇੱਕ ਬਿਆਨ ਦਿੱਤਾ ਸੀ, ਉਹਨੇ ਆਪਣਾ ਸਪਸ਼ਟੀਕਰਨ ਦੇ ਕੇ ਗੱਲ ਖਤਮ ਹੋ ਗਈ। ਰਾਜੇਵਾਲ ਨੇ ਆਪਣਾ ਬਿਆਨ ਦਿੱਤਾ, ਕੱਲ ਨੂੰ ਆਪਣੀ ਮਾਫੀ ਮੰਗ ਕੇ ਆਪਣਾ ਸਪਸ਼ਟੀਕਰਨ ਦੇਣਗੇ, ਗੱਲ ਖਤਮ ਹੋ ਜਾਣੀ ਹੈ। ਉਹ ਨਾ ਭਰਾਵੋ ਹੱਥ ਬੰਨੇ ਤੁਹਾਡੇ ਮੂਹਰੇ, ਰੋਜ਼ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤੁਸੀਂ ਬਣਾ ਦਿੰਦੇ ਹੋ ਕਿ ਆਹ ਦੇਖੋ ਜੀ ਆਹ ਹੋ ਗਿਆ, ਉਹ ਹੋ ਗਿਆ। ਔਰ ਦੂਜਾ ਜਿਹੜਾ ਕੰਮ ਕਰ ਰਿਹਾ ਜਿਹੜਾ ਪੰਜਾਬ ਦਾ ਮੀਡੀਆ, ਮੈਂ ਕਹੂੰਗਾ ਇੱਥੇ ਹੁਣ ਗੋਦੀ ਮੀਡੀਆ ਦੀ ਗੱਲ ਨਹੀਂ ਹੋਈ, ਪੰਜਾਬ ਦੇ ਮੀਡੀਆ ਦੀ ਮੈਂ ਗੱਲ ਕਰਦਾ, ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੰਜਾਬ ਦੇ ਹਿਤੈਸ਼ੀ ਹਾਂ, ਅਸੀਂ ਪੰਜਾਬ ਲਈ ਕੰਮ ਕਰ ਰਹੇ ਹਾਂ, ਅਸੀਂ ਤੁਹਾਡੀਆਂ ਖਬਰਾਂ ਪਹੁੰਚਾ ਰਹੇ ਹਾਂ, ਬਹੁਤ ਪਹੁੰਚਾ ਰਹੇ ਹਾਂ, ਨਾਲ ਦੀ ਨਾਲ ਤੁਸੀਂ TRP ਲੈਣ ਦੇ ਮਾਰੇ, ਨਾਲ ਦੀ ਨਾਲ ਤੁਸੀਂ ਵਿਊ ਬਹੁ ਲੈਣ ਦੇ ਮਾਰੇ ਉਹਦੀ ਮਹਿਕ ਜਾ ਡਾ ਦਿੰਦੇ ਹਰ ਇੱਕ ਦੇ ਮੂਹਰੇ ਜਾ ਕੇ। ਹਾਂਜੀ, ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਰਾਜੇਵਾਲ ਸਾਹਿਬ ਨੇ ਆਹ ਕਿਹਾ, ਕੀ ਕਹਿਣਾ ਚਾਹੋਗੇ? ਆਹ ਬਿਆਨ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੀ ਟੱਟੂ ਹੈ ਪ੍ਰਤੀਕਿਰਿਆ ਯਾਰ? ਇਹ
ਮਿੰਟ 'ਚ ਤੁਸੀਂ ਅੰਦਰੋਂ 1 ਮਿੰਟ 'ਚ ਤੁਸੀਂ ਲਾਉਂਦੇ ਹੋ ਕਿਸੇ ਨੂੰ ਗਦਾਰ ਬਣਾ ਦਿੰਦੇ ਹੋ, ਮਿੰਟ 'ਚ ਹੀਰੋ ਬਣਾ ਦਿੰਦੇ ਹੋ। ਇੱਥੇ ਜਿਹੜੀ ਸਥਿਤੀ ਆ, ਇੱਥੇ ਬੈਠੇ ਆ, ਸਾਨੂੰ ਪਤਾ ਕੀ ਆ, ਸਮਝੋ। ਮਿੰਟ ਨਾ ਲਾਇਆ ਕਰੋ ਇਹ ਜਿਹੀਆਂ ਗੱਲਾਂ ਨੂੰ ਚੱਕਣ ਲੱਗਿਆਂ ਨੂੰ। ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਗੱਲਾਂ ਤੋਂ ਗੁਰੇਜ਼ ਕਰੋ। ਇਹ ਸਰਕਾਰਾਂ ਚਾਹੁੰਦੀਆਂ ਨੇ, ਇਹ ਉਹਨਾਂ ਦਾ ਆਈਟੀ ਸੈੱਲ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਹਾਂ ਨਾ, ਆਈਟੀ ਵਿੰਗ ਬਣਿਆ ਹੋਇਆ ਬੜਾ ਮਜ਼ਬੂਤ ਹੈ। ਉਹ ਨਾਲ ਦੀ ਨਾਲ ਜਿਹੀਆਂ ਖਬਰਾਂ ਨੂੰ ਚੱਲ ਕੇ ਉਹਨਾਂ ਦੇ ਫਿਰ ਟਿੱਪਣੀਆਂ ਕਰਦਾ ਹੈ। ਫਿਰ ਉਹਨਾਂ ਦੀਆਂ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਮੇਰੀ ਗੱਲ ਸੁਣ ਲਓ, ਮੈਂ ਅੱਗੇ ਵੀ ਪਹਿਲਾਂ ਤੁਹਾਨੂੰ ਦੱਸਿਆ ਸੀਗਾ, ਉਹਨਾਂ ਦੀਆਂ ਜਿਹੜੀਆਂ ਆਈਡੀਆਂ ਬਣੀਆਂ ਹੋਈਆਂ ਨੇ ਉਹ ਸਿੱਖਾਂ ਦੇ ਨਾਂ ਤੇ ਬਣੀਆਂ ਹੋਈਆਂ ਨੇ। ਕਿਸੇ ਦੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਹੈ, ਕਿਸੇ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਆ, ਕਿਸੇ ਤੇ ਦਰਬਾਰ ਸਾਹਿਬ ਦੀ ਫੋਟੋ ਆ, ਢਾਹੇ ਹੋਏ ਦਰਬਾਰ ਸਾਹਿਬ ਦੀ ਫੋਟੋ ਆ, ਕਿਸੇ ਦੇ ਭਗਤ ਸਿੰਘ ਦੀ ਫੋਟੋ ਹੈ, ਕਿਸੇ ਦੇ ਸਰਾਭੇ ਦੀ ਫੋਟੋ ਆ। ਨਾਂ ਪਤਾ ਕੀ ਹੈ? ਕਿਸੇ ਦਾ ਬਲਵੀਰ ਸਿੰਘ, ਕਿਸੇ ਦਾ ਹਰਪ੍ਰੀਤ ਸਿੰਘ, ਕਿਸੇ ਦਾ ਗੁਰਦੀਪ ਸਿੰਘ, ਕਿਸੇ ਦਾ ਸਿੰਘ ਸਾਹਿਬ। ਇਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੇ ਹੈਗੇ ਨੇ ਨਾਂ ਰੱਖੇ ਹੋਏ ਨੇ ਆਪਣੇ ਆਈਟੀ। ਉਹ ਸਾਨੂੰ ਲੱਗਦਾ ਹੁੰਦਾ ਹੈ ਹੁਣ ਜੋ ਉਹੋ ਜਿਹੇ ਪੇਜ ਬਣਾਏ ਹੋਏ ਨੇ ਉਹਨਾਂ ਦੇ, ਉਹ ਜਿਹੇ ਪੇਜਾਂ ਦੇ ਉੱਤੋਂ ਪਤਾ ਆ ਗੱਲਾਂ ਪਾ ਕੇ ਸਾਨੂੰ ਲੱਗਦਾ ਹੁੰਦਾ, ਫਿਰ ਥੱਲੇ ਅਸੀਂ ਦੇਖਦੇ ਨਹੀਂ ਹੁੰਦੇ ਕੀ ਗੱਲਬਾਤ ਆ, ਦੱਬੀ ਤੁਰੇ ਜਾਂਦੇ ਹੁੰਦੇ, ਤੇਰੀ ਮਾਂ ਨੂੰ, ਤੇਰੀ ਭੈਣ ਨੂੰ, ਜਾਂ ਜਿਹਦੇ ਹੱਕ ਚੰਗਾ ਲਿਖਣਾ ਦਾ ਸਿਰਾ 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 ਪਤਾ ਹੁੰਦਾ ਨਹੀਂ ਗੱਲ ਦਾ ਵਿੱਚੋਂ ਵੀ ਗੱਲਬਾਤ ਹੈ ਕੀ ਆ। ਸੋ ਤੁਹਾਨੂੰ ਬੇਨਤੀ ਕਰਦੇ ਆ ਵੀ ਇਹ ਗੱਲਾਂ ਤੋਂ ਮੇਰਾ ਵੀਰ ਬਹੁਤ ਸੁਚੇਤ ਰਹਿਣ ਦੀ ਲੋੜ ਆ। ਜਿਹੜਾ ਬੰਦਾ, ਜਿਹੜਾ ਪੇਜ ਵਾਲਾ ਇਹੋ ਜਿਹੀ ਗੱਲਬਾਤ ਕੋਈ ਕਰੂਗਾ ਅੱਜ ਦੇ ਸਮੇਂ ਦੇ ਵਿੱਚ, ਜਿਹੜਾ ਬੰਦਾ ਭੜਕਾਹਟ ਵਾਲੀ ਗੱਲ ਕਰਦਾ, ਆ ਜਿਹੜੇ ਜਾਵਾਂ ਦੁਬਾਰੇ ਫੇਰਾ ਚੈਨਲ ਵਾਲਿਆਂ ਤੇ ਆਉਣਾ ਵੀ ਸੋਡੇ ਨਾਲ ਜੁੱਤੀ ਫੇਰਨੀ ਪਏ, ਸਾਨੂੰ ਕਦੇ ਲੋੜ ਨਹੀਂ। ਜੇ ਤੁਸੀਂ ਇਹੋ ਜਿਹੀ ਕਵਰੇਜ ਕਰਨੀ ਆ, ਸਾਨੂੰ ਦਿਫਾੜ ਕਰਨਾ, ਸਾਡੇ ਘੋਲ ਨੂੰ ਤਾਰ ਪਿੰਡੋ ਤੁਸੀਂ ਵੀ ਕਰਨ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਹੋ। ਮਾੜੀ ਜੀ ਗੱਲ ਹੁੰਦੀ ਹੈ ਜਾ ਕੇ ਮੈਂ ਖੜਾ ਦਿੰਦੇ ਅਗਲੇ ਦੇ ਮੂੰਹ 'ਚ, ਜਾ ਵੜੋ ਫਿਰ ਪੰਜਾਬ ਜਾ ਕੇ ਬਹਿ ਜਾਓ, ਕੋਈ ਗੱਲ ਨਹੀਂ, ਸਾਡੇ ਕੋਲ ਸੋਸ਼ਲ ਮੀਡੀਆ ਹੈਗਾ, ਅਸੀਂ ਆਪਣੀ ਗੱਲ ਪਹੁੰਚਾ ਦਿਆਂਗੇ। ਸੋ ਇਸ ਕਰਕੇ ਸਾਰੇ ਮੇਰਾ ਵੀਰ ਮੈਂ ਫੇਰ ਬੇਨਤੀ ਕਰਦਾ, ਰਾਜੇਵਾਲ ਨੇ ਜੋ ਕਿਹਾ ਕੋਈ ਗੱਲ ਨਹੀਂ, ਉਹਨੂੰ ਕੱਲ ਨੂੰ ਆ ਕੇ ਸਪਸ਼ਟੀਕਰਨ ਦੇਣਾ ਚਾਹੀਦਾ, ਬਣਦਾ। ਜੇ ਉਹਨੇ ਕਹੀ ਹੈ ਇਹ ਗੱਲ ਤਾਂ ਉਹ ਸਟੇਜ ਦੇ ਉੱਤੇ ਆ ਕੇ ਆਪਣੀ ਮਾਫੀ ਮੰਗਣ, ਆਪਣੀ ਗੱਲ ਦਾ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਕਿਹਾ ਕਿਉਂ ਆ ਇਹ। ਠੀਕ ਆ, ਕੋਈ ਇੱਥੇ ਦਫਾੜ ਨਹੀਂ ਹੈਗਾ, ਸਾਰੇ ਇੱਕ ਆ। ਕਿਸਾਨ ਜਥੇਬੰਦੀਆਂ ਵੀ ਸਾਰੀਆਂ ਨਾਲ ਨੇ, ਦੂਜੇ ਤੀਜੇ ਸਾਰੇ ਨਾਲ ਨੇ, ਸਾਰੇ ਇੱਥੇ ਧਰਮਾਂ ਜਾਤਾਂ ਮਜ਼ਹਬਾਂ ਦੇ ਸਾਰੇ ਨਾਲ ਨੇ। ਅਸੀਂ ਜਿੱਤ ਕੇ ਜਾਣਾ, ਸਾਡਾ ਹੋਰ ਕੋਈ ਇੱਧਰ ਉੱਧਰ ਪਤਾ ਨਹੀਂ ਪਤੰਦਰੋ। ਜਦੋਂ ਮੈਂ ਇੱਥੇ ਐ ਦੁੱਖ ਆਉਂਦਾ, ਇੱਥੇ ਆਉਣ ਨੂੰ ਤਾਂ ਤੁਹਾਡੇ ਸੂਲ ਲੜਦਾ ਇੱਥੇ ਹੁੰਦਾ ਵੀ ਇੱਥੇ ਆ ਕੇ ਬਹਿ ਗਏ ਅਸੀਂ 10 ਦਿਨ ਬੈਠ ਕੇ ਦੇਖੋ, ਦਿੱਲੀ ਆ ਕੇ ਆ ਜਾਓ, ਬੈਠੋ 4 ਦਿਨ ਆ ਕੇ ਤੁਹਾਨੂੰ ਪਤਾ ਲੱਗ ਜੂਗਾ ਕੀ ਕਹਾਣੀ ਹੈ। ਬੈਠੇ ਰਜਾਈ ਚ ਕਈ ਤਾਂ ਮੈਂ ਇਹੋ ਜਿਹੇ ਦੇਖੇ ਆ, ਜਾਂ ਉਹਨਾਂ ਨੇ ਇਕੱਲਾ ਬਸ ਟਿੱਪਣੀ ਕਰਨ ਦੀ ਖਾਤਰ ਹੀ ਆਪਣਾ ਨੈਟ ਜਾਂ ਖੋਲਣਾ ਹੁੰਦਾ, ਫਿਰ ਬੰਦ ਕਰ ਲੈਂਦੇ, ਟਿੱਪਣੀ ਕਰਕੇ ਫਿਰ ਬੰਦ ਕਰ ਲੈਂਦੇ ਆ, ਲਾਈ ਚਲੋ ਅੱਗ ਤੁਰੇ ਫਿਰੋ। ਕਬੀਰ ਲਿਖਦਾ, ਭੈਣ ਲਿਖਦੀ ਹੈ ਰਿੰਪੀ ਕੌਰ, ਕਹਿੰਦੀ ਚਲੋ ਮੰਨ ਲੈਨੇ ਆ ਤੁਹਾਡੀ ਗੱਲ ਬਟ ਇੱਕ ਟਿੱਪਣੀ ਕਰਨ ਦਾ ਮੀਨਿੰਗ ਕੀ ਆ? ਇਸ ਚੀਜ਼ ਨੂੰ ਕਿਹਾ ਕਿਹਨੇ ਆ? ਇਹ ਆਪਣੇ ਆਗੂਆਂ ਨੂੰ ਵੀ ਕਹੋ। ਸੋ ਮੇਰਾ ਵੀਰ ਚਲੋ ਇਹ ਪਤਾ ਨਹੀਂ ਕੀ ਕਿਹਾ ਭੈਣ ਨੇ। ਚਲੋ ਟਿੱਪਣੀਆਂ ਜਿਹੜੀਆਂ ਮੈਂ ਗੱਲ ਕਰਦਾ ਭੈਣੇ, ਉਹ ਵੀ ਕਰਦਾ ਕਿ ਟਿੱਪਣੀਆਂ ਛੇਤੀ ਰਾਏ ਨਾ ਬਣਾਇਆ ਕਰੋ, ਤੁਹਾਨੂੰ ਮੈਂ ਫੇਰ ਵਾਰੀ ਵੱਲ ਕਹਿਣਾ ਕਿ ਜਿਹੜੀਆਂ ਸਾਡੇ 'ਚ ਜੇ ਕੋਈ ਅੱਜ ਦਫਾੜ ਪਾਊਗਾ, ਸਾਡੇ 'ਚ ਜਿਹੜਾ ਵੀ ਬੰਦਾ ਫੁੱਟ ਪਾਉਣ ਵਾਲੀ ਗੱਲ ਕਰਦਾ, ਤਾਂ ਉਹ ਸਮਝ ਲਓ ਸਾਡੇ ਘੋਲ ਦਾ ਦੁਸ਼ਮਣ ਆ। ਉਹ ਸਾਨੂੰ ਹਰਾਉਣਾ ਚਾਹੁੰਦਾ, ਜਿਤਾਉਣਾ ਨਹੀਂ ਚਾਹੁੰਦਾ। ਅੱਜ ਮੈਨੂੰ ਪਤਾ ਇੱਥੇ ਬਹੁਤ ਕੁਛ ਹੁੰਦਾ, ਬੜਾ ਕੁਛ ਹੁੰਦਾ, ਬੜੀਆਂ ਗੱਲਾਂ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ, ਬੜਾ ਕੁਛ ਝੱਲਣਾ ਪੈਂਦਾ, ਸਹਿਣਾ ਪੈਂਦਾ। ਕੋਈ ਗੱਲ ਨਹੀਂ, ਆਵਾਂਗੇ ਪੰਜਾਬ ਜਿੱਤ ਕੇ, ਗੱਲਾਂ ਸਾਰੀਆਂ ਤੁਹਾਨੂੰ ਕੱਲੀ ਗੱਲ ਮੈਂ ਦੱਸੂਗਾ। ਪਰਮਾਤਮਾ ਕਰੇ ਕਿ ਅਸੀਂ ਪੰਜਾਬ ਜਿੱਤ ਕੇ ਆਈਏ, ਤੁਹਾਨੂੰ ਮੈਂ ਕੱਲੀ ਗੱਲ ਦੱਸ ਦੂੰਗਾ, ਕਿਹੜਾ ਕੀ ਹੈ, ਕਿਹੜਾ ਕਿਵੇਂ ਹੈ, ਕਿਹੜਾ ਕਦੋਂ ਕੀ ਸੀ, ਕਿਹਦੇ ਨਾਲ ਗੱਲ ਹੁੰਦੀ, ਕੀ ਹੁੰਦਾ, ਸਾਰੀ ਗੱਲ ਦਾ ਸਪਸ਼ਟੀਕਰਨ ਦੇ ਦਾਂਗੇ। ਪਰ ਅੱਜ ਸਮਾਂ ਨਹੀਂ ਹੈਗਾ ਯਾਰ, ਅੱਜ ਸਮਾਂ ਨਹੀਂ ਹੈਗਾ ਮੇਰਾ ਵੀਰ। ਕੋਈ ਗੱਲ ਨਹੀਂ, ਜੇ ਇੰਨੀ ਤੂਲ ਆਪਾਂ ਜਦੋਂ ਦਿੰਨੇ ਆ ਮਸਲੇ ਨੂੰ, ਮੈਂ ਫੇਰ ਕਹਿਣਾ ਕਬੀਰ ਪੁੱਛਦਾ ਕਿ ਕੀ ਉਹਨਾਂ ਨੇ, ਮੈਂ ਉਹ ਗੱਲ ਨਾਲ ਸਹਿਮਤ ਨਹੀਂ ਆ ਭਰਾਵਾ। ਰਾਜੇਵਾਲ ਸਾਹਿਬ ਨੇ ਜੋ ਬੋਲਿਆ ਉਹ ਗਲਤ ਬੋਲਿਆ, ਨਹੀਂ ਬੋਲਣਾ ਚਾਹੀਦਾ ਸੀ। ਉਹਨਾਂ ਨੂੰ ਆਪਣੀ ਗੱਲ ਦਾ ਸਪਸ਼ਟੀਕਰਨ ਕੱਲ ਨੂੰ ਦੇਣਾ ਬਣਦਾ।
ਤੇ ਬਸ ਮੈਂ ਇੰਨੀ ਤੁਹਾਡੇ ਕੋਲ ਬੇਨਤੀ ਕਰਨੀ ਸੀ। ਕੋਈ ਵੀ ਗੱਲ ਆਉਂਦੀ ਆ ਨਾਲ ਦੀ ਨਾਲ ਫਿਰ ਪੋਸਟਾਂ ਪਾ ਕੇ ਨਿਰਾਸ਼ ਤਾਂ ਨਾ ਲੈ ਕੇ ਆਓ। ਰੋਜ਼ 1000 1500 ਟਰਾਲੀ ਆਉਂਦੀ ਆ ਇੱਥੇ, ਰੋਜ਼ ਸਾਰਾ ਪੰਜਾਬ ਨੂੰ ਐਡਾ ਚਾਅ ਚੜਿਆ ਹੋਇਆ ਹੈ। ਇੱਥੋਂ ਮਾੜੀ ਜੀ ਗੱਲ ਨੂੰ ਤੁਸੀਂ ਲੈ ਕੇ ਜਦੋਂ ਜਾਂਦੇ ਆ ਨਾ ਤੇ ਉਹ ਉਦੋਂ ਨਾਲ ਦੀ ਨਾਲ ਹੀ ਇਹ ਇੱਕ ਗੱਲ ਲਿਖਦਾ, ਵੀਰੇ ਕਾਮਰੇਡ ਲੀਡਰ ਜਾਣ ਬੁੱਝ ਕੇ ਛੇੜਦੇ ਨੇ। ਕੋਈ ਗੱਲ ਨਹੀਂ ਵੀਰੇ, ਆਪਾਂ ਇਹ ਗੱਲਾਂ ਸਾਰੀਆਂ ਕਰਾਂਗੇ, ਕੋਈ ਗੱਲ ਨਹੀਂ। ਤਾਂ ਇਹ ਇਸ ਕਰਕੇ ਨਾ ਇਸ ਤਰ੍ਹਾਂ ਦਾ ਨਾ ਮਾਹੌਲ ਕਰੋ। ਮਾੜੀ ਜੀ ਸਾਡੇ 'ਚ ਫੁੱਟ ਪਈ ਨਹੀਂ ਤੇ ਸਾਡਾ ਘੋਲ ਖਤਮ ਹੋਇਆ ਨਹੀਂ, ਗੱਲ ਯਾਦ ਰੱਖ ਲਓ। ਮੈਂ ਤੁਹਾਨੂੰ ਦੱਸਦਾ, ਹਿੱਲੀ ਪਈ ਆ ਸਰਕਾਰ, ਹਿੱਲੀ ਪਈ ਹੈ। ਸਾਨੂੰ ਪਤਾ ਲੱਗਦਾ ਕਿਵੇਂ ਹਿੱਲੀ ਹੈ ਇੱਥੇ ਸਰਕਾਰ। ਬੁਰਾ ਹਾਲ ਆ ਸਰਕਾਰ ਦਾ। ਜਿਹੜੇ ਕਹਿੰਦੇ ਸੀ ਇਹ ਤਾਂ ਢਾਉਣ ਚ ਕੱਲਾ ਪਿੱਛੇ ਨਹੀਂ ਮੁੜਦੇ, ਇਹ ਨਹੀਂ, ਇਹਦਾ ਝੁਕਦੇ ਨਹੀਂ। ਸੋ ਇਸ ਕਰਕੇ ਮੇਰਾ ਵੀਰ ਦੇਖਿਓ ਕਿ ਇਹ ਜੀ ਸਾਡੀ ਇੱਕ ਗਲਤੀ, ਕਹਿੰਦੇ ਹੁੰਦੇ ਆ ਲਮਹੋਂ ਨੇ ਖਤਾ ਕੀ ਤੇ ਸਦੀਆਂ ਨੇ ਸਜ਼ਾ ਪਾਈ। ਸਾਡੀ ਇੱਕ ਥੋੜੀ ਜਿਹੀ ਗਲਤੀ, ਥੋੜੀ ਜਿਹੀ ਗੱਲਬਾਤ ਭੜਕਾਹਟ ਪੈਦਾ ਕਰਨ ਵਾਲੀ ਜਾਂ ਇਸ ਤਰ੍ਹਾਂ ਦੀ ਇੱਧਰ ਉੱਧਰਲੀ ਗੱਲ ਕਰਨ ਵਾਲੀ ਸੰਘਰਸ਼ ਨੂੰ ਤੁਸੀਂ ਹਿਸਾਬ ਲਾ ਲਓ ਕਿੱਥੇ ਲੈ ਕੇ ਜਾ ਵੜੂਗੀ। ਕਿੱਥੇ 40 ਸਾਲ 50 ਸਾਲ ਪਿੱਛੇ ਚਲੇ ਜਾਵਾਂਗੇ ਅਸੀਂ। ਅੱਜ ਪੂਰੀ ਦੁਨੀਆ ਸਾਡੀ ਗੱਲ ਹੋ ਰਹੀ ਆ, ਪੂਰੀ ਦੁਨੀਆ ਸਾਨੂੰ ਸੁਣਦੀ ਹੈ, ਦੇਖ ਰਹੀ ਹੈ, ਨਜ਼ਰ ਆ ਪੂਰੀ ਦੁਨੀਆ ਦੀ ਇਸ ਮੋਰਚੇ ਦੇ ਉੱਤੇ। ਸੋ ਤੁਹਾਡੇ ਮੂਹਰੇ ਹੱਥ ਬੰਨ੍ਹਦਾ।